शेरे पंजाब 600 AM ते निघा हार्दिक स्वागत है। मैं तुहाडा मेज़बान हरजीत सिंह गिल। 10:12 होए ने 11 सितंबर का दिन वरा 2023 का सोमवार है। 26 भादों नानक संमत 555 निघा हार्दिक स्वागत है जी। ਚੱਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਗੱਲਬਾਤ ਕਰਾਂਗੇ ਅੱਜ। ਉਸ ਤੋਂ ਬਾਅਦ ਖਾਸ ਗੱਲਬਾਤ ਦੋ ਮਹਿਮਾਨਾਂ ਨਾਲ ਚੱਲੇਗੀ। ਪਹਿਲੇ ਘੰਟੇ 'ਚ 11:10 ਤੋਂ 12 ਵਜੇ ਤੱਕ ਸਰਦਾਰ ਗਿਆਨ ਸਿੰਘ ਸੰਧੂ ਹੋਰਾਂ ਦੇ ਨਾਲ ਗੱਲਬਾਤ ਹੋਏਗੀ, ਜਿਨ੍ਹਾਂ ਨੇ ਕਮਿਊਨਿਟੀ ਦੇ ਲਈ ਬੜੀ ਮਿਹਨਤ ਕੀਤੀ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਉਹ ਸੰਸਥਾਪਕਾਂ ਦੇ ਵਿੱਚੋਂ ਇੱਕ ਨੇ। ਉਸ ਤੋਂ ਬਾਅਦ ਹੁਣ ਗੁਰੂ ਨਾਨਕ ਇੰਸਟੀਟਿਊਟ ਫਾਰ ਲਰਨਿੰਗ ਇੱਕ ਵੱਡਾ ਇੰਸਟੀਟਿਊਟ ਬਣਾਉਣ ਜਾ ਰਹੇ ਨੇ। ਉਹਨਾਂ ਦਾ ਇੱਕ ਕਾਨਫਰੰਸ ਹੋ ਰਹੀ ਹੈ ਉਹਨਾਂ ਦੀ 22-23 ਵਾਲੇ ਵੀਕਐਂਡ 'ਤੇ। ਉਸ ਦੇ ਬਾਰੇ ਜਾਣਕਾਰੀ ਦੇਣਗੇ। ਇੰਸਟੀਟਿਊਟ ਦੇ ਵਿੱਚ ਕੀ ਹੋ ਰਿਹਾ, ਇਹ ਕਿੱਥੇ ਬਣੇਗਾ ਫਿਜ਼ੀਕਲੀ ਅਤੇ ਕੀ ਹੋ ਰਿਹਾ। ਉਹਨਾਂ ਨੇ ਆਪਣੇ ਜ਼ਿੰਦਗੀ ਦਾ ਇੱਕ ਵੱਡਾ ਕੀਰਤੀਮਾਨ ਉਹ ਕਹਿੰਦੇ ਮੈਂ ਕੌਮ ਨੂੰ ਕਮਿਊਨਿਟੀ ਨੂੰ ਇੱਕ ਅਜਿਹਾ ਇੰਸਟੀਟਿਊਟ ਅਖੀਰ 'ਚ ਦੇ ਕੇ ਜਾਣਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ ਜਿਹਨੂੰ ਕੋਈ ਯਾਦ ਰੱਖਣਗੇ। ਅਤੇ ਉਸ ਤੋਂ ਬਾਅਦ ਸਰਦਾਰ ਗਗਨਦੀਪ ਸਿੰਘ ਜਿਹੜੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਗੌਰਮੈਂਟ ਆਫ ਹਰਿਆਣਾ ਦੇ ਵਿੱਚ, ਸੈਕਟਰੀ ਹੋਮ ਨੇ, ਉਹਨਾਂ ਨੇ ਖੋਜ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ 'ਤੇ। ਲੋਹਗੜ੍ਹ ਦੇ ਕਿਲ੍ਹੇ ਤੋਂ ਉਹ ਸ਼ੁਰੂ ਹੋਏ, ਅਖੀਰ ਦੇ ਵਿੱਚ ਉਹ ਪੈੜਾਂ ਨੱਪਦੇ ਗੁਰੂ ਨਾਨਕ ਪਾਤਸ਼ਾਹ ਦੇ ਉਦਾਸੀਆਂ ਦੇ ਦੌਰਾਨ ਲਵਾਣੇ ਅਤੇ ਬਣਜਾਰੇ ਸਿੱਖ ਕਿੱਥੇ ਤੱਕ ਵਪਾਰ ਕਰਦੇ ਸੀ। ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗਾ ਕਿ ਪਾਤਸ਼ਾਹੀ ਤੋਂ ਸ਼ੁਰੂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੱਕ ਕੀ ਹੋਇਆ। ਉਹ 2-3 ਦਿਨ ਨੇ ਇੱਥੇ ਵਿਜ਼ਿਟ ਕਰ ਰਹੇ ਨੇ। ਕੋਸ਼ਿਸ਼ ਕਰਾਂਗਾ ਜੇ 3 ਕੜੀਆਂ ਦੇ ਵਿੱਚ ਇਹ ਗੱਲਬਾਤ ਸ਼ੁਰੂ ਕੀਤੀ ਜਾਵੇ, ਕਿਉਂਕਿ ਸਾਨੂੰ ਤਾਂ ਇਹ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਤੁਰੇ ਅਤੇ ਜਾ ਕੇ ਬਸ ਮਜੀਦੇ ਦੇ ਨੂੰ ਪੁੱਠਾ ਲਮਕਾਤਾ, ਸੁੱਚੇ ਆਨੰਦ ਦੇ ਨੱਥ ਪਾਤੀ, ਇੰਨਾ ਨਹੀਂ। ਪਰ ਇਹਦੇ ਪਿੱਛੇ ਬਹੁਤ ਲੰਮੀ ਇੱਕ ਦਾਸਤਾਨ ਹੈ। ਹਰ ਗੁਰੂ ਸਾਹਿਬਾਨ ਦੇ ਨਾਲ ਟਾਂਡੇ ਕੀ ਸੀ ਦੇਸ਼ਾਂ ਦੇ ਵਿੱਚ, ਦੁਨੀਆ ਦੇ ਵਿੱਚ, ਮੱਧ ਪੂਰਬ ਤੱਕ ਕਿੱਥੇ ਸਿੱਖਾਂ ਦਾ ਨਾਂ ਚੱਲਦਾ ਸੀ, ਕਿੱਥੇ ਤੱਕ ਲਵਾਣਾ ਪਰਿਵਾਰ, ਬਾਬਾ ਮੱਖਣ ਸ਼ਾਹ ਲਵਾਣਾ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਉਹ ਵਪਾਰ ਕਰਦਾ ਸੀ। ਇਸ ਦੇ ਬਾਰੇ ਗੱਲਬਾਤ ਉਹਨਾਂ ਨਾਲ ਹੋਏਗੀ। 604-204-0600 ਔਨ-에ਅਰ ਨੰਬਰ ਹੈ। 6042040600 604-729-1224 ਮੇਰਾ ਵਟਸਐਪ ਅਤੇ ਟੈਕਸਟ ਲਈ ਨੰਬਰ ਹੈ। ਵੀਕਐਂਡ 'ਤੇ ਜਿਹੜੀ ਰੈਲੀ ਹੋਈ ਡਾਕਟਰਾਂ ਦੀ, ਉਸ ਤੋਂ ਬਾਅਦ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪਈਆਂ ਪੰਜਾਬ ਇੰਡੀਪੈਂਡੈਂਸ ਦੇ ਨਾਂ ਦੇ ਥੱਲੇ, ਉਸ ਦੇ ਬਾਰੇ ਜਾਣਕਾਰੀ ਦੇਵਾਂਗਾ। ਇਸ ਤੋਂ ਬਾਅਦ G20 ਦੀਆਂ ਗੱਲਾਂ ਬਾਤਾਂ ਤਾਂ ਨਵਕਿਰਨ ਸਿੰਘ ਪੱਤੀ ਉਹਨਾਂ ਨੇ ਕਰ ਲੈਣੀਆਂ ਨੇ। ਕਨਵੈਨਸ਼ਨ ਜਿਹੜੀ ਕੰਜ਼ਰਵੇਟਿਵ ਦੀ ਹੋਈ 1.5 ਘੰਟਾ, ਉਹ 'ਚ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਨੇ ਭਾਸ਼ਣ ਦਿੱਤਾ। ਉਹਨਾਂ ਨੂੰ ਇੰਟਰੋਡਿਊਸ ਉਹਨਾਂ ਦੀ ਘਰਵਾਲੀ ਨੇ ਐਨਾ ਪੋਲੀਐਵ ਨੇ ਕੀਤਾ ਅਤੇ ਉਹ ਬਹੁਤ ਉਸ ਦੀਆਂ ਗੱਲਾਂ ਨੇ। ਵੱਡੀ ਕਨਵੈਨਸ਼ਨ ਹੋਰ ਨਿਬੜੀ, 1700-1800 ਤੋਂ ਵੱਧ ਕਦੇ ਇਕੱਠ ਨਹੀਂ ਹੁੰਦਾ। ਇਸ ਦੇ ਵਿੱਚ 2600-2700 ਡੈਲੀਗੇਟ ਜਿਹੜੇ ਸਾਰੇ ਦੇਸ਼ 'ਚੋਂ ਉਹ ਕੁਬੈਕ ਸਿਟੀ ਪਹੁੰਚੇ। ਇਸ ਦੇ ਬਾਰੇ ਕੋਸ਼ਿਸ਼ ਕਰਾਂਗਾ, ਜੇ ਮੂਹਰਲੇ 3 ਦਿਨਾਂ 'ਚ ਸਮਾਂ ਲੱਗਿਆ ਡੀਟੇਲ ਮੈਂ ਗੱਲ ਕਰਨੀ ਚਾਹੁੰਦਾ, ਪਰ ਅੱਜ ਦੋਨੇ ਘੰਟੇ ਪੈਕ ਨੇ ਅਤੇ ਜਿੰਨਾ ਕੁ ਸਮਾਂ ਮਿਲਿਆ ਉਸ ਦੇ ਬਾਰੇ ਮੈਂ ਗੱਲਬਾਤ ਕਰਾਂਗਾ। ਪਰ ਮੈਂ ਖੁੱਲ੍ਹਾ ਇੱਕ ਟਾਕ ਸ਼ੋਅ ਜਿਹੜਾ ਉਹ ਜ਼ਰੂਰ ਕਰਨਾ ਹੈ, ਜਿਹੜੀ ਇਹ ਡਾਕਟਰਾਂ ਦਾ ਇਕੱਠ ਜਿਹੜਾ ਹੋਇਆ ਉਸ ਦੇ ਬਾਰੇ, ਅਤੇ ਉਸ ਤੋਂ ਬਾਅਦ ਕਨਵੈਨਸ਼ਨ ਦੀਆਂ ਗੱਲਾਂ ਬਾਤਾਂ ਸਾਰੀਆਂ, ਕਈ ਖਬਰਾਂ ਨੇ, ਪਰ ਜਿੰਨਾ ਸਮਾਂ ਮਿਲਿਆ ਮੈਂ ਕਰਾਂਗਾ। ਰੁਕਦੇ ਸਾਹਾਂ ਦੀ ਆਵਾਜ਼ ਬੁਲੰਦ ਹੋਈ, ਜੈਕਾਰੇ ਗੂੰਜ ਉੱਠੇ ਘੁੱਟੀਆਂ ਸੰਘੀਆਂ 'ਚੋਂ। ਰੁਕਦੇ ਸਾਹਾਂ ਦੀ ਆਵਾਜ਼ ਬੁਲੰਦ ਹੋਈ, ਜੈਕਾਰੇ ਗੂੰਜ ਉੱਠੇ ਘੁੱਟੀਆਂ ਸੰਘੀਆਂ 'ਚੋਂ। ਜੰਮੇ ਖੂਨ ਨੂੰ ਅਣਖਾਂ ਦੀ ਜਰਬ ਆਈ, ਅੱਗ ਉੱਠੀ ਸੀ ਬਰਫਾਂ ਠੰਡੀਆਂ 'ਚੋਂ। ਉਹ ਲਲਕਾਰ ਸੀ ਮਰਦਾ ਗੰਬੜੇ ਦੀ, ਜਿਹਦੀ ਗੜਕ ਨੇ ਕਿੰਗਰੇ ਰਾਖ ਕੀਤੇ। ਤੱਕੜੀਆਂ ਛੱਡ ਕੇ ਹੱਥਾਂ ਤਲਵਾਰ ਥੰਮੀ, ਚਿੜੀਆਂ ਬਾਜ ਫੁੰਡੇ ਨਿਕਲ ਕੇ ਫੰਦੀਆਂ 'ਚੋਂ। ਨਗਾਰੇ ਚੋਟ ਵੱਜੀ ਤੇ ਕਾਲੀ ਰਾਤ ਮੁੱਕੀ, ਸੂਰਜ ਸੱਚ ਦਾ ਤਾੜੀ ਮਾਰ ਚੜ੍ਹਿਆ। ਲੈ ਗਿਆ ਰੂਪ ਤਲਵਾਰਾਂ ਨੇਜਿਆਂ ਦਾ, ਲੋਹਾ ਢਲ ਕੇ ਕੇਸੇ ਤਰਕਰੰਡੀਆਂ 'ਚੋਂ। ਕਿਹਾ ਦਾ ਸੀ ਅਮਰ ਦੀਆਂ ਚੂਲੀਆਂ ਦੀ, ਕੱਲਾ ਜਾਂ 1.25 ਲੱਖ ਨਾਲ ਲੜਿਆ। ਸਿਰੇ ਬੰਨੇ ਦਸ਼ਮੇਸ਼ ਦਿਆਂ ਯੋਧਿਆਂ ਨੇ, ਮੌਤ ਵਰਨ ਲਈ ਸਿਰਾਂ ਦੀਆਂ ਮੰਡੀਆਂ 'ਚੋਂ। ਬੁੱਕ ਦੇ ਸ਼ੇਰਾਂ ਨੇ ਹਲਕ 'ਚ ਹੱਥ ਪਾਉਣੇ, ਜਿੰਦਾ ਸੋਹਲ ਪਹਾੜਾਂ ਨਾਲ ਲਾਉਣ ਮੱਥੇ।
जुगो जुग अटाले दे झंडे बूंगे ते चढ़दी कला दिसे केसरी झंडियां चों। कदे वक्त ने ਸਿੰਘਾਂ ਦੇ सबर परखे, कदे परखे खंडे दी धार ਇਹਦੀ खुरा खोज मिट गया ਇਹਦੇ ਵੈਰੀਆਂ ਦਾ। खालसा अज भी हसे बुलंदियां चों, खालसा अज भी हसे बुलंदियां चों। सरिंदर सिंह दा ਉਹ ਮਾਜਰਾ ਲਿਖਦਾ सऊदी अरब च बैठ के, नेत्र दो भी आ रहा। लो जी, देश पंजाब के झरोखे चो सर नवकिरण सिंह पत्ती नाल पत्ती सेखवां बरनालियों करते हैं गलबात। सर नवकिरण सिंह पत्ती जी, स्वागत, सत श्री अकाल। शुक्रिया जी गिल साहब, सब तो पहला तुहानू ते सारे श्रोतिਆਂ ਨੂੰ मेरे ਵੱਲੋਂ भी सत श्री अकाल जी। जी गिल साहब, G20 सम्मेलन नेपरे चढ़ गया ते किहड़े फैसले वड्डे होए जी? जी गिल साहब, देखो 9 ਤੇ 10 ਸਤੰਬਰ ਨੂੰ G20 ਸਿਖਰ ਸੰਮੇਲਨ ਜਿਹੜਾ ਉਹ ਨੇਪਰੇ ਚੜਿਆ। ਇਸ ਵਾਰ ਕੋਈ ਖਾਸ ਰੰਗ ਦਿੱਲੀ ਨੂੰ ਚੜਿਆ ਹੋਇਆ ਸੀ। ਦਿੱਲੀ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਐਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਬਹੁਤ ਵਿਕਸਿਤ ਹੋ ਚੁੱਕੀ ਹੁੰਦੀ ਹੈ, ਬਹੁਤ ਵਿਕਾਸ ਹੋ ਚੁੱਕਿਆ ਹੁੰਦਾ ਗਾ। ਔਰ ਦੁਨੀਆ ਭਰ ਦੇ ਵਿੱਚੋਂ ਪੱਤਰਕਾਰ ਮਹਿਮਾਨ ਆ ਜਿਹੜੇ ਉਹ ਦੇਖਣ ਆਏ, ਕਿਉਂਕਿ ਜਿਹੜੇ 20 ਮੁਲਕ ਪਹੁੰਚੇ ਉਹ ਦੁਨੀਆ ਦੀ GDP ਦਾ 85% ਬਣਦਾ ਕੁੱਲ ਘਰੇਲੂ ਉਤਪਾਦ ਦਾ। ਉਹ 'ਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਦੁਨੀਆ ਭਰ ਦੇ ਅਰਜਨਟੀਨਾ, ਜਾਪਾਨ ਵਰਗੇ ਮੁਲਕ ਇੱਥੇ ਪਹੁੰਚੇ। ਭਾਵੇਂ ਰੂਸ ਤੇ ਚੀਨ ਦੇ ਰਾਸ਼ਟਰਪਤੀ ਨਹੀਂ ਪਹੁੰਚੇ, ਪਰ ਉਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਇਸ G20 ਸੰਮੇਲਨ ਦੇ ਵਿੱਚ ਹਾਜ਼ਰ ਰਹੀਆਂ। ਇਸ ਗਿੱਲ ਸਾਹਿਬ, ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਪ੍ਰਾਪਤੀ ਦੱਸ ਰਹੇ ਆ, ਉਹ ਇਹ ਦੱਸ ਰਹੇ ਆ ਕਿ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ G20 ਦੇ ਵੱਲੋਂ ਰੂਸ ਤੇ ਯੂਕਰੇਨ ਦੀ ਜੰਗ ਦੇ ਸੰਬੰਧੀ। ਲੇਕਿਨ ਉਹਦੇ 'ਚ ਸਾਰੀ ਉਹ ਗੋਲਮਾਲ ਦੀ ਸਟੇਟਮੈਂਟ ਹੈ। ਨਾ ਇਹ ਦੱਸਿਆ ਗਿਆ ਜੰਗ ਦੇ ਲਈ ਜ਼ਿੰਮੇਵਾਰ ਕੌਣ ਹੈ, ਜੰਗ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਬਸ ਇੱਕ ਇਹੋ ਜਿਹੀ ਸਟੇਟਮੈਂਟ ਦੇ ਦਿੱਤੀ ਗਈ ਆ ਜਿਹਦੇ 'ਚ ਰੂਸ ਵੀ ਸਹਿਮਤ ਆ, ਯੂਕਰੇਨ ਵੀ ਸਹਿਮਤ ਆ, ਅਮਰੀਕਾ ਵੀ ਸਹਿਮਤ ਆ, ਕੈਨੇਡਾ ਤੇ ਇੰਗਲੈਂਡ ਵੀ ਸਹਿਮਤ ਆ। ਮਤਲਬ ਇੱਕ ਰਲਮੀ ਮਿਲਮੀ ਜੀ ਗੋਲਮਾਲ ਦੀ ਸਟੇਟਮੈਂਟ ਦੇ ਦਿੱਤੀ ਗਈ ਹੈਗੀ। ਦੂਸਰਾ ਜਿਹੜਾ ਪੁਆਇੰਟ ਇਹਦੇ ਵਿੱਚ ਉਭਾਰਿਆ ਗਿਆ ਹੈਗਾ ਉਹ ਇਹ ਹੈਗਾ ਕਿ ਜਲਵਾਯੂ ਤਬਦੀਲੀ ਦੇ ਮਸਲੇ ਦੇ ਉੱਤੇ ਸਟੇਟਮੈਂਟ ਆ ਜਿਹੜੀ ਉਹ ਆਈ ਆ। ਇਸ ਤੋਂ ਇਲਾਵਾ ਇਹਦੇ ਵਿੱਚ ਅਫਰੀਕਨ ਯੂਨੀਅਨ ਨੂੰ ਸ਼ਾਮਲ ਕਰ ਲਿਆ ਗਿਆ। 55 ਦੇਸ਼ ਨੇ ਜਿਨ੍ਹਾਂ 'ਚ ਬਹੁਤ ਗਿਣਤੀ ਵਿਕਾਸਸ਼ੀਲ ਦੇਸ਼ ਨੇ, ਔਰ G20 ਦੇ ਵਿੱਚ ਇਹ ਸ਼ਾਮਲ ਆ ਜਿਹੜੇ ਉਹ ਹੋ ਚੁੱਕੇ ਨੇ। ਸਭ ਤੋਂ ਜਿਹੜੀ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਆ ਉਹ ਹੈਗੀ ਕਿ ਇੱਕ ਆਰਥਿਕ ਗਲਿਆਰਾ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਭਾਰਤ ਤੋਂ ਅਰਬ ਦੇਸ਼ਾਂ ਦੇ ਵਿੱਚ ਦੀ ਯੂਰਪੀਅਨ ਮੁਲਕਾਂ ਨੂੰ ਇੱਕ ਰਾਹ ਸਮੁੰਦਰ ਦੇ ਰਸਤੇ ਵੀ, ਸੜਕ ਰਸਤੇ ਵੀ ਬਣਾਇਆ ਜਾਣਾਗਾ। ਔਰ ਇਹ ਜਿਹੜਾ ਆਰਥਿਕ ਗਲਿਆਰਾ ਬਣਨਾ ਨਾ ਗਿੱਲ ਸਾਹਿਬ, ਇਹਨੂੰ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਦੇ ਉੱਤੇ ਦਰਸਾਇਆ ਜਾ ਰਿਹਾ ਹੈਗਾ। ਪਰ ਇਹ ਜਿਹੜਾ ਬਣਨਾ ਭਾਰਤ ਤੋਂ ਅਰਬ ਮੁਲਕਾਂ ਦੇ ਵਿੱਚ ਦੀ ਯੂਰਪ ਤੱਕ ਇੱਕ ਪੂਰਾ ਰੋਡ ਮੈਪ ਬਣ ਗਿਆ। ਸੜਕ ਵੀ ਬਣੂਗੀ, ਰੇਲਵੇ ਲਾਈਨ ਵੀ ਵਿਛੂਗੀ, ਔਰ ਇੱਥੋਂ ਦੀ ਸਮੁੰਦਰ ਰਸਤੇ ਵੀ ਵਪਾਰ ਹੋਊਗਾ। ਪਰ ਇਹਦੇ ਤੇ ਸਾਨੂੰ ਪੰਜਾਬ ਨੂੰ ਕੁਝ ਨਹੀਂ ਮਿਲਣਾ, ਕਿਉਂਕਿ ਸਾਡੇ ਪੰਜਾਬ ਦੀ ਜਿਹੜਾ ਬਾਰਡਰ ਲੱਗਦਾ ਉਹ ਲੱਗਦਾ ਹੈਗਾ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਇੱਧਰ ਦੀ ਵਪਾਰ ਹੁੰਦਾ। ਲੇਕਿਨ ਇਹ G20 'ਚ ਹੈ ਹੀ ਨਹੀਂ ਪਾਕਿਸਤਾਨ। ਸੋ ਸਾਡੇ ਲਈ ਤਾਂ ਜਿਹੜਾ ਨਾਰਥ ਇੰਡੀਆ, ਸਾਡੇ ਲਈ ਤਾਂ ਵਾਘਾ ਅਟਾਰੀ ਬਾਰਡਰ ਖੁੱਲੇ, ਹਸੈਨੀਵਾਲਾ ਦਾ ਬਾਰਡਰ ਖੁੱਲੇ, ਇੱਥੋਂ ਇੰਗਲੈਂਡ ਤੱਕ ਆਲਰੇਡੀ ਬਣੀ ਹੋਈ ਹੈ ਸੜਕ। ਪਹਿਲਾਂ ਇੰਗਲੈਂਡ ਨੂੰ 1947 ਤੋਂ ਪਹਿਲਾਂ ਬੱਸ ਚੱਲਦੀ ਰਹੀ ਆ। ਤਾਂ ਇਹ ਲਾਂਘਾ ਖੋਲਣ ਦੀ ਬਜਾਏ ਯੂਰਪੀਅਨ ਮੁਲਕਾਂ ਨੂੰ ਜਿਹੜਾ ਰਾਹ ਖੋਲਿਆ ਜਾ ਰਿਹਾ ਉਹ ਅਸਲ ਦੇ ਵਿੱਚ ਸਾਡਾ ਵਪਾਰ ਨਹੀਂ ਹੋਣਾ ਉੱਥੋਂ ਦੀ। ਇਹ ਕੱਚਾ ਮਾਲ ਲਿਜਾਇਆ ਕਰਨਗੇ ਭਾਰਤ ਦਾ ਕੌਡੀਆਂ ਦੇ ਭਾਅ, ਤੇ ਪੰਜਾਬ ਦਾ ਉਹਨੂੰ ਧੇਲੇ ਦਾ ਫਾਇਦਾ ਨਹੀਂ ਹੋਣਾ। ਪੰਜਾਬ ਉਸ ਰੂਟ ਤੇ ਲੱਗਦਾ ਜੀ, ਪੰਜਾਬ ਤਾਂ ਨਾ ਕਿਸੇ ਬੰਦਰਗਾਹ ਤੇ ਲੱਗਦਾ, ਨਾ ਪੰਜਾਬ ਇਸ ਰੂਟ 'ਚ ਆਉਣਾਗਾ। ਇਹ ਤਾਂ ਫਿਰ ਸਾਊਥ ਵਾਲੇ ਪਾਸੇ ਨੂੰ ਜਾਊਗਾ। ਸੋ ਇਹ ਜਿਹੜਾ ਇਹਦੇ ਤੇ ਬਹੁਤ ਵਾਢੀਆਂ ਪਾ ਰਹੇ ਨੇ ਕਈ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ, ਬੱਲੇ ਬੱਲੇ ਕਰਾਤੀ ਜੀ, ਯੂਰਪ ਨੂੰ ਸੜਕ ਬਣੂਗੀ, ਵਪਾਰ ਹੋਊਗਾ। ਸਾਡਾ ਵਪਾਰ ਪਾਕਿਸਤਾਨ ਹੀ ਹੋ ਸਕਦਾ ਗਾ, ਇਹ ਅਰਬ ਮੁਲਕਾਂ ਨਾਲ ਵੀ ਹੋ ਸਕਦਾ, ਅਫਗਾਨਿਸਤਾਨ ਵੀ ਹੋ ਸਕਦਾ, ਇਹ ਇੰਗਲੈਂਡ ਤੱਕ ਜਾ ਸਕਦਾ ਜੇ ਇਹ ਰਾਹ ਖੁੱਲੇ। ਸੋ G20 ਦਾ ਇਹ ਜਿਹੜਾ ਮਤਲਬ ਮੇਨ ਜਿਹਦੇ ਤੇ ਬਾਗੀਆਂ ਪਾਈਆਂ ਜਾ ਰਹੀਆਂ ਉਹਦੇ 'ਚ ਪੰਜਾਬੀਆਂ ਲਈ ਕੋਈ ਖਾਸ ਨਹੀਂ ਹੈ ਜੀ। ਬਿਲਕੁਲ ਠੀਕ ਹੈ, ਰੂਟ ਪਹਿਲਾਂ ਬਣਿਆ ਹੋਇਆ। ਅਸਲ ਚਾਈਨਾ ਦਾ ਬਨ ਬੈਲਟ ਬਨ ਰੋਡ ਦਾ ਤੋੜ ਇਹ ਲੱਭਣ ਦਾ ਯਤਨ ਹੈ, ਪਰ ਚਾਈਨਾ ਬਹੁਤ ਅੱਗੇ ਬੈਠਾ ਹੈ, ਸਮਾਂ ਦੱਸੇਗਾ ਬਾਕੀ।
ਪਰਵਿੰਦਰ ਸਿੰਘ ਝੋਟਾ ਫਿਰ ਰਿਹਾ ਹੋ ਗਿਆ ਜੀ? ਪਰਵਿੰਦਰ ਝੋਟਾ ਰਿਹਾ ਹੋ ਗਿਆ ਜੀ। ਹੁਣ ਤੋਂ ਕੁਝ ਘੰਟੇ ਪਹਿਲਾਂ ਪਰਵਿੰਦਰ ਝੋਟਾ ਜੇਲ੍ਹ ਤੋਂ ਬਾਹਰ ਆ ਚੁੱਕਿਆ ਔਰ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਖਿਲਾਫ ਜੂਝਣ ਵਾਲਾ ਮਾਨਸਾ ਦਾ ਉਹ ਨੌਜਵਾਨ ਹੈ ਤੇ ਕੇਸ ਪਹਿਲਾਂ ਵੀ ਬਹੁਤ ਸੀਗੇ, ਲੇਕਿਨ ਹੁਣ ਇਹ ਕਿਉਂਕਿ ਨਸ਼ਿਆਂ ਦੇ ਖਿਲਾਫ ਲੜ ਰਿਹਾ ਸੀ ਇਸ ਕਰਕੇ ਇਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ। ਇਹਦੀ ਰਿਹਾਈ ਦੇ ਲਈ ਜਿੱਦਾਂ ਦਾ ਫੜਿਆ ਉਦੋਂ ਦਾ ਦਿਨ ਰਾਤ ਦਾ ਧਰਨਾ ਮਾਨਸਾ ਦੇ ਵਿੱਚ ਚੱਲ ਰਿਹਾ ਔਰ ਉਸ ਧਰਨੇ ਦੇ ਵਿੱਚ ਲਗਾਤਾਰ ਲੋਕ ਮਾਨਸਾ ਦੇ ਤੇ ਆਸ-ਪਾਸ ਦੇ ਇਲਾਕੇ ਦੇ ਜਾ ਰਹੇ ਸੀ। ਪਰਵਿੰਦਰ ਝੋਟੇ ਦੀ ਰਿਹਾਈ ਮੰਗੀ ਜਾ ਰਹੀ ਸੀ। ਅੱਜ ਜਦੋਂ ਪਰਵਿੰਦਰ ਸਿੰਘ ਝੋਟਾ ਜੇਲ੍ਹ ਤੋਂ ਬਾਹਰ ਆਇਆ, ਬਾਹਰ ਆਉਂਦੇ ਉਹਨੇ ਬੜਕ ਮਾਰੀ ਹੈ, ਉਹਨੇ ਦਲੇਰੀ ਦੇ ਨਾਲ ਗੱਲ ਕੀਤੀ ਹੈ। ਉਹਨੇ ਬਾਹਰ ਆਉਂਦੇ ਹੀ ਕਿਹਾਗਾ ਕਿ ਪੁਲਿਸ ਨਸ਼ਾ ਵਕਿਆਉਂਦੀ ਆ, ਪੁਲਿਸ ਚਿੱਟਾ ਵਕਿਆਉਂਦੀ ਆ। ਉਹਨੇ ਕਿਹਾ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਕੀਤੇ ਹੋਏ ਨੇ ਉਹ ਜਵਾਕ ਨੇ ਜਿਹੜੇ ਨਸ਼ਾ ਕਰਨ ਵਾਲੇ ਨੇ। ਕਿਸੇ ਤੋਂ 5 ਗੋਲੀਆਂ ਮਿਲ ਗਈਆਂ, ਕਿਸੇ ਤੋਂ ਮਤਲਬ ਤੋੜਾ ਮਿਲ ਗਿਆ, ਉਹ ਤਾਂ ਫੜ ਕੇ ਜੇਲ੍ਹਾਂ 'ਚ ਕੀਤੇ ਹੋਏ ਨੇ। ਜਿਹੜੇ ਵੱਡੇ ਤਸਕਰ ਨੇ ਉਹ ਜੇਲ੍ਹਾਂ ਤੋਂ ਬਾਹਰ ਨੇ ਔਰ ਉਹਨੇ ਜੇਲ੍ਹ ਤੋਂ ਬਾਹਰ ਆ ਕੇ ਮਾਨਸਾ ਦੇ SSP ਦੇ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਨੇ। ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਇਆ ਨਸ਼ੇ ਦੇ ਮਸਲੇ ਦੇ ਉੱਤੇ ਤੇ ਲਗਾਤਾਰ ਉਹ ਬੋਲ ਰਿਹਾ ਹੈ ਜੀ। ਸਿਧਾਣਾ ਪਿੰਡ 'ਚ ਨਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਕਤਲ ਕਰਤਾ ਜੀ? ਜੀ ਗਿੱਲ ਸਾਹਿਬ, ਇਹ ਸਿਧਾਣਾ ਪਿੰਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਕਮੇਟੀ ਬਣੀ ਹੋਈ ਹੈ ਔਰ ਉਸ ਕਮੇਟੀ ਦੇ ਵੱਲੋਂ ਰਾਤ ਨੂੰ ਪਹਿਰਾ ਲਾਇਆ ਜਾਂਦਾ। ਵੈਸੇ ਪੰਜਾਬ ਦੇ ਬਹੁਤ ਗਿਣਤੀ ਪਿੰਡਾਂ 'ਚ ਹੁਣੇ ਪਹਿਰੇ ਲੱਗਣ ਲੱਗ ਗਏ, ਮਾਂ ਪਿਓ ਸਤੇ ਪਏ ਆ। ਨਵਕਰਨ ਹੈਲੋ, ਲੱਗਦਾ ਜੀ ਲਾਈਨ ਕੱਟੀ ਗਈ, ਦੁਬਾਰਾ ਕਰਦੇ ਆ। ਨਵਕਰਨ ਸਿੰਘ ਪੱਤੀ ਉਹਨਾਂ ਨਾਲ ਗੱਲਬਾਤ ਉੱਥੋਂ ਹੀ ਤੋੜਦੇ ਆ। ਹਾਂਜੀ ਨਵਕਰਨ, ਹਾਂਜੀ ਪਿੰਡ ਦੇ ਵਿੱਚ ਜੀ ਸਿਧਾਣਾ ਪਿੰਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਕਮੇਟੀ ਬਣੀ ਹੋਈ ਹੈ। ਪਿੰਡ ਦੇ ਲੋਕ ਰਾਤ ਨੂੰ ਠੀਕਰੀ ਪਹਿਰਾ ਦਿੰਦੇ ਨੇ ਕਿ ਨਸ਼ਿਆਂ ਵਾਲੇ ਪਿੰਡ ਦੇ ਵਿੱਚ ਨਸ਼ਾ ਵੇਚਣ ਨਾ ਆ ਜਾਣ। ਪਤਾ ਇਹ ਲੱਗਿਆ ਕਿ ਇਸ ਦੌਰਾਨ 2 ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ। ਉਹਨਾਂ ਨੂੰ ਪਹਿਲੇ ਨਾਕੇ ਦੇ ਉੱਤੇ ਰੋਕਿਆ ਜਾਂਦਾ, ਉਹ ਰੁਕਦੇ ਨਹੀਂ, ਉਹ ਭੱਜ ਲੈਂਦੇ ਨੇ, ਮੋਟਰਸਾਈਕਲ ਟੱਕਰ ਲੈਂਦੇ ਨੇ। ਉਦੋਂ ਬਾਅਦ ਪਹਿਲੇ ਨਾਕੇ ਵਾਲੇ ਪਿੰਡ ਦੇ ਦੂਜੇ ਫਿਰਨੀ ਦੇ ਜਿਹੜਾ ਨਾਕਾ ਲੱਗਿਆ ਹੁੰਦਾ ਉੱਥੇ ਫੋਨ ਕਰਦੇ ਨੇ ਕਿ 2 ਮੋਟਰਸਾਈਕਲ ਵਾਲੇ ਆ ਗਏ, ਇਹ ਰੁਕੇ ਨਹੀਂ, ਤੁਸੀਂ ਘੇਰ ਲਓ। ਰਾਤ ਦਾ ਹਨੇਰਾ ਹੁੰਦਾ, ਉਹ ਘੇਰਨ ਲੱਗਦੇ ਨੇ ਔਰ ਜਿਹੜੀ CCTV ਫੁਟੇਜ ਸਾਹਮਣੇ ਆਈ ਆ ਉਹਦੇ 'ਚ ਇਹ ਆਇਆਗਾ ਕਿ ਘੇਰਦਿਆਂ ਦੌਰਾਨ ਆਪਸ ਦੇ ਵਿੱਚ ਹੀ ਅਣਗਹਿਲੀ ਦੇ ਨਾਲ ਜਿਹੜਾਗਾ ਉਹ ਵਿਅਕਤੀ ਦਾ ਕਤਲ ਹੋ ਜਾਂਦਾ ਹੈ। ਉਸ ਤੋਂ ਬਾਅਦ ਪਹਿਲਾਂ ਉਹ ਦੋਨੇ ਮੁੰਡਿਆਂ ਦੇ ਉੱਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਮੁੰਡਿਆਂ ਨੇ ਕਤਲ ਕੀਤਾ, ਲੇਕਿਨ ਫਿਰ ਪਤਾ ਲੱਗਿਆ ਕਿ ਉਹ ਪਿੰਡ ਦੇ ਵਿੱਚ ਨਸ਼ਾ ਵੇਚਣ ਨਹੀਂ ਸੀ ਆਏ। ਜੋ ਪੁਲਿਸ ਦਾ ਪੱਖ ਹੈਗਾ ਉਹ ਕਿਸੇ ਜੋ ਆਮ ਮਤਲਬ ਚੱਲਦਾ ਉਸ ਰੂਪ ਦੇ ਵਿੱਚ ਰਾਤ ਨੂੰ ਆਏ ਸੀ ਕਿਸੇ ਨੂੰ ਮਿਲਣ ਗਿਲਣ ਔਰ ਉਹ ਉੱਥੋਂ ਭੱਜ ਰਹੇ ਸੀ ਡਰਦੇ। ਤਾਂ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ CCTV ਫੁਟੇਜ ਦੇ ਵਿੱਚ ਇਹ ਆਇਆ ਕਿ ਨਗੈਲੀ ਦੇ ਨਾਲ ਦੇ ਸਾਥੀ ਵੱਲੋਂ ਹੀ ਉਸ ਦੇ ਸਿਰ ਦੇ ਵਿੱਚ ਜਿਹੜਾ ਰਾੜ ਵਗੈਰਾ ਵੱਜੀ, ਜਿਹਦੇ ਕਰਕੇ ਖੂਨ ਜ਼ਿਆਦਾ ਵਹਿਣ ਦੇ ਨਾਲ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਲਾਇਆ ਸੀ ਕਿਉਂਕਿ ਇੱਕੋ ਹੀ ਉਹਦਾ ਬੱਚਾ ਹੈਗਾ, ਉਹਦੀ ਸਾਂਭ ਸੰਭਾਲ ਵਾਲਾ ਵੀ ਕੋਈ ਨਹੀਂ। ਹੁਣ ਸਰਕਾਰ ਦੇ ਵੱਲੋਂ ਇਹ ਵਿਸ਼ਵਾਸ ਦਵਾ ਦਿੱਤਾ ਗਿਆ ਹੈਗਾ ਕਿ 12ਵੀਂ ਤੱਕ 9ਵੀਂ 'ਚ ਪੜ੍ਹਦਾ ਉਹਦਾ ਮ੍ਰਿਤਕ ਨੌਜਵਾਨ ਦਾ ਮੁੰਡਾ 12ਵੀਂ ਤੱਕ ਉਹਦੀ ਪੜ੍ਹਾਈ ਦਾ ਖਰਚਾ ਸਰਕਾਰ ਚੱਕੂਗੀ, 4 ਲੱਖ ਰੁਪਇਆ ਉਹਨੂੰ ਦੇਊਗੀ ਪਰਿਵਾਰ ਨੂੰ। ਉਸ ਤੋਂ ਬਾਅਦ ਹੋਰ ਵੀ ਪੈਸੇ ਨੇ ਜਿਹੜੇ ਆਰਥਿਕ ਤੌਰ ਦੇ ਉੱਤੇ ਮਦਦ ਪਰਿਵਾਰ ਦੀ ਉਹ ਹਲਕਾ ਵਿਧਾਇਕ ਵੱਲੋਂ ਕੀਤੀ ਜਾਊਗੀ ਤੇ ਇੱਕ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣ ਦਾ ਵੀ ਐਲਾਨ ਉਸ ਦੀ ਯਾਦ ਦੇ ਵਿੱਚ ਕੀਤਾ ਗਿਆ ਹੈਗਾ ਔਰ ਭਲਕੇ ਉਹਦਾ ਅੰਤਿਮ ਸੰਸਕਾਰ ਆ ਜਿਹੜਾ ਪਿੰਡ ਦੇ ਵਿੱਚ ਉਹ ਕੀਤਾ ਜਾਊਗਾ। ਤਾਂ ਨਸ਼ੇ ਪੰਜਾਬ ਦੇ ਵਿੱਚ ਅਸਲ 'ਚ ਬਹੁਤ ਹੋ ਚੁੱਕੇ ਨੇ ਜੀ, ਲੋਕਾਂ ਨੂੰ ਠੀਕਰੀ ਪਹਿਰੇ ਲਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਕੰਮ ਤਾਂ ਵੈਸੇ ਪੁਲਿਸ ਦਾ ਸਰਕਾਰ ਦਾ, ਲੇਕਿਨ ਲੋਕ ਕੰਮ ਕਰਦੇ ਨੇ, ਲੋਕਾਂ ਨੂੰ ਉਸ ਰੂਪ ਦੀ ਜਾਂ ਤਾਂ ਟ੍ਰੇਨਿੰਗ ਦੇਵੇ ਸਰਕਾਰ, ਪੁਲਿਸ ਟ੍ਰੇਨਿੰਗ ਦੇਵੇ, ਉਹਦੇ 'ਚ ਅਣਗਹਿਲੀ ਦੇ ਵਿੱਚ ਫਿਰ ਘਟਨਾਵਾਂ ਵੀ ਜਿਹੜੀਆਂ ਰਾਤ ਦੇ ਹਨੇਰੇ ਦੇ ਵਿੱਚ ਵਾਪਰ ਜਾਂਦੀਆਂ ਨੇ ਜੀ। ਅਨਮੋਲ ਗਗਨ ਮਾਨ ਮੰਤਰੀ ਨੇ ਸੈਰ ਸਪਾਟੇ ਦੇ, ਉਹ ਕਹਿੰਦੇ ਸਾਡੇ ਕਿਲੇ ਬਹੁਤ ਨੇ, ਸਾਡੇ ਝੀਲਾਂ ਬਹੁਤ ਨੇ, ਸਾਡੇ ਦਰਿਆ ਨੇ, ਸਾਡੇ ਇੱਥੇ ਇਨਵੈਸਟ ਕਰੋ ਆ ਕੇ ਦੁਨੀਆ ਤੋਂ। ਸੈਰ ਸਪਾਟਾ ਸੰਮੇਲਨ ਇਹ 'ਚ ਕੀ ਹੋ ਰਿਹਾ ਜੀ? ਜੀ ਗਿੱਲ ਸਾਹਿਬ, ਇਹ 3 ਰੋਜ਼ਾ ਸੈਰ ਸਪਾਟਾ ਸੰਮੇਲਨ ਹੈਗਾ ਜਿਹੜਾ ਉਹ ਅੱਜ ਮੋਹਾਲੀ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋਇਆ। ਕਪਲ ਸ਼ਰਮਾ ਵੀ ਉੱਥੇ ਪਹੁੰਚਿਆ, ਸਤਿੰਦਰ ਸੱਤੀ ਵੀ ਪਹੁੰਚੀ ਹੋਈ ਹੈ ਔਰ ਉੱਥੇ ਪੂਰੀ ਦੁਨੀਆ ਦੇ
ਇਨਵੈਸਟਰਾਂ ਨੂੰ ਜਿਹੜਾ ਗਾ ਉਹ ਸੱਦਾ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਓ, ਇਨਵੈਸਟ ਕਰੋ ਤੁਸੀਂ। ਔਰ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਕੇ ਉਹਨਾਂ ਦੇ ਹੱਥਾਂ 'ਚ ਟਿਫਨ ਦੇਖਣਾ ਚਾਹੁੰਦੇ ਨੇ ਤਾਂ ਜੋ ਨਸ਼ਿਆਂ ਤੋਂ ਜਿਹੜਾ ਦੂਰ ਜਾਣ। ਦੇਸ਼ ਤੇ ਵਿਸ਼ਵ ਭਰ ਤੋਂ ਆਈਆਂ ਉੱਘੀਆਂ ਹਸਤੀਆਂ ਦਾ ਅੱਜ ਸਵਾਗਤ ਕੀਤਾ ਗਿਆ ਹੈਗਾ। ਔਰ ਇਸ ਸਮਾਰੋਹ ਦੇ ਦੌਰਾਨ ਪੰਜਾਬ ਦੀ ਰੂਹ, ਮਿੱਟੀ ਤੇ ਦਿਲ ਦੇ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ। ਔਰ ਕਿਹਾ ਗਿਆ ਹੈਗਾ ਕਿ ਸੂਬੇ ਦੇ ਵਿੱਚ ਸੈਲਾਨੀ ਨੇ ਜਿਹੜੇ ਉਹ ਖਿੱਚੇ ਆਉਣਗੇ। ਭੂਗੋਲਿਕ ਪੱਖੋਂ ਵੀ ਪੰਜਾਬ ਵਰਸੋਈ ਹੋਈ ਧਰਤੀ ਹੈ। ਸੂਬਾ ਸਰਕਾਰ ਦੀ ਇੱਛਾ ਸੈਰ ਸਪਾਟਾ ਖੇਤਰ ਨੂੰ ਕਹਿੰਦੇ ਨਵੀਂ ਉਚਾਈ ਉੱਤੇ ਲੈ ਕੇ ਜਾਣ ਦੀ ਹੈਗੀ। ਔਰ ਮੁੱਖ ਮੰਤਰੀ ਨੇ ਤਾਂ ਇਹ ਵੀ ਕਿਹਾ ਕਿ ਅੰਮ੍ਰਿਤਸਰ ਸਾਹਿਬ 'ਚ ਰੋਜ਼ਾਨਾ 1 ਲੱਖ ਸ਼ਰਧਾਲੂ ਦਰਸ਼ਨਾਂ ਦੇ ਲਈ ਆਉਂਦੇ ਨੇ। ਔਰ ਪੰਜਾਬ ਸਰਕਾਰ ਦਾ ਧਿਆਨ ਪੰਜਾਬ ਦੀਆਂ ਹੋਰ ਥਾਵਾਂ ਦੇ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕਰਨ ਦੇ ਉੱਤੇ ਹੈ। ਉਹ ਕਹਿੰਦੇ ਪੰਜਾਬ ਦੇ ਹਰੇਕ ਪਿੰਡ 'ਚ ਸ਼ਹੀਦਾਂ ਦੀਆਂ ਯਾਦਗਾਰਾਂ ਨੇ ਜਿਨ੍ਹਾਂ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ 'ਚ ਦੇਸ਼ ਦੀ ਖਾਤਰ ਜਾਨਾਂ ਕੁਰਬਾਨ ਕੀਤੀਆਂ। ਸੋ ਵਾਕਈ ਜੀ ਪੰਜਾਬ ਦੇ ਵਿੱਚ ਹੈ ਤਾਂ ਗਿੱਲ ਸਾਹਿਬ ਬਹੁਤ ਕੁਛ ਹੈ। ਪੰਜਾਬ ਦੇ ਵਿੱਚ ਸਾਡੇ ਕੋਲ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ। ਪੰਜਾਬ ਦੇ ਵਿੱਚ ਦਰਿਆਵਾਂ, ਨਦੀਆਂ ਦਾ ਜਾਲ ਹੈ। ਪੰਜਾਬ ਦੇ ਵਿੱਚ ਇਤਿਹਾਸਕ ਯਾਦਗਾਰਾਂ ਨੇ। ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਖਾਂ ਸ਼ਰਧਾਲੂ ਜਿਹੜਾ ਹਰ ਰੋਜ਼ ਆਉਂਦਾ ਗਾ। ਤਾਂ ਸਾਡੀਆਂ ਤਾਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਪੰਜਾਬ ਇੱਕ ਸੈਲਾਨੀਆਂ ਦੀ ਵਧੀਆ ਥਾਂ ਗੀ ਜਿਹੜੀ ਬਣ ਸਕਦੀ, ਕਿਉਂਕਿ ਇੱਧਰੋਂ ਕਸ਼ਮੀਰ ਪੈਂਦਾ, ਇੱਧਰੋਂ ਹਿਮਾਚਲ ਪੈਂਦਾ। ਜੇ ਕੋਈ ਹਿਮਾਚਲ ਜਾਊ, ਕਸ਼ਮੀਰ ਜਾਊ ਤਾਂ ਵੀ ਪੰਜਾਬ 'ਚ ਆ ਕੇ ਰੁਕ ਸਕਦਾ, ਪੰਜਾਬ ਨੂੰ ਵੀ ਦੇਖ ਸਕਦਾ। ਤੋ ਇਹ ਵੱਡੀ ਗੱਲ ਹੈਗੀ। ਤੋ ਇਸ ਪਾਸੇ ਜੇ ਸਰਕਾਰ ਤੁਰੇ ਸੱਚੀ-ਮੁੱਚੀ ਇਸ, ਕਿਉਂਕਿ ਉਹਦੇ ਲਈ ਇੱਕ ਮਾਹੌਲ ਬਣਾਉਣਾ ਪਊਗਾ ਤੁਹਾਨੂੰ। ਨਹੀਂ ਤਾਂ ਪੰਜਾਬ ਦੇ ਵਿੱਚ ਇਨਵੈਸਟਰ ਤਾਂ ਪਹਿਲਾਂ ਹੀ ਬਹੁਤ ਆਏ ਨੇ। ਕਹਿੰਦੇ ਪੁਰਾਣੀਆਂ ਸਰਕਾਰਾਂ ਕਹਿੰਦੇ ਸਾਡਾ ਹਿੱਸਾ ਰੱਖ ਲਓ ਜੀ। ਔਰ ਬਹੁਤ ਸਾਰੇ ਇੱਥੋਂ ਤਾਂ ਚਲੇ ਗਏ ਨੇ ਇਨਵੈਸਟਰ ਪੰਜਾਬ ਦੇ ਵਿੱਚੋਂ ਆਪਦਾ ਟਿੰਡ ਫੋੜੀ ਚੱਕ ਕੇ ਸਰਕਾਰਾਂ ਧੋਕੇ ਹੋਏ। ਦੂਸਰਾ ਮਾਹੌਲ ਬਣਾਉਣਾ ਪਊ ਪੰਜਾਬ ਦੇ ਵਿੱਚ। ਜੇ ਹੁਣ ਨਸ਼ਿਆਂ ਦੀ ਦਲਦਲ 'ਚ ਪੰਜਾਬ ਡੁੱਬ ਰਿਹਾ, ਅਸੀਂ ਪੰਜਾਬ ਖਾਲੀ ਹੋ ਰਿਹਾ ਜੀ, ਇਹ ਵੀ ਪ੍ਰਵਾਸ ਦਾ ਮਸਲਾ ਹੀ ਵੱਡਾ ਮਸਲਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਸੰਬੋਧਨ ਹੋ ਕੇ ਹੀ ਇੱਥੇ ਇਨਵੈਸਟਰ ਆਉਣਗੇ ਜੀ। RSS ਦੇ ਮੁਖੀ ਮੋਹਨ ਭਾਗਵਤ ਪੰਜਾਬ ਆਏ ਹੋਏ ਨੇ, ਕੀ ਕਹਿ ਰਹੇ ਨੇ? ਵੱਡੀ ਗੱਲ ਹੈ ਜੀ। ਮੋਹਨ ਭਾਗਵਤ ਚੁੱਪ ਚਪੀਤੇ ਪੰਜਾਬ ਆਏ ਔਰ ਉਹ ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਭੈਣੀ ਸਾਹਿਬ ਪਹੁੰਚੇ। ਉੱਥੇ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਉਸ ਸਮਾਗਮ ਦੇ ਵਿੱਚ ਜਿਹੜਾ ਸਿਮਰਤੀ ਸਮਾਗਮ ਰੱਖਿਆ ਗਿਆ ਉਹ 'ਚ ਸ਼ਮੂਲੀਅਤ ਕੀਤੀ। ਔਰ ਉੱਥੇ ਮੋਹਨ ਭਾਗਵਤ ਨੇ ਕਿਹਾ ਕਿ ਆਜ਼ਾਦੀ ਦਾ ਮੁੱਢ ਸਤਿਗੁਰੂ ਰਾਮ ਸਿੰਘ ਨੇ ਬੰਨਿਆ। ਵਾਕਈ ਕੂਕਾ ਅੰਦੋਲਨ ਇੱਕ ਇਤਿਹਾਸਕ ਅੰਦੋਲਨ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਇਹ RSS ਦਾ ਨਾਲ ਨੇੜਤਾ ਕਰਕੇ ਉਦੈ ਸਿੰਘ ਚੱਲ ਰਿਹਾ। ਔਰ ਜਿਸ ਪਾਸੇ ਨੂੰ ਭੈਣੀ ਸਾਹਿਬ ਅੱਜ ਜਾ ਰਿਹਾ, ਮੋਹਨ ਭਾਗਵਤ ਦੇ ਬਾਰ-ਬਾਰ ਗੇੜੇ ਵੱਜ ਰਹੇ ਨੇ। ਅਸਲ 'ਚ BJP ਤੇ RSS ਦਾ ਪੰਜਾਬ ਤੇ ਪੂਰਾ ਜ਼ੋਰ ਲੱਗਿਆ ਹੋਇਆ ਜੀ। ਔਰ ਉਹਦਾ ਹੀ ਮਸਲਾ ਹੈਗਾ ਕਿ ਮੋਹਨ ਭਾਗਵਤ ਪੰਜਾਬ ਆਇਆ। ਭਾਜਪਾ ਦੇ ਕਿਸੇ ਆਗੂ ਨੂੰ ਨਹੀਂ ਦੱਸਿਆ ਗਿਆ ਕਿ ਮੋਹਨ ਭਾਗਵਤ ਪੰਜਾਬ ਹੈ। ਮੋਹਨ ਭਾਗਵਤ ਦੇ ਆਉਣ ਤੋਂ ਪਹਿਲਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਪੂਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ। ਇੱਕ ਵੱਡੀ ਸੁਰੱਖਿਆ ਛਤਰੀ ਤਹਿਤ ਜਿਹੜਾ ਗਾ ਉਹਨੂੰ ਮਾਧਵ ਭਵਨ ਲਿਆਂਦਾ ਗਿਆ। ਉੱਥੇ ਉਹ ਰਾਤ ਰੁਕਿਆ, ਫਿਰ ਸਵੇਰੇ ਭੈਣੀ ਸਾਹਿਬ ਆਇਆ। ਭੈਣੀ ਸਾਹਿਬ ਤੋਂ ਵਾਪਸ ਜਾਣ ਸਮੇਂ ਉਹ ਫਿਰ ਮਾਧਵ ਭਵਨ ਪਹੁੰਚਿਆ, ਫਿਰ ਰੇਲਵੇ ਸਟੇਸ਼ਨ ਰਾਹੀਂ ਰਵਾਨਾ ਹੋਇਆ। ਮੋਹਨ ਭਾਗਵਤ ਦੇ ਦੌਰੇ ਨੂੰ ਭਾਜਪਾ ਤੇ ਪੰਜਾਬ ਦੇ RSS ਆਗੂਆਂ ਤੋਂ ਬਿਲਕੁਲ ਪਾਸੇ ਰੱਖਿਆ ਗਿਆ। ਉਧਰ ਮੈਨੂੰ ਪਤਾ ਲੱਗਿਆ ਕਿ ਮਨੋਹਰ ਲਾਲ ਖੱਟਰ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਹੈ, ਉਹ ਵੀ ਡੇਰਾ ਬਿਆਸ ਪਹੁੰਚਿਆ ਔਰ ਉੱਥੇ ਉਹਨੇ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ। ਉਹਨੇ ਵੀ ਖਾਸਾ ਵਕਤ ਹੈਗਾ ਜਿਹੜਾ ਉੱਥੇ ਬਿਤਾਇਆ। ਦੋਨੇ ਚੀਜ਼ਾਂ ਨੂੰ ਜੇ ਕੋਲਰੇਟ ਕਰਕੇ ਦੇਖੀਏ ਤਾਂ ਗਿੱਲ ਸਾਹਿਬ ਗੱਲ ਸਮਝ ਆਉਂਦੀ ਆ ਕਿ BJP ਔਰ RSS ਦਾ ਜ਼ੋਰ ਪੰਜਾਬ ਦੇ ਉੱਤੇ ਲੱਗਿਆ। ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਡੇਰੇ ਨੇ, ਧਾਰਮਿਕ ਸਥਾਨ ਨੇ, ਸੰਪਰਦਾਵਾਂ ਨੇ, ਉਹਨਾਂ ਨੂੰ ਅਸਲ ਦੇ ਵਿੱਚ ਕੰਟਰੋਲ ਦੇ ਵਿੱਚ ਲੈ ਕੇ ਆਪਦੇ ਨਾਲ ਲੈ ਕੇ ਫਿਰ ਇਸ ਪਾਸੇ ਨੂੰ ਤੁਰਿਆ ਜਾਵੇ। ਤੇ ਉਹਨਾਂ ਦਾ ਜ਼ੋਰ SGPC ਵਾਲੇ ਪਾਸੇ ਨੂੰ ਵੀ ਹੈ। ਹਰਿਆਣਾ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਮਤਲਬ ਆਪਣਾ ਗਲਬਾ ਇੱਕ ਹਿਸਾਬ ਦਾ ਸਥਾਪਿਤ ਕਰ ਲਿਆ। ਮਨਜਿੰਦਰ ਸਿਰਸਾ ਵੀ ਆਪਣੇ ਢੰਗ ਨਾਲ ਲੱਗਿਆ ਹੋਇਆ। 2024 ਤੋਂ ਪਹਿਲਾਂ ਪੰਜਾਬ ਦੇ ਸਮੀਕਰਨਾਂ ਨੂੰ ਬਦਲਣ ਦੀ ਕੋਸ਼ਿਸ਼ ਦੇ ਵਿੱਚ RSS ਪੂਰੀ ਤਰ੍ਹਾਂ ਲੱਗੀ ਹੋਈ ਨਜ਼ਰ ਆ ਰਹੀ ਹੈ ਜੀ। ਜੋੜੀ ਜਿਹੜੀ ਆ ਭਗਵੰਤ ਮਾਨ ਉਹਨਾਂ ਦੀ ਤੇ ਗੌਰਵ ਯਾਦਵ DGP ਦੀ, ਉਹ ਬੜੀ ਕਾਇਮ ਹੈ। ਕਰਪਸ਼ਨ ਦੇ ਕੋਈ ਦੋਸ਼ ਨਹੀਂ। ਸਰਕਾਰ ਚਲਾਉਣ ਦੇ ਵਿੱਚ ਗੌਰਵ ਯਾਦਵ ਦਾ ਬਹੁਤ ਵੱਡਾ ਹੱਥ ਹੈ, ਦੋਨਾਂ ਦੀ ਬਣੀ ਹੋਈ ਹੈ। ਹੁਣ ਜਿਹੜੇ ਭਾਸ਼ਣ ਦੇ ਵਿੱਚ ਉਹਨੇ ਰਾਜੇ ਵੜਿੰਗ ਨੂੰ ਕਿਹਾ, ਕਹਿੰਦਾ ਫਾਈਲ ਦੱਸਾਂ ਕਿਹੜੀ, ਜਿਹੜੀ ਚੱਕਦਾ ਉਹਦੇ 'ਚ ਘਟਾਲਾ, ਜਿਹੜੀ ਚੱਕਦਾ ਘਟਾਲਾ। ਉਹ ਕਹਿੰਦਾ ਵੀ ਦੁਨੀਆ ਸਾਰੇ ਭਾਰਤ 'ਚੋਂ ਬੱਸਾਂ ਦੀਆਂ ਬਾਡੀਆਂ ਸਰਹੰਦ ਲੱਗਦੀਆਂ, ਸਾਡੇ ਵਾਲੇ
ਜਿਹੜੇ ਨੇ ਉਹ ਗੰਗਾ ਆਪਣੇ ਹਰਿਆਣੇ 'ਚ ਭੇਜ ਰਹੇ ਸੀ। ਸੋ ਵੜਿੰਗ ਨੂੰ ਘੇਰ ਲਿਆ ਫਿਰ। ਵਾਕਈ ਜੀ ਇਹ ਗੱਲ ਦਰੁਸਤ ਹੈ। ਸਾਡੇ ਤੇ ਭਦੌੜ ਵੀ ਲੱਗਦੀਆਂ, ਗੋਬਿੰਦ ਬਾਡੀ ਬਿਲਡਰ ਦੂਰੋਂ ਦੂਰੋਂ ਆਉਂਦੇ ਆ ਲੋਕ ਭਦੌੜਾਂ ਤੋਂ ਬਾਡੀਆਂ ਲਵਾਉਣ, ਲੇਕਿਨ ਇਹ ਰਾਜਸਥਾਨ ਲੈ ਗਿਆ ਬੱਸਾਂ ਦੀਆਂ ਬਾਡੀਆਂ ਰਾਜਾ ਵੜਿੰਗ ਲਵਾਉਣ। ਹੁਣ ਇਹ ਪਿਛਲੇ ਸਮੇਂ ਤੋਂ ਗਿੱਲ ਸਾਹਿਬ ਗੱਲ ਤਾਂ ਇਹ ਚੱਲਦੀ ਆ ਰਹੀ ਹੈ ਜਿਹੜੀ ਮਨਪ੍ਰੀਤ ਬਾਦਲ ਨੇ ਵੀ ਕਹੀ ਸੀ। ਮਨਪ੍ਰੀਤ ਬਾਦਲ ਕਹਿੰਦਾ ਲੈ ਕੇ ਟੋਪੀ ਰਾਜਾ ਵੜਿੰਗ ਭਗਵੰਤ ਮਾਨ ਦੇ ਪੈਰੀਂ ਹੱਥ ਜਾ ਕੇ ਲਾਇਆ ਆ, ਕਹਿੰਦਾ ਜੀ ਬਖਸ਼ੋ। ਹੁਣ ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਨਹੀਂ ਆਪਾਂ ਨੂੰ ਪਤਾ, ਪਰ ਇੱਕ ਗੱਲ ਹੈਗੀ ਆ ਕਿ ਸਾਲ ਸਵਾ ਸਾਲ ਹੋ ਗਿਆ ਰਾਜਾ ਵੜਿੰਗ ਮਾਨ ਕਰੀ ਘੱਟ ਹੀ ਝਾਕੇ ਅੱਖਾਂ ਕੱਖਾਂ ਪਾ ਕੇ, ਹਾਲਾਂਕਿ ਉਹ ਵਿਰੋਧੀ ਧਿਰ ਦੀ ਪਾਰਟੀ ਦਾ ਵੱਡਾ ਲੀਡਰ ਹੈਗਾ। ਔਰ ਭਗਵੰਤ ਮਾਨ ਨੇ ਵੀ ਭਾਰਤ ਭੂਸ਼ਣ ਆਸ਼ੂ ਤੋਂ ਲੈ ਕੇ ਉਹ ਖਾਲਸਾ ਉਪ ਮੁੱਖ ਮੰਤਰੀ ਓਪੀ ਸੋਨੀ ਤੱਕ ਸਾਰਿਆਂ ਦੇ ਮਗਰ ਵਿਜੀਲੈਂਸ ਪਾਈ ਰੱਖੀ, ਲੇਕਿਨ ਰਾਜਾ ਵੜਿੰਗ ਅਜੇ ਤੱਕ ਪਾਸੇ ਸੀ। ਹੁਣ ਜਿੱਦਾਂ ਦਾ INDIA ਇੰਡੀਆ ਗੱਠਜੋੜ ਬਣਿਆ ਉਦੋਂ ਦਾ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਨਾਲ ਰਲ ਕੇ ਕਹਿ ਰਿਹਾ ਸੀ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਰਲ ਕੇ ਚੋਣ ਲੜਨੀ। ਹੁਣ ਭਗਵੰਤ ਮਾਨ ਨੇ ਘੁਰਕੀ ਮਾਰੀ ਨਜ਼ਰ ਆ ਰਹੀ ਆ। ਹੁਣ ਭਗਵੰਤ ਮਾਨ ਨੇ ਉਹ ਫਾਈਲ ਚੱਕ ਲਈ, ਫਾਈਲ ਦੇ ਵਿੱਚ ਕਥਿਤ ਘਟਾਲਾ ਜਿਹੜਾ ਉਹ ਹੋਇਆ ਦੱਸਿਆ ਜਾਂਦਾ ਕਿ ਰਾਜਾ ਵੜਿੰਗ ਤੇ ਦੋਸ਼ ਲੱਗਿਆ ਕਿ ਉਹਨੇ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਜ਼ ਲਵਾ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਕਥਿਤ ਤੌਰ ਦੇ ਉੱਤੇ ਪੈਸੇ ਇਕੱਠੇ ਕੀਤੇ ਨੇ। ਔਰ ਇਹ ਘਟਾਲੇ ਦੇ ਵੇਰਵੇ ਭਗਵੰਤ ਮਾਨ ਕਹਿੰਦਾ ਮੈਂ ਜਲਦੀ ਨਸ਼ਰ ਕਰੂੰਗਾ। ਇਹ ਕਥਿਤ ਘਪਲਾ ਜਿਹੜਾ ਉਹ ਕਾਂਗਰਸ ਸਰਕਾਰ ਸਮੇਂ ਜਦੋਂ ਨਵਜੋਤ ਸਿੰਘ ਸਿੱਧੂ ਦੀ ਮਿਹਰਬਾਨੀ ਨਾਲ ਇਹਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ ਉਸ ਵੇਲੇ ਦਾ ਹੈਗਾ। ਉਹ ਕਹਿੰਦੇ ਬੋਤ ਇਹਦੇ ਚੋਂ ਵੀ ਖਾਸੀ ਆਉਂਦੀ ਆ ਘਟਾਲੇ ਦੀ ਰਾਜੇ ਵੜਿੰਗ ਵਾਲੇ ਟਰਾਂਸਪੋਰਟ ਮਹਿਕਮੇ ਚੋਂ ਜੀ। ਇਹ ਸੰਤ ਦਿਆਲ ਦਾਸ ਦਾ ਜਿਹੜਾ ਕਤਲ ਹੋਇਆ ਸੀ ਉਹਦਾ ਜਿਹੜਾ ਗ੍ਰਿਫਤਾਰ ਕੀਤਾ ਸੀ ਬਾਬਾ ਜਰਨੈਲ ਸਿੰਘ ਉਹ ਵੀ ਮਾਰਿਆ ਗਿਆ ਜੀ ਗਿੱਲ ਸਾਹਿਬ। ਉਹ ਜੇਲ੍ਹ ਦੇ ਵਿੱਚ ਕਹਿੰਦੇ ਉਹਦੀ ਹਾਲਤ ਵਿਗੜ ਗਈ ਔਰ ਹਾਲਤ ਵਿਗੜਨ ਤੋਂ ਬਾਅਦ ਉਹਨੂੰ ਹਸਪੀਟਲ ਲਿਆਂਦਾ ਗਿਆ ਜੇਲ੍ਹ ਤੋਂ, ਜਿੱਥੇ ਉਹਦੀ ਮੌਤ ਹੋ ਗਈ। ਹੁਣ ਇਹ ਮਸਲੇ ਗੰਭੀਰ ਹੈ ਕਿਉਂਕਿ ਇਹਦੇ 'ਚ ਪੁਲਿਸ ਦੀ ਇਨਵੋਲਵਮੈਂਟ ਵੀ ਸੀਗੀ। 1 ਕਰੋੜ ਰੁਪਇਆ ਰਿਸ਼ਵਤ ਦੇਣ ਦੀ ਗੱਲ ਚੱਲੀ ਸੀ ਕਿਉਂਕਿ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਦੇ ਵਿੱਚ 4 ਸਾਲ ਪਹਿਲਾਂ ਸੰਤ ਦਿਆਲ ਦਾਸ ਦਾ ਕਤਲ ਹੋਇਆ ਸੀ ਔਰ ਕਤਲ ਤੋਂ ਬਾਅਦ 3 ਸਾਲ ਇਹ ਮਸਲਾ ਚੁੱਪ-ਚਾਪ ਰਿਹਾ। ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ ਬਾਬਾ ਜਰਨੈਲ ਦਾਸ ਔਰ ਬਾਬਾ ਜਰਨੈਲ ਦਾਸ ਹਫ਼ਤੇ ਕੁ ਬਾਅਦ ਹੀ ਜੇਲ੍ਹ ਦੇ ਵਿੱਚ ਸਿਹਤ ਵਿਗੜਨ ਤੋਂ ਬਾਅਦ ਮਾਰਿਆ ਗਿਆ, ਮੌਤ ਹੋ ਗਈ ਉਹਦੀ। ਔਰ ਇਹਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀਗਾ। ਇਹਨੂੰ ਕਤਲकांड ਚੋਂ ਬਚਾਉਣ ਲਈ ਪੰਜਾਬ ਪੁਲਿਸ ਨੇ ਕਥਿਤ ਤੌਰ ਦੇ ਉੱਤੇ 1 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਕਹਿੰਦੇ 2 ਸਾਲ ਤੋਂ ਹੁਣ ਮਗਰੋਂ ਪੁਲਿਸ ਦੇ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਵੀ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਬਾ ਜਰਨੈਲ ਦਾਸ ਇਸ ਵਕਤ ਫਿਰੋਜ਼ਪੁਰ ਜੇਲ੍ਹ 'ਚ ਬੰਦ ਸੀ। ਉਹਨੂੰ ਸਿਹਤ ਖਰਾਬ ਹੋਣ ਮਗਰੋਂ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਹਦੀ ਹਾਲਤ ਵਿਗੜਦੀ ਗਈ, ਉੱਥੇ ਉਹਦੀ ਮੌਤ ਆ ਜਿਹੜੀ ਉਹ ਹੋਈ ਹੈ। ਸੋ ਇਹ ਖਾਸੇ ਸਵਾਲ ਆ ਜਿਹੜੇ ਉਹ ਖੜੇ ਹੁੰਦੇ ਨੇ ਜੀ। ਲਓ ਜੀ, ਬਾਕੀ ਫਿਰ ਗੱਲਾਂ ਕੱਲ ਨੂੰ ਹੋਰ, ਤੇ ਆਪਣਾ ਖਿਆਲ ਰੱਖਿਓ। ਧੰਨਵਾਦ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ ਨਵਕੇਂਦਰ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ। ਵੀਕਐਂਡ ਤੇ ਬੜੇ ਰੁਝੇਵੇਂ ਰਹੇ। ਸੈਟਰਡੇ ਡਾਕਟਰਾਂ ਨੇ ਇੱਕ ਜਿਹੜੀ ਰੈਂਡੀ ਗਿੱਲ ਹੋਣੀ ਆਏ ਕੇ ਗਏ ਸੀ ਆਪਣੇ ਪ੍ਰੋਗਰਾਮ 'ਚ ਦੱਸਿਆ ਸੀ ਵੀ ਸਰੀ ਦੇ ਵਿੱਚ ਕੀ ਹੋ ਰਿਹਾ, ਸਿਹਤ ਸੰਬੰਧੀ ਜਾਣਕਾਰੀ ਦੇਣ ਉਹ ਆਏ ਸੀ। ਇਸ ਵਿੱਚ ਸੇਵਾਵਾਂ ਕਿਵੇਂ ਘੱਟ ਹੋ ਰਹੀਆਂ ਨੇ। ਇੱਕ ਡਾਕਟਰ ਜਿਸ ਦਾ ਉੱਥੇ ਹੀ ਕੰਮ ਕਰਦਾ ਹਾਰਟ ਅਟੈਕ ਹੋ ਗਿਆ ਪਰ ਉਹਨੂੰ ਸਾਂਭਿਆ ਨਾ ਗਿਆ, ਉਹਨੂੰ ਰਾਇਲ ਕੋਲੰਬੀਆ 'ਚ ਭੇਜਿਆ ਗਿਆ। ਉਸਨੇ ਉਸਦੀ ਸੁਪਤਨੀ ਨੇ ਇਹ ਗੱਲਬਾਤ ਸੁਣਾਈ ਤੇ ਇਕੱਠ ਜਿੰਨਾ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਹੋਇਆ, ਪਰ ਜਾਣਕਾਰੀ ਡਾਕਟਰਾਂ ਨੇ ਇਦੋਂ ਵੱਧ ਹੁਣ ਕੁਝ ਨਹੀਂ ਹੋ ਸਕਦਾ। ਡਾਕਟਰ ਖੁਦ ਦੱਸ ਰਹੇ ਨੇ ਵੀ ਹੋ ਕੀ ਰਿਹਾ। ਤੁਸੀਂ ਇਹ ਵੇਖੋ, ਮੈਂ ਨਹੀਂ ਕਹਿੰਦਾ ਵੈਨਕੂਵਰ 'ਚ ਨਾ ਹੋਣ, ਪਰ ਵੈਨਕੂਵਰ ਦੇ ਵਿੱਚ VGH ਤੋਂ 8-10 ਮਿੰਟ ਦੀ ਡਰਾਈਵ 'ਤੇ ਸੇਂਟ ਪੌਲ ਬਣ ਰਿਹਾ। ਪਹਿਲਾਂ ਵੀ ਚੱਲ ਰਿਹਾ, ਨਵਾਂ ਵੀ ਬਣ ਰਿਹਾ, ਹਲੇ ਨੇ ਬਣਾ ਦੇਣਾ। ਅਤੇ ਇੱਥੇ ਹਲੇ ਦੰਦ ਘਸਾਈ ਹੋ ਰਹੀ ਹੈ। ਕਰ ਦਿਆਂਗੇ, ਕਰਾਂਗੇ, ਕਰਦੇ ਸੀ। ਪਹਿਲੀ ਸਰਕਾਰ ਨੇ ਨਹੀਂ ਕੀਤਾ। 7 ਸਾਲ ਹੋ ਗਏ ਇਹਨਾਂ ਨੂੰ। ਪਹਿਲਿਆਂ ਦੇ ਹਾਲੇ ਵੀ ਗੁਣ ਗਾਉਣ ਕਰਦੇ ਆ। ਇਹੋ ਜਿਹੀਆਂ ਰੈਲੀਆਂ ਜਿਹੜੀਆਂ ਨੇ ਇਹ ਰਾਜਨੀਤਿਕ ਧਿਰਾਂ ਤੋਂ ਪਰਾਂ ਰਹਿਣ ਅਤੇ ਲੋਕਾਂ ਦਾ ਭਲਾ ਹੋ ਜਾਵੇ। ਰਾਜਨੀਤਿਕ ਧਿਰਾਂ ਕਰਕੇ ਹੀ ਤਾਂ ਰੈਲੀਆਂ ਹੋ ਰਹੀਆਂ ਨੇ।
ਇੱਕ ਉੱਤਰ ਕਾਟੋ ਮੈਂ ਚੜ੍ਹਾਂ ਦੂਜਾ ਚੜ੍ਹਨ ਨੂੰ ਤਿਆਰ ਹੈ ਤੇ ਉਹ ਪਰਾਂ ਰਹਿਣ ਇਹਦੇ ਤੋਂ, ਆਰਗੇਨਾਈਜ਼ਰਸ ਇਸ ਦਾ ਖਿਆਲ ਰੱਖਣ ਤੇ ਫਿਰ ਲੋਕ ਜੁੜਨਗੇ ਨਾਲ, ਇਸ ਦੇ ਬਾਰੇ ਆਉਣਗੇ ਲੋਕ। ਇਸ ਤਰ੍ਹਾਂ ਨਹੀਂ ਹੈ। ਅੱਗੇ ਆਮ ਰੈਲੀਆਂ ਇਕੱਠ ਕਰਾਇਆ ਜਾਂਦਾ ਲੋਕਾਂ ਨੂੰ ਗਰਮੈਸ਼ ਕਰਕੇ, ਪਰ ਉਹਨੂੰ ਰਾਜਨੀਤਿਕ ਬੰਦਿਆਂ ਦੇ ਹੱਥ ਦੇ ਦਿੰਦਾ, ਪ੍ਰਬੰਧਕ ਵਿਕ ਜਾਂਦੇ ਨੇ ਪਹਿਲਾਂ ਹੀ, ਬਈ ਆ ਜਿਓ, ਐ ਬਣਿਆ ਬਣਾਈ ਥਾਲੀ 'ਚ ਰੱਖ ਕੇ ਤੁਹਾਨੂੰ ਫੜਾ ਦੇਣਾ। ਸੋ ਇਹਦਾ ਖਿਆਲ ਰੱਖਣ ਦੀ ਲੋੜ ਹੈ। ਲੋਕ ਜਾਣਗੇ ਪਰ ਲੋਕ ਕਿਸੇ ਧਿਰ ਵਾਲੇ ਪਾਸੇ ਨਹੀਂ ਜਾਣਗੇ, ਲੋਕ ਆਪਣੀਆਂ ਮੁਸ਼ਕਲਾਂ ਦਾ ਹੱਲ ਭਾਲਦੇ ਆ। ਇਹਦੇ 'ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਲਵਾਰ ਜਾਂ ਬੁੱਧਵਾਰ ਆਪਾਂ ਇੱਕ ਟਾਕ ਸ਼ੋਅ ਵੀ ਕਰਾਂਗੇ, ਕੁਛ ਅੰਕੜੇ ਮੈਂ ਤੁਹਾਡੇ ਪੇਸ਼ ਕਰਾਂਗਾ ਵੀ ਹੋ ਕੀ ਰਿਹਾ। ਦੂਜਾ ਜਿਹੜੀ ਵੱਡੀ ਖਬਰ ਹੈ ਉਹ ਇਹ ਸੀ ਵੀ ਕੱਲ੍ਹ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਸਰੀ ਡੈਲਟਾ 'ਚ ਵਿੱਚ ਜਿਹੜਾ 6 ਫਾਰ ਜਸਟਿਸ ਵੱਲੋਂ ਔਰਗੇਨਾਈਜ਼ ਕੀਤਾ ਹੋਇਆ, ਬਾਕੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਪੰਜਾਬ ਇੰਡੀਪੈਂਡੈਂਸ ਦੇ ਨਾਂ ਦੇ ਥੱਲੇ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਹੋਇਆ। ਕਮਿਸ਼ਨ ਦੇ ਥੱਲੇ ਉਹ ਰੈਫਰੈਂਡਮ ਕਰਾ ਰਹੇ ਨੇ। ਰੈਫਰੈਂਡਮ ਦੇ ਵਿੱਚ ਹਾਂ ਜਾਂ ਨਾ ਦੇ ਵਿੱਚ ਤੁਸੀਂ ਵੋਟ ਪਾ ਸਕਦੇ ਹੋ। ਇੱਕ ਅੰਕੜਾ ਇਕੱਠਾ ਕਰ ਰਹੇ ਨੇ। ਅੰਕੜਾ ਇਕੱਠਾ ਕਰਕੇ ਉਹ ਫਿਰ ਕਹਿੰਦੇ ਅਸੀਂ ਯੂਨਾਈਟਿਡ ਨੇਸ਼ਨ ਨੂੰ ਵੋਟਾਂ ਪਵਾ ਕੇ ਉਹਨਾਂ ਦੇ ਧਿਰ ਦੇ ਤੌਰ 'ਤੇ ਕਿ ਅਸੀਂ ਪੰਜਾਬ ਦੀ ਆਜ਼ਾਦੀ ਦੇ ਲਈ ਅਸੀਂ ਆਪਣੀ ਗੱਲ ਕਰਨੀ ਚਾਹੁੰਦੇ ਹਾਂ। ਇਹ 6 ਫਾਰ ਜਸਟਿਸ ਨੇ ਇਨੀਸ਼ੀਏਟਿਵ ਲਿਆ ਹੋਇਆ। ਉਹਦਾ ਵਿੱਚ ਬੜਾ ਵੱਡਾ ਇਕੱਠ ਸੀ। ਪ੍ਰਬੰਧਕਾਂ ਨੇ ਜਿਹੜਾ ਦੱਸਿਆ ਵੀ 1,35,000 ਕੱਲ੍ਹ ਵੋਟ ਪਈ ਆ। ਹਾਂ ਜਾਂ ਨਾ ਉਹਦਾ ਤਾਂ ਰਿਜ਼ਲਟ ਆਵੇਗਾ ਜਦੋਂ ਦੱਸਣਗੇ ਕਦੇ, ਪਰ ਇੰਨੀ ਵੋਟ ਪਈ। ਸਕਾਟ ਰੋਡ ਤੋਂ ਘੁੰਮ ਕੇ 72 ਤੋਂ ਆ ਕੇ ਟਿਮ ਹਾਰਟਨ 1.5 ਕਿਲੋਮੀਟਰ ਦੀ ਲਾਈਨ ਸੀ ਤੇ 2.5 ਘੰਟੇ ਦੀ ਵੇਟ ਸੀ, ਪਰ ਬਹੁਤ ਵੱਡੀ ਲਾਈਨ ਸੀ। ਨਾਲ ਉਹ 6 ਫਾਰ ਜਸਟਿਸ ਇਸ ਨੂੰ ਲਾਈਵ ਟੈਲੀਕਾਸਟ ਵੀ ਕਰ ਰਿਹਾ ਸੀ। ਲੋਕ ਸਵਾਲ ਪੁੱਛ ਰਹੇ ਸੀ, ਦੱਸ ਰਹੇ ਸੀ, ਪਰ ਕੋਈ ਬਿਨਾਂ ਡਰ ਭੈ ਤੋਂ ਕਹਿ ਰਹੇ ਸੀ ਅਸੀਂ ਖੜ੍ਹੇ ਹਾਂ ਇੱਥੇ ਵੋਟ ਪਾਉਣ ਲਈ। ਅਤੇ ਉਹਦੇ ਵਿੱਚ ਇਹ ਨਹੀਂ ਸੀ ਕੋਈ ਬਈ ਸਾਰੇ ਦਸਤਾਰਧਾਰੀ ਸੀ, ਸਾਰੇ ਜਿਹੜੇ ਸੀ ਸਾਬਤ ਸੂਰ ਸੀ। ਰੋਡੇ ਮੁੰਡੇ ਬਹੁਤ ਸੀ, ਬੀਬੀਆਂ ਬਹੁਤ ਸੀ, ਬਜ਼ੁਰਗ ਬਹੁਤ ਸੀ, ਬੱਚੇ ਬਹੁਤ ਸੀ। ਅਤੇ ਜਿਹੜੇ ਸੇਵਾਦਾਰ ਨੇ ਉਹ ਲਗਾਤਾਰ ਉਹਨਾਂ ਦੀ ਲਾਈਨ 'ਚ ਖੜਿਆਂ ਦੀ ਕਰ ਰਹੇ ਸੀ। 1,35,000 ਪ੍ਰਬੰਧਕਾਂ ਨੇ ਕਿਹਾ ਵੋਟਾਂ ਪਈਆਂ ਨੇ। ਉਦਣ ਕੱਲ੍ਹ ਪੂਰੀਆਂ ਨਹੀਂ ਹੋਈਆਂ, ਦੁਬਾਰਾ 29 ਅਕਤੂਬਰ ਨੂੰ ਕਹਿੰਦੇ ਫੇਰ ਪਵਾਵਾਂਗੇ। ਸੋ ਬਾਕੀ ਸਮਾਂ ਦੱਸੇਗਾ ਜਦ ਇਹਦੇ ਰਿਜ਼ਲਟ ਆਉਣਗੇ ਵੀ ਕੀ ਰਿਜ਼ਲਟ ਨੇ, ਹਾਂ ਜਾਂ ਨਾ, ਅਤੇ ਇਹ ਕਿੰਨਾ ਕੁ ਜਿਹੜਾ ਇਹਦਾ ਵਜ਼ਨ ਹੋਏਗਾ ਯੂਨਾਈਟਿਡ ਨੇਸ਼ਨ ਦੇ ਵਿੱਚ, ਇਸ ਨੂੰ ਕਿਸ ਤਰ੍ਹਾਂ ਉਹ ਪ੍ਰੈਜ਼ੈਂਟ ਕਰਨਗੇ। ਇਹ ਤਾਂ ਜਦ ਇਹ ਕੰਪਲੀਟ ਹੋ ਜਾਏਗੀ ਰੈਫਰੈਂਡਮ, ਹਾਲੇ ਹੋਰ ਪਤਾ ਨਹੀਂ ਕਿਹੜੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਕਰਾਉਣਾ, ਉਸ ਤੋਂ ਬਾਅਦ ਅੱਗੇ ਗੱਲ ਹੋਏਗੀ। ਪਰ ਕੱਲ੍ਹ ਇਕੱਠ ਬਹੁਤ ਵੱਡਾ ਸੀ, ਬਾਹਰੋਂ ਬਹੁਤ ਲੋਕ ਆਏ ਹੋਏ ਸੀ, ਅਮਰੀਕਾ ਵਾਲੇ ਪਾਸਿਓਂ, ਇੰਟੀਰੀਅਰ BC ਦੇ ਵਿੱਚੋਂ ਵੱਡਾ ਇਕੱਠ ਸੀ। ਗੱਡੀਆਂ ਖੜ੍ਹਨ ਨੂੰ ਸੈਟਰਡੇ ਜਗ੍ਹਾ ਨਹੀਂ ਸੀ। ਸੋ ਉੱਧਰ ਟਰੂਡੋ ਹੋਣੀ ਇਸੇ ਸਮੇਂ G20 'ਚ ਗਏ ਸੀ। ਉੱਥੇ ਪੁੱਛ ਪ੍ਰਤੀਤ ਟਰੂਡੋ ਹੋਣਾ ਦੀ ਬਾਹਲੀ ਹੋਈ ਨਾ, ਬਾਕੀ ਵੱਡੇ ਲੀਡਰ 18-19 ਠਹਾਕੇ ਮਾਰਦੇ ਰਹੇ। ਟਰੂਡੋ ਆਈਸੋਲੇਟ ਰਿਹਾ। ਟਰੂਡੋ ਨੂੰ ਇਹ ਸਵਾਲ ਵੀ ਪੁੱਛੇ ਗਏ ਬਈ ਉੱਥੇ ਰੈਫਰੈਂਡਮ ਹੁੰਦੇ ਨੇ, ਅਤੇ ਪੱਤਰਕਾਰ ਨੇ ਖਾਲਿਸਤਾਨੀ ਟੈਰਰਿਸਟ ਕਹਿ ਕੇ ਉਸ ਨੂੰ ਸੰਬੋਧਨ ਕੀਤਾ। ਉਹ ਕਹਿੰਦਾ ਮੈਂ ਫਰੀਡਮ ਆਫ ਸਪੀਚ ਤਾਂ ਸਾਡਾ ਗਹਿਣਾ ਹੈ, ਅਸੀਂ ਨਹੀਂ ਰੋਕ ਸਕਦੇ, ਆਪਣੇ ਬੰਦਾ ਕੋਈ ਵੀ ਗੱਲ ਐਕਸਪ੍ਰੈਸ ਕਰ ਰਿਹਾ। ਪਰ ਭਾਰਤ ਨਾਲ ਕੈਨੇਡਾ ਦੇ ਇਸ ਸਮੇਂ ਜਿਹੜੇ ਸੰਬੰਧ ਨੇ ਉਹ ਪਤਾ ਹੀ ਹੈ, ਜਿੱਥੇ ਖੜ੍ਹੇ ਨੇ ਬਿਲਕੁਲ ਹਾਸ਼ੀਏ 'ਤੇ ਨੇ। ਜਹਾਜ਼ ਖਰਾਬ ਹੋ ਗਿਆ, ਜਹਾਜ਼ ਤੋਂ ਬਾਅਦ ਨਵਾਂ ਜਹਾਜ਼ ਭੇਜਿਆ ਲਿਜਾਣ ਦੇ ਲਈ ਏਅਰਪੋਰਟ ਤੋਂ, ਵਾਲੀ ਕੋਈ ਵਧੀਆ ਗੱਡੀ ਨਾ, ਅਤੇ ਪ੍ਰਧਾਨ ਮੰਤਰੀ ਮੋਦੀ ਉਹਨੂੰ ਪ੍ਰਧਾਨ ਮੰਤਰੀ ਟਰੂਡੋ ਨੂੰ ਮਿਲੇ ਨੇ, ਕਿੰਨੀ ਕੁ ਗੱਲ ਹੋਈ, ਕਿਸ ਤਰ੍ਹਾਂ ਹੋਈ, ਇਹ ਤਾਂ ਖੈਰ ਪਤਾ ਹੀ ਸੀ। ਟਰੂਡੋ ਉਹਨਾਂ ਨੂੰ ਵੀ ਪਤਾ ਸੀ, ਫੋਰਨ ਮਿਨਿਸਟਰੀ ਨੂੰ ਵੀ ਪਤਾ ਸੀ। ਫੋਰਨ ਮਿਨਿਸਟਰੀ ਨੇ ਮੈਲਨੀ ਜੋਲੀ ਨੇ ਕਈ ਟ੍ਰਿਪ ਲਾਏ ਪਿਛਲੇ 3 ਮਹੀਨਿਆਂ ਦੇ ਵਿੱਚ, 5-6 ਟ੍ਰਿਪ ਲਾਏ ਨੇ ਜਿਹੜੇ ਦੱਸੇ ਨਹੀਂ ਗਏ ਬਾਹਰ। ਅਤੇ ਉਹ ਸਟੇਜ ਇਹ 19 ਕੁ ਸੈੱਟ ਕਰਨ ਲਈ ਬਈ ਸਾਡੇ ਪ੍ਰਧਾਨ ਮੰਤਰੀ ਨੇ ਆਉਣਾ। ਸੋ ਦੇਸ਼ਾਂ ਦੇ ਫੋਰਨ ਪਾਲਿਸੀਜ਼ ਜਿਹੜੀਆਂ ਨੇ ਬਣਦੀਆਂ ਰਹਿੰਦੀਆਂ ਨੇ, ਵਿਗੜਦੀਆਂ ਰਹਿੰਦੀਆਂ ਨੇ, ਪਾਰਟੀਆਂ ਦੇ ਆਪਣੇ ਪਲੈਟਫਾਰਮ ਨੇ ਉਹਨਾਂ ਦੇ ਹਿਸਾਬ ਦੇ ਨਾਲ। ਸੋ ਪਰ ਟਰੂਡੋ ਉਹਨਾਂ ਨੂੰ ਬਾਹਲਾ ਮਾਣ G20 'ਚ ਨਹੀਂ ਦਿੱਤਾ ਗਿਆ। ਉਹਨਾਂ ਉੱਥੇ ਲੋਕਲ ਕੋਈ ਫੋਟੋ ਵੀ ਉਹਨਾਂ ਦੀ, ਕੋਈ ਬਾਹਲੀ ਗੱਲਬਾਤ, ਕੋਈ ਇੰਟਰਵਿਊ, ਕੁਛ ਨਹੀਂ ਛਾਪੀ ਗਈ, ਪਾਸਾ ਵੱਟ ਲਿਆ। ਉਹ ਇਹ ਰੈਫਰੈਂਡਮ ਦਾ ਕਾਰਨ ਵੱਡਾ
ਜਿਹੜਾ ਬਰੈਂਪਟਨ 'ਚ ਹੋਇਆ ਜਾਂ ਵੈਨਕੂਵਰ 'ਚ ਹੋਇਆ ਸੇਮ ਦਿਨ 'ਤੇ ਹੋ ਰਿਹਾ, ਉਹ ਕਾਰਨ ਹੈ ਵੱਡਾ। ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ, ਕਿਉਂਕਿ ਭਾਰਤ ਆਪਣਾ ਰੋਸ ਜਿਹੜਾ ਉਹ ਜਤਾਉਂਦਾ ਇਹਦੇ 'ਤੇ ਵੀ ਇਹ ਕਿਉਂ ਕਰ ਰਹੇ ਹੋ ਤੁਸੀਂ। ਪਰ ਕੈਨੇਡਾ ਕਹਿੰਦਾ ਸਾਡਾ ਗਹਿਣਾ ਇਹ, ਅਸੀਂ ਇਹ ਸਾਡੀ ਰੀਅਲ ਲੋਕਤੰਤਰ ਹੈ ਸਾਡਾ ਅਸਲ, ਇੱਥੇ ਅਸੀਂ ਐਕਸਪ੍ਰੈਸ਼ਨ, ਲੋਕਾਂ ਦੀ ਗੱਲਬਾਤ, ਲੋਕਾਂ ਦੀ ਆਜ਼ਾਦੀ ਬੋਲਣ ਦਾ, ਉਹਨੂੰ ਅਸੀਂ ਰੋਕ ਨਹੀਂ ਸਕਦੇ। ਸੋ ਬਾਕੀ ਸਮਾਂ ਦੱਸੇਗਾ ਕਿੱਧਰ ਨੂੰ ਗੱਲ ਜਾਂਦੀ ਹੈ। ਤੇ 29 ਅਕਤੂਬਰ ਨੂੰ ਪ੍ਰਬੰਧਕਾਂ ਨੇ ਲਿਖ ਕੇ ਭੇਜਿਆ, ਦੁਬਾਰਾ ਫੇਰ ਵੋਟ ਹੋਏਗੀ। ਮੇਨ ਸਟ੍ਰੀਮ ਮੀਡੀਆ ਨੇ ਇਸ ਨੂੰ, CBC ਨੇ, ਗਲੋਬਲ ਨੇ, ਸਾਰਿਆਂ ਨੇ ਬਹੁਤ ਕਵਰ ਕੀਤਾ। ਸੋ ਬਾਕੀ ਜਿਹੜਾ ਰਿਜ਼ਲਟਸ ਜਿਹੜੇ ਨੇ ਲੋਕਾਂ ਦੇ ਸਨਮੁਖ ਹੋਣਗੇ 2 ਸਾਲ ਨੂੰ ਜਾਂ 1.5 ਸਾਲ ਨੂੰ, ਉਹ ਪ੍ਰਬੰਧਕ ਜਾਣਦੇ ਨੇ। ਪਰ ਇਕੱਠ ਕੱਲ੍ਹ ਬਹੁਤ ਸੀ। ਅੱਜ ਖਾਸ ਗੱਲਬਾਤ, ਜਿਵੇਂ ਸ਼ੁਰੂ 'ਚ ਮੈਂ ਕਿਹਾ ਸੀ, ਕਈ ਵਾਰ ਭਾਈਚਾਰੇ ਦੇ ਵਿੱਚ ਵੱਡੇ ਦਿਸਹੱਦੇ ਨੇ ਜਿਨ੍ਹਾਂ ਨੂੰ ਤੈਅ ਕਰਦੇ ਨੇ ਕੁਝ ਸ਼ਖਸੀਅਤਾਂ, ਕੁਝ ਵਿਅਕਤੀ ਜਿਨ੍ਹਾਂ 'ਤੇ ਗੁਰੂ ਮਿਹਰ ਕਰਦਾ ਹੈ। ਪਰ ਉਹ ਕਈ ਵਾਰ ਅਸੀਂ ਜ਼ਿੰਦਗੀ ਦੇ ਤਲਖ ਤਜਰਬਿਆਂ ਦੇ ਵਿੱਚੋਂ ਇਕੱਠ 'ਚ ਰਹਿੰਦਿਆਂ ਹੋਇਆਂ ਕੁਝ ਵਿਚਾਰਾਂ ਦੇ ਥੋੜ੍ਹਾ ਜਿਹਾ ਵਿਰੋਧੀ ਭਾਵ ਦੇ ਵਿੱਚ ਅਸੀਂ ਇੱਕ ਦੂਜੇ ਨੂੰ, ਜਿਨ੍ਹਾਂ ਨੂੰ ਜਿਹੜੀ ਜਗ੍ਹਾ ਮਿਲਣੀ ਚਾਹੀਦੀ, ਉਹ ਸਤਿਕਾਰ ਤੋਂ ਪਰਾਂ ਕਰ ਦਿੰਦੇ। ਇਹ ਆਮ ਹੁੰਦਾ, ਕੌਮ ਦੇ ਵਿੱਚ ਸਦਾ ਹੀ ਹੁੰਦਾ। ਜਿੱਦਣ ਅਸੀਂ ਰਾਈਜ਼ ਕਰਨਾ ਹੈ, ਉਦਣ ਅਸੀਂ ਫਿਰ ਆਲੇ ਦੁਆਲੇ ਨੂੰ ਵੇਖਣਾ ਵੀ ਹੁਣ ਮੈਂ ਕਿਹਨੂੰ ਢਾਹ ਕੇ ਅੱਗੇ ਹੋਵਾਂ। ਪਰ ਹੋਣਾ ਉਲਟ ਚਾਹੀਦਾ ਹੈ, ਇੱਦੋਂ ਅਲੱਗ ਚਾਹੀਦਾ। ਸਾਹਿਬ ਦਾ ਫਰਮਾਨ ਇਹ ਆ ਵੀ ਗੁਰਮਤਿਆਂ ਦੇ ਵਿੱਚ ਇਹ ਸਾਰਾ ਕੁਛ ਆ। ਡਾਇਲੋਗ ਬਹੁਤ ਵੱਡੀ ਚੀਜ਼ ਆ, ਇਕੱਠੇ ਬੈਠ ਕੇ ਸਿਰ ਜੋੜ ਕੇ ਜਿੱਦਣ ਤੁਸੀਂ ਰਾਈਜ਼ ਕਰ ਗਏ, ਜਿੱਦਣ ਸਾਹਿਬ ਦੀ ਕਿਰਪਾ ਨਾਲ ਤੁਸੀਂ ਕੋਈ ਮਰਤਬੇ 'ਤੇ ਪਹੁੰਚ ਗਏ, ਉਸ ਦਿਨ ਤੁਸੀਂ ਹੋਰ ਨਿਮਾਣ 'ਚ ਜਾਣਾ। 1984 ਨੇ ਬਹੁਤ ਬਦਲਾਅ ਲਿਆਂਦਾ ਵੈਸਟਰਨ ਵਰਲਡ ਦੇ ਵਿੱਚ, ਖਾਸ ਤੌਰ 'ਤੇ ਇੱਥੇ। 1984 ਦੇ ਵਿੱਚ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ 'ਤੇ ਹੋਏ ਹਮਲੇ ਤੋਂ ਬਾਅਦ ਇੱਕ ਜਥੇਬੰਦੀ ਜਿਸ ਨੇ ਕੈਨੇਡਾ ਦੇ ਵਿੱਚ ਸਿੱਖਾਂ ਦਾ ਤੇ ਮਨੁੱਖੀ ਹੱਕਾਂ ਦਾ ਇੱਕ ਨਵਾਂ ਪਹਿਰਾ, ਜਿਹੜਾ ਨਵਾਂ ਰਾਹ ਖੋਲ੍ਹਿਆ, ਵਰਲਡ ਸਿੱਖ ਆਰਗੇਨਾਈਜੇਸ਼ਨ ਉਹਦਾ ਨਾਂ ਸੀ, ਜਿਸ ਨੇ ਆਟਵਾ ਦੇ ਵਿੱਚ ਕੈਪੀਟਲ ਦੇ ਗਲਿਆਰਿਆਂ ਦੇ ਵਿੱਚ ਜਿੱਥੇ ਸਿੱਖ ਨੂੰ ਲੰਘਣ ਨਹੀਂ ਸੀ ਦਿੱਤੇ, ਉੱਥੇ ਜਾ ਕੇ ਉਸ ਸਮੇਂ ਦੀਆਂ ਪਾਰਟੀਆਂ ਦੇ ਨਾਲ ਡਾਇਲੋਗ ਕੀਤਾ, ਰਿਗਾਰਡਲੈਸ ਐਨੀ ਪਾਰਟੀ। ਓਬਵੀਅਸਲੀ ਇਹ ਲੱਗਣ ਲੱਗ ਜਾਂਦਾ ਹੈ ਕਿ ਲਿਬਰਲ ਦੇ ਨੇੜੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ, ਨਹੀਂ, ਪਰ ਹਰ ਪਾਰਟੀ ਨਾਲ ਉਹਨਾਂ ਨੇ ਡਾਇਲੋਗ ਕੀਤਾ। ਉਹਨਾਂ ਦੇ ਮਨੁੱਖੀ ਹੱਕਾਂ ਦੇ ਵਕੀਲਾਂ ਨੇ ਸਾਡੇ ਕੇਸ ਲੜੇ। ਤੇ ਜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ, ਆਰਗੇਨਾਈਜ਼ਿੰਗ ਕਮੇਟੀਆਂ ਦੇ ਵਿੱਚੋਂ ਬੱਚੇ ਪੜ੍ਹ ਕੇ ਕੋਈ ਵੱਡੇ ਅਹੁਦਿਆਂ 'ਤੇ ਲੱਗ ਗਏ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ, ਹੋਣੀ ਚਾਹੀਦੀ ਹੈ। ਸਰ ਗਿਆਨ ਸਿੰਘ ਸੰਧੂ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਭਾਈਚਾਰੇ 'ਚ ਵਿਚਰਦੇ ਨੇ, ਵਿਲੀਅਮਸ ਲੇਕ ਤੋਂ ਗੱਲਬਾਤ ਸ਼ੁਰੂ ਕਰਕੇ ਇੱਥੇ ਬੱਚੇ ਉਹਨਾਂ ਦੇ ਬਹੁਤ ਸਤਿਕਾਰ ਤੇ ਵੱਡੇ ਅਹੁਦਿਆਂ 'ਚ, ਭੈਣ ਜੀ ਪਲਵਿੰਦਰ ਕੌਰ ਸ਼ੇਰਗਿੱਲ ਸਾਡੇ ਜਸਟਿਸ ਨੇ, ਜੱਜ ਨੇ ਸੁਪਰੀਮ ਕੋਰਟ ਦੇ, ਬਹੁਤ ਵੱਡੀ ਮਾਣ ਦੀ ਗੱਲ ਹੈ। ਸਿੱਖੀ ਸਰੂਪ ਦੇ ਵਿੱਚ ਨੇ, ਦਸਤਾਰ ਉਹ ਸਜਾਉਂਦੇ ਨੇ। ਤੇ ਸਰ ਗਿਆਨ ਸਿੰਘ ਸੰਧੂ ਉਹਨਾਂ ਨੇ ਮੁੱਢਲੇ ਰਾਹ ਉਹਨਾਂ ਦੇ ਸੌਖੇ ਨਹੀਂ ਸੀ। ਜਦ ਵਿਲੀਅਮਸ ਲੇਕ 'ਚ ਉਹਨਾਂ ਨੇ ਕੰਮ ਸ਼ੁਰੂ ਕੀਤਾ, ਮਿਲ ਬਣਾਈ, ਮਿਲ ਬਣਾਉਣ ਤੋਂ ਬਾਅਦ ਜਦ ਸਥਾਪਤੀ ਹੋ ਗਈ, ਕੁੱਲੀ ਗੁੱਲੀ ਜੁੱਲੀ ਦੀਆਂ ਗੱਲਾਂ ਪੂਰੀਆਂ ਹੋ ਗਈਆਂ, ਫਿਰ ਧਰਮ ਦੇ ਪਹਿਰੇ 'ਤੇ ਖੜ੍ਹ ਕੇ ਉਹਨਾਂ ਨੇ ਕੁਛ ਕਰਨ ਦੀ ਗੱਲ ਬਾਤ ਕੀਤੀ। ਹੁਣ ਵੱਡਾ ਇੱਕ ਇੰਸਟੀਟਿਊਟ, ਗੁਰੂ ਨਾਨਕ ਇੰਸਟੀਟਿਊਟ ਆਫ ਲਰਨਿੰਗ ਸਟੱਡੀਜ਼, ਜਿਹੜਾ ਉਹ ਬਣਾ ਰਹੇ ਨੇ ਸਾਰੇ ਰਲ ਕੇ, ਪਰ ਉਹਨਾਂ ਨੇ ਖੁਦ ਕੁਝ ਚੀਜ਼ਾਂ ਇਹਦੀਆਂ ਤੈਅ ਕੀਤੀਆਂ ਨੇ। ਉਸ ਦੇ ਬਾਰੇ ਜਾਣਕਾਰੀ, ਉਹਨਾਂ ਦਾ ਵੱਡਾ ਇੱਕ ਸਮਾਗਮ ਆ ਰਿਹਾ 22-23 ਤਰੀਕ ਨੂੰ। ਪਰ ਸਰਾਰ ਸਾਹਿਬ ਨਾਲ ਪਹਿਲਾਂ ਮੁੱਢਲੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਫ਼ਰ, ਉੱਥੋਂ ਸ਼ੁਰੂਆਤ ਕਰਾਂਗੇ। ਸੰਧੂ ਸਾਹਿਬ, ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਹਿ ਦਿਲ ਤੋਂ ਧੰਨਵਾਦ ਤੁਹਾਡਾ ਤੇ ਸਮੂਹ ਅਖਿਲੀਆ ਸ਼ੇਰੇ ਪੰਜਾਬ ਦੇ ਮਾਲਕਾਂ ਦਾ, ਖਾਸ ਕਰਕੇ ਅਜੀਤ ਸਿੰਘ ਜੀ ਬਾਅਦ ਸਾਡੇ ਪੁਰਾਣੇ ਦੋਸਤ ਨੇ ਜੀ। ਉਹਨਾਂ ਦੀ ਵੇਟ ਸੁੱਖੀ ਹੋਣੀ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਸਰ ਸਾਹਿਬ, ਆਪਣੇ ਮੁੱਢਲੇ ਦਿਨਾਂ ਦੀ ਕੁਛ ਜਾਣਕਾਰੀ ਜੇ ਦਮੋ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ। ਜਦ ਪੰਜਾਬ ਤੋਂ ਦਿੱਲੀ, ਮੇਰੇ ਖਿਆਲ ਯੂਨੀਵਰਸਿਟੀ 'ਚ ਵੀ ਪੜ੍ਹਾਉਂਦੇ ਰਹੇ ਹੋ ਤੁਸੀਂ ਇੱਥੇ ਆਉਣ ਤੋਂ ਪਹਿਲਾਂ? ਨਹੀਂ ਜੀ, ਮੈਂ ਨਹੀਂ ਜੀ, ਉੱਥੇ ਮੈਂ ਏਅਰਫੋਰਸ ਸਰਵਿਸ ਕਰਦਾ ਸੀ। ਏਅਰਫੋਰਸ ਸਰਵਿਸ ਕਰਦੇ? ਏਅਰਫੋਰਸ ਦੀ ਸਰਵਿਸ 1969 'ਚ ਛੱਡ ਕੇ ਤੇ ਮੈਂ 70 ਵਿੱਚ ਕੈਨੇਡਾ ਵਿੱਚ ਆ ਗਿਆ ਸੀਗਾ। ਅੱਛਾ ਜੀ। ਸੋ ਕੈਨੇਡਾ ਵਿੱਚ ਤਕਰੀਬਨ ਸਾਡਾ ਸਫ਼ਰ ਇੱਕ ਛੋਟੇ ਪਿੰਡ ਵਿਲੀਅਮਸ ਲੇਕ ਤੋਂ ਸ਼ੁਰੂ ਹੋਇਆ। ਉੱਥੇ ਹੀ ਆਏ ਪਹਿਲਾਂ? ਹਾਂ, ਸਿੱਧੇ ਉੱਥੇ, ਕਿਉਂਕਿ ਮੇਰੇ ਰਿਸ਼ਤੇਦਾਰ ਉੱਥੇ ਸਨ, ਮਦਰ-ਇਨ-ਲਾ ਜੀ ਉੱਥੇ ਸਨ, ਮੇਰਾ ਛੋਟਾ ਬ੍ਰਦਰ-ਇਨ-ਲਾ ਉੱਥੇ ਸੀਗਾ। ਸੋ ਇਸ ਕਰਕੇ ਉੱਥੋਂ ਹੀ ਸਫ਼ਰ ਸਾਡਾ ਜਿਹੜਾ ਸ਼ੁਰੂ ਹੋਇਆ। ਠੰਡੇ
ਠੰਡੀਆਂ ਹਵਾਵਾਂ ਤੇ ਵੱਡੀਆਂ ਬਰਫਾਂ ਵਾਲਾ ਖਿੱਤਾ ਆ। ਉਸ ਖਿੱਤੇ ਤੋਂ ਸਫ਼ਰ ਨੇ ਸ਼ੁਰੂ ਕਰਕੇ ਬਸ ਮੈਂ ਇੱਕ ਚੀਜ਼ ਇਹ ਦੇਖੀ ਜੀ ਇਸ ਦੇਸ਼ ਦੇ ਅੰਦਰ ਅੱਜ ਜਿਹੜਾ ਸਮਾਂ ਜਿੱਥੇ ਸਾਡੇ ਬੱਚੇ ਅੱਜ ਆ ਕੇ ਨਾ ਮੌਜਾਂ ਮਾਣਦੇ ਆ, ਸ੍ਰੀ ਸਾਹਿਬਾਂ ਪਾ ਕੇ ਪਿੰਡਾਂ ਵਾਂਗ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਫਿਰਦੇ ਆ, ਇਹ ਹੋਰ ਸਮਾਂ ਨਹੀਂ ਸੀ ਅਰਜੀਤ ਸਿੰਘ ਜੀ। ਉਹ ਸਮਾਂ ਉਸ ਵੇਲੇ ਸੀ ਜਦ ਤੁਰੇ ਜਾਂਦੇ ਨੂੰ ਗਾਲ ਕੱਢੀ ਜਾਂਦੀ ਸੀ, ਇਹ ਪਾਕੀ ਕਹਿ ਕੇ ਬੁਲਾਇਆ ਜਾਂਦਾ ਸੀ, ਪੱਥਰ ਬੱਚਿਆਂ ਦੇ ਮਾਰੇ ਜਾਂਦੇ ਸਨ। ਅਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਜੀ। ਉਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਕੁਦਰਤ ਵੱਲੋਂ ਭਾਸ਼ਾ ਦੀ ਮੈਨੂੰ ਕੋਈ ਤਕਲੀਫ ਨਹੀਂ ਸੀ, ਕਿਉਂਕਿ ਏਅਰਫੋਰਸ ਵਿੱਚ ਭਾਸ਼ਾ ਸਾਡੀ ਅੰਗਰੇਜ਼ੀ ਸੀ ਤੇ ਇੱਥੇ ਆ ਕੇ ਅੰਗਰੇਜ਼ੀ ਦੀ ਭਾਸ਼ਾ ਦੇ ਕੋਈ ਮੁਸ਼ਕਲਾਤ ਨਹੀਂ ਸੀਗੀਆਂ। ਸੋ ਕਾਰੋਬਾਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਛੋਟੇ ਪਿੰਡ ਦੇ ਵਿੱਚ ਆ ਕੇ ਲੱਕੜ ਦੀਆਂ ਮਿੱਲਾਂ 'ਚ ਕੰਮ ਕਰਨਾ ਉਸ ਇਨਸਾਨ ਨੇ ਜਿਹਨੇ ਕਦੇ ਕੋਈ ਹਾਰਡ ਕੰਮ ਕੀਤਾ ਨਾ ਹੋਵੇ। ਦਫ਼ਤਰੀ ਮੁਲਾਜ਼ਮ ਘੰਟੀ ਵਜਾ ਕੇ ਚਪੜਾਸੀ ਨੂੰ ਸੱਦ ਕੇ ਚਾਹਾਂ ਪੀਤੀਆਂ ਹੋਣ ਜਾਂ ਪਕੌੜੇ ਛਕੇ ਹੋਣ, ਮੁਸ਼ਕਲਾਂ ਹੋ ਜਾਇਆ ਕਰਦੀਆਂ ਨੇ, ਐਸੀ ਕੋਈ ਗੱਲ ਨਹੀਂ। ਪਰ ਮੇਰਾ ਖਿਆਲ ਮੈਂ ਉਹਨਾਂ ਹਾਲਾਤਾਂ ਵਿੱਚ ਹੀ ਲੰਘਦੇ ਹੋਏ ਨਹੀਂ ਹੀ 5-6 ਮਹੀਨਿਆਂ ਵਿੱਚ ਮੈਨੂੰ ਸੁਪਰਵਾਈਜ਼ਰੀ ਜੋਬ ਮਿਲ ਗਈ। ਸੋ ਉਹਨਾਂ ਜੋ ਸੁਪਰਵਾਈਜ਼ਰੀ ਜੋਬ ਦੇ ਉੱਤੇ ਮੈਨੇਜਰੀਅਲ ਸਾਈਡ ਤੇ ਗਰੋ ਅਪ ਹੋ ਗਿਆ। 10 ਸਾਲਾਂ ਬਾਅਦ ਬਾਦਸ਼ਾਹ ਨੇ ਕਿਰਪਾ ਕੀਤੀ, ਆਪਣੇ ਕਾਰੋਬਾਰ ਸ਼ੁਰੂ ਕਰ ਲਿਆ। ਉਹਦੇ ਵਿੱਚ ਵੀ ਉਤਾਰ ਚੜ੍ਹਾਅ ਆਉਂਦੇ ਰਹੇ ਨੇ। ਠੀਕ ਹੈ, ਛੋਟੀ ਜਿਹੀ ਕੰਪਨੀ 5 ਇੰਪਲਾਈ ਤੋਂ ਸ਼ੁਰੂ ਕਰਕੇ 300 ਇੰਪਲਾਈ ਦੀ ਕੰਪਨੀ ਸੀ ਸਾਡੀ। ਸੋ ਉਹਦੇ ਤੇ ਪਹੁੰਚ ਕੇ ਮਹਾਰਾਜ ਨੇ ਠੀਕ ਹੈ ਉਤਾਰ ਚੜ੍ਹਾਅ ਜ਼ਿੰਦਗੀ ਨੇ ਦੇਖੇ, ਕਿਉਂਕਿ ਕਾਰੋਬਾਰ ਇਹੋ ਜਿਹਾ ਹੀ ਹੋਇਆ ਕਰਦੇ ਨੇ। ਪਰ ਜੇ ਤੁਸੀਂ ਗੁਰੂ ਦੇ ਲੜ ਲੱਗੇ ਹੋਏ ਆ ਤਾਂ ਮੈਂ ਸਮਝਦਾ ਹੈਗਾ ਵੀ ਪਾਤਸ਼ਾਹ ਆਪ ਆਪਣਾ ਹੱਥ ਦੇ ਕੇ ਸਿਰ ਤੇ ਰੱਖ ਕੇ ਤੁਹਾਡੇ ਕੋਲ ਕਾਰਜ ਕਰਵਾ ਲਿਆ ਕਰਦਾ ਹੈ। ਸੋ ਉਹਨਾਂ ਸਮੇਂ ਵਿੱਚ ਹੀ ਲੰਘੇ ਜੀ। ਲੰਘ ਕੇ ਸੇਵਾਵਾਂ 80 ਦਾ ਮਸਲਾ ਆ ਗਿਆ ਸੀ, ਆਪਾਂ ਜਾਣਦੇ ਹਾਂ 82 ਵਿੱਚ ਮੋਰਚਾ ਲੱਗਾ। ਸੋ ਮੋਰਚੇ ਦੇ ਦੌਰਾਨ ਸਿੱਖਾਂ ਨੇ ਕੁਝ ਸੇਵਾਵਾਂ ਮੇਰੀਆਂ ਵੀ ਲਾ ਦਿੱਤੀਆਂ। ਅੱਛਾ ਜੀ। ਉਹਨਾਂ ਹੁਕਮਾਂ ਦੀ ਨੂੰ ਮੰਨਦੇ ਹੋਏ ਚਲੋ ਜਿੰਨੀਆਂ ਸੇਵਾਵਾਂ ਪਾਤਸ਼ਾਹ ਨੇ ਲਈਆਂ, 84 ਦੇ ਵਿੱਚ ਗੋਲ ਸਿੱਖ ਆਰਗੇਨਾਈਜੇਸ਼ਨ ਬਣ ਗਈ। ਕੈਨੇਡਾ ਦੀ ਬ੍ਰਾਂਚ ਦੇ ਮੁਖੀ ਵੀ ਮੈਨੂੰ ਸੇਵਾ ਬਖਸ਼ ਦਿੱਤੀ। ਸੋ ਉਹ ਸੇਵਾਵਾਂ ਦੇ ਰਾਹੀਂ ਚਲੋ ਅੱਜ ਮੈਂ ਕਹਿ ਸਕਦਾ, ਮਾਣ ਦੇ ਨਾਲ ਕਹਿ ਸਕਦਾ, ਮਾਣ ਉਸ ਪੱਖ ਤੋਂ ਹਲੀਮੇ ਦੇ ਵਿੱਚ ਆ ਕੇ ਵੀ ਜੇ ਦੁਨੀਆ ਭਰ ਦੇ ਵਿੱਚ ਕੋਈ ਸੰਸਥਾ ਲੰਬੇ ਅਰਸੇ ਲਈ ਜਿਉਂਦੀ ਆ, ਅੱਜ ਵੀ ਕੰਮ ਕਰਦੀ ਆ, ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ। ਹਾਂਜੀ, ਕਿਉਂਕਿ ਨਹੀਂ ਤਾਂ ਆਪਣੀਆਂ ਸੰਸਥਾਵਾਂ ਦੀ ਉਮਰ 5-7-10 ਸਾਲ ਹੁੰਦੀ, ਜਿੰਨੀ ਦੇਰ ਪਹਿਲਾਂ ਚਾਲਕ ਹੋਇਆ ਕਰਦੇ ਨੇ। ਮੇਰਾ ਪਰਸਨਲ ਸਟਾਈਲ ਡੈਲੀਗੇਸ਼ਨ ਤੇ ਰਿਹਾ ਜੀ। ਮੈਂ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਨਾਲ ਰੱਖਦਾ। ਅੱਜ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਇੱਕ ਨੌਜਵਾਨ ਪੀੜ੍ਹੀ, ਕੈਨੇਡਾ ਦੇ ਜੰਮਪਲ ਬੱਚੇ ਜਿਹੜੇ ਨੇ 80% ਜਿਹੜੇ ਕੈਨੇਡਾ ਦੇ ਜੰਮਪਲ ਬੱਚੇ ਨੇ ਜਿਹੜੇ ਅੱਜ ਉਹ ਹੀ ਚਲਾਉਂਦੇ ਨੇ। ਜਿਹੜਾ ਅੱਜ ਕੱਲ੍ਹ ਮੁਖੀ ਵੀ ਹੈ ਨੌਜਵਾਨ ਤੇਜਿੰਦਰ ਸਿੰਘ ਜੀ ਕੈਲਗਰੀ ਤੋਂ, ਕੈਨੇਡਾ ਦਾ ਜੰਮਪਲ ਬੱਚਾ ਹੈ। ਪਿਛਲੀ ਵਾਰੀ ਵੀ ਜਿਹੜਾ ਇਹ ਤੋਂ ਪਹਿਲਾਂ ਵੀ ਪ੍ਰਧਾਨ ਸੀ, ਉਹ ਵੀ ਕੈਨੇਡਾ ਦਾ ਜੰਮਪਲ ਬੱਚਾ ਸੀ। ਸੋ ਅੱਜ ਕੱਲ੍ਹ ਦਾ ਜਦ ਨੌਜਵਾਨ ਚਲਾਉਣਗੇ, ਦੇਖੋ ਜੀ ਉਹਦੇ ਵਿੱਚ ਲਾਜ਼ਮੀ ਗੱਲ ਹੈ ਕਿ ਕੈਨੇਡੀਅਨ ਉਸ ਦਾਇਰੇ ਦੇ ਹਾਣ ਦੇ ਹੋ ਕੇ ਚਲਾਓਗੇ। ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਔਰ ਅੱਜ ਜੇ ਕੋਈ ਸਿੱਖਾਂ ਦੀ ਬਾਂਹ ਫੜਦਾ, ਜਿਸ ਪੱਖ ਤੋਂ ਵੀ ਫੜਦਾ ਹੈ, ਇਹ ਵਰਲਡ ਸਿੱਖ ਆਰਗੇਨਾਈਜੇਸ਼ਨ ਹੀ ਹਿੰਮਤ ਰੱਖਦੀ ਹੈ ਫੜਨ ਦੀ, ਕਿਉਂਕਿ ਹਰ ਚੀਜ਼ ਦਾ ਜਵਾਬ ਉਹ ਇੱਟ ਦਾ ਪੱਥਰ ਨਾਲ ਜਵਾਬ ਦੇਣ ਦੀ ਕਾਬਲੀਅਤ ਰੱਖਦੇ ਨੇ ਸੋਸ਼ਲ ਮੀਡੀਆ ਦੇ ਅੰਦਰ। ਮੇਰਾ ਖਿਆਲ ਜਿੰਨੀਆਂ ਵੀ ਕਾਰਜ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਹੋਏ ਨੇ, ਮੈਂ ਉਹਨਾਂ ਨੂੰ 2-3 ਉਦਾਹਰਨਾਂ ਆਪ ਜੀ ਨਾਲ ਦੇ ਦਿੰਦਾ ਜ਼ਰੂਰ, ਕਿਉਂਕਿ ਅਸੀਂ ਸਿੱਖੀ 'ਤੇ ਪਹਿਰਾ ਦਿੰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ 'ਤੇ ਪਹਿਰਾ ਦਿੰਦੇ ਹਾਂ। ਉਹਦੇ ਆਧਾਰ ਦੇ ਉੱਤੇ ਸਾਰੇ ਕਾਰਜ ਕਰਦੇ ਸੀਗੇ ਜਿੰਨੇ ਵੀ, ਕਿਉਂਕਿ ਜੇ ਲੰਬੇ ਨਿਸ਼ਾਨੇ ਵੀ ਤੱਕੇ ਜਾਂਦੇ ਤਾਂ ਉਸ ਪੱਖ ਤੋਂ ਵੀ ਤੱਕੇ ਜਾਂਦੇ। ਸੋ ਅਸੀਂ ਜੇ ਕੇਸ ਸੁਪਰੀਮ ਕੋਰਟ ਤੱਕ ਲੜੇ ਨੇ, ਮੈਂ ਕਈ ਵਾਰੀ ਨੌਜਵਾਨ ਬੱਚਿਆਂ ਨੂੰ, ਯੂਨੀਵਰਸਿਟੀਆਂ ਨੂੰ ਅੱਜ ਵੀ ਪੁੱਛ ਲਿਆ ਕਰਦਾ, ਅੱਜ ਸ੍ਰੀ ਸਾਹਿਬ ਬਾਹਰ ਪਾ ਕੇ ਫਿਰਦੇ ਹੋ, ਮੈਨੂੰ ਉਸ ਬੱਚੇ ਦਾ ਨਾਮ ਦੱਸੋ ਜਿਹਦੀ ਮਾਰਫਤ ਤੁਹਾਨੂੰ ਇਹ ਇਜਾਜ਼ਤ ਮਿਲੀ ਹੈ। ਤੇ ਕਿਸੇ ਨੂੰ ਯਾਦ ਹੀ ਨਹੀਂ ਵੀ ਗੁਰਬਾਜ ਸਿੰਘ ਮੁਲਤਾਨੀ ਨੌਜਵਾਨ ਬੱਚਾ ਕੌਣ ਸੀ? ਮੌਂਟਰੀਅਲ ਤੋਂ 12 ਸਾਲ ਦਾ ਬੱਚਾ ਅੜ ਗਿਆ ਸੀ, ਜਿਵੇਂ ਵੀ ਮੈਂ ਸ੍ਰੀ ਸਾਹਿਬ ਨਹੀਂ ਲਾਉਣੀ, ਮੈਨੂੰ ਸਕੂਲ 'ਚੋਂ ਭਾਵੇਂ ਕੱਢ ਦਿਓ। ਕੱਢ ਦਿੱਤਾ ਉਹਨਾਂ ਨੇ ਸਕੂਲ 'ਚੋਂ। ਪ੍ਰਾਈਵੇਟ ਪੜ੍ਹਦਾ ਰਿਹਾ, ਦੂਸਰੇ ਪਾਸੇ ਦੂਸਰੇ ਸਕੂਲਾਂ ਜਾ ਕੇ ਪੜ੍ਹਦਾ ਰਿਹਾ। ਪਰ ਉਹਦਾ ਕੇਸ ਸੁਪਰੀਮ ਕੋਰਟ 'ਚ ਜਦ ਗਿਆ ਸੀ ਤੇ ਸਾਡਾ ਹੱਕ 'ਚ ਫੈਸਲਾ 9-1 'ਚ ਹੋਇਆ ਸੀਗਾ। 9 ਸੁਪਰੀਮ ਕੋਰਟ ਦੇ ਜੱਜਾਂ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ। ਇਹ ਇਜਾਜ਼ਤ ਮਿਲਣੀ ਕੋਈ ਸੌਖੀ ਨਹੀਂ ਸੀ। ਅਸੀਂ ਦੂਸਰੇ ਲੋਕਾਂ ਦੇ ਕੇਸਿਸ ਵੀ ਲੜੇ ਨੇ, ਯਹੂਦੀਆਂ ਦੇ ਲੜੇ ਨੇ। ਯਹੂਦੀਆਂ ਨੂੰ, ਇੱਕ ਯਹੂਦੀ ਪਰਿਵਾਰ ਦਾ ਕੇਸ ਮੈਂ ਤੁਹਾਨੂੰ ਉਦਾਹਰਨ ਦਿੰਦਾ ਹੈਗਾ। ਉਹ ਪਰਿਵਾਰ ਮੌਂਟਰੀਅਲ ਦੇ ਵਿੱਚ, ਯਹੂਦੀ ਲੋਕ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਉਹਨਾਂ ਦਾ, ਜਦ ਕੱਖਾਂ ਦੀ ਤੇ ਹਰੇ ਪੱਤਿਆਂ ਦੀ ਝੌਂਪੜੀ ਬਣਾ ਕੇ ਭਗਤੀ ਕਰਦੇ ਨੇ। ਅੱਛਾ ਜੀ। ਹਾਂਜੀ, ਇਹ ਤਕਰੀਬਨ 9 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਜੇ। ਉਹਨੇ ਆਪਣੀ ਬਾਲਕੋਨੀ ਦੇ ਬਾਹਰ ਅਪਾਰਟਮੈਂਟ ਦੇ ਵਿੱਚ ਉਹ ਝੌਂਪੜੀ ਬਣਾ ਲਈ ਤੇ ਮਾਲਕਾਂ ਨੇ ਕਿਹਾ ਨਹੀਂ ਯਾਰ, ਸਾਡੀ ਦਿੱਖ ਖਰਾਬ ਹੁੰਦੀ ਆ, ਸਾਡੇ ਲੋਕੀ ਇਤਰਾਜ਼ ਕਰਦੇ ਆ, ਨਹੀਂ ਬਣਾਉਣ ਦੇਣੀ ਤੁਹਾਨੂੰ। ਉਹ ਕੇਸ ਚਲਾ ਗਿਆ ਕੋਰਟ ਦੇ ਵਿੱਚ, ਲਾ ਗਿਆ ਮਾਲਕ ਉਹਨਾਂ ਨੂੰ। ਉਹਨਾਂ ਨੇ ਫਿਰ ਮਾਲਕਾਂ ਨੇ ਸੋਚਿਆ ਵੀ ਕੈਨੇਡਾ ਦਾ ਕਾਨੂੰਨ ਕਹਿੰਦਾ ਵੀ ਅਕੋਮੋਡੇਸ਼ਨ ਕਰਨੀ ਚਾਹੀਦੀ ਆ। ਉਹਨੇ 2 ਪਾਦਰੀ ਲੱਭ ਲਏ ਜਿਹੜੇ ਸਿੱਖਾਂ ਨਾਲ ਵੀ ਇਹੋ ਜਿਹੀ ਹਰਕਤਾਂ ਹੁੰਦੀਆਂ ਨੇ, ਹਮੇਸ਼ਾ ਹੁੰਦੀਆਂ ਨੇ, ਲੱਭ ਲਿਆ ਕਰਦੇ ਨੇ ਲੋਕ ਜਿਹੜੇ ਉਹਨਾਂ ਦੀ ਸਹਿਮਤੀ ਵਾਲੇ ਹੁੰਦੇ ਨੇ। 2 ਪਾਦਰੀ ਲੱਭ ਲੈ, ਔਰ ਪਾਦਰੀਆਂ ਦੇ ਨੂੰ ਤਿਆਰ ਕਰ ਲਿਆ ਵੀ ਤੁਸੀਂ ਕਹੋ ਵੀ ਇਹ ਇਹਨਾਂ ਸਾਰਿਆਂ ਜਿੰਨੇ ਪਰਿਵਾਰ ਇਹ ਹੈਗੇ ਨੇ, 4 ਪਰਿਵਾਰ ਸੀ ਉਹ ਯਹੂਦੀਆਂ ਦੇ, ਉੱਥੇ ਰਹਿੰਦੇ ਉਸ ਅਪਾਰਟਮੈਂਟ ਦੇ ਵਿੱਚ, ਇਹਨਾਂ ਨੂੰ ਇੱਕ ਸਾਂਝੀ ਬਣਾ ਦਿੰਦੇ ਆ।
ਉਹ ਸਾਂਝੀ ਝੌਂਪੜੀ ਬਾਹਰ ਯਾਰਡ ਦੇ ਵਿੱਚ ਬਣਾ ਦਿੰਦੇ, ਉਹਨੂੰ ਵਰਤ ਲੈਣ। ਤੇ ਉਹ ਕਹਿੰਦੇ ਵੀ ਨਹੀਂ ਵਰਤਣੀ। ਉਹ ਕੇਸ ਚੱਲ ਜਾਂਦਾ ਉਹ ਹਾਰ ਗਿਆ, ਲੋਅਰ ਲੈਵਲ ਤੇ ਹਾਰ ਗਿਆ। ਅੱਛਾ ਜੀ। ਅਪੀਲ 'ਚ ਵੀ ਹਾਰ ਗਿਆ, ਸੁਪਰੀਮ ਕੋਰਟ ਚਲਾ ਗਿਆ। ਅਸੀਂ ਫਿਰ ਸੋਚਿਆ ਉਸ ਟਾਈਮ ਦੇ ਉੱਤੇ ਵੀ ਸਾਨੂੰ ਇੰਟਰਵੀਨ ਕਰਨਾ ਚਾਹੀਦਾ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ, ਕਿਉਂਕਿ ਸਾਡੀ ਮਾਰਫਤ ਜਿਹੜੀ ਹਿਊਮਨ ਰਾਈਟਸ ਤੇ ਇਹਨਾਂ ਨਾਲੋਂ ਵੱਖਰੀ ਆ। ਅੱਜ ਇਹਨਾਂ ਤੇ ਅਸਰ ਪੈ ਰਿਹਾ, ਕੱਲ੍ਹ ਨੂੰ ਸਾਡੇ ਤੇ ਵੀ ਪੈ ਸਕਦਾ। ਅਸੀਂ ਫਿਰ ਜਿਹੜਾ ਪੱਖ ਪੇਸ਼ ਕੀਤਾ ਜੀ, ਉਹ ਪੱਖ ਇੱਕ ਬਹੁਤ ਹੀ ਵਿਲੱਖਣਤਾ ਵਾਲਾ ਪੱਖ ਸੀ ਹਰਜੀਤ ਸਿੰਘ ਜੀ। ਉਹਨੇ ਕੈਨੇਡਾ ਦਾ ਕਾਨੂੰਨ ਬਦਲ ਕੇ ਰੱਖ ਦਿੱਤਾ। ਤਦ ਤੱਕ ਅਸੀਂ ਹਮੇਸ਼ਾ ਸਾਰੇ ਐਕਸਪਰਟਸ ਨੂੰ ਕਾਲ ਕਰਿਆ ਕਰਦੇ ਸੀ। ਅਸੀਂ ਵੀ ਕਰਦੇ ਰਹੇ। ਡਾਕਟਰ ਸਪੈਲਮੈਨ ਮੇਰੇ ਨਾਲ 12 ਸਾਲ ਕੰਮ ਕਰਦਾ ਰਿਹਾ। ਅਸੀਂ ਜਿੰਨੇ ਕੇਸ ਲੜਦੇ ਸੀ, ਸਪੈਲਮੈਨ ਨੂੰ ਗਵਾਹ ਸੱਦਣਾ, ਤੂੰ ਕਹਿ ਵੀ ਇਹਨਾਂ ਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਹੈ, ਤੂੰ ਕਹਿ ਇਹਨਾਂ ਨੂੰ ਪੰਜ ਕਕਾਰ ਪਾਉਣ ਦੀ ਇਜਾਜ਼ਤ ਹੈ। ਮੈਂ ਉਹ ਐਕਸਪਰਟ ਹੈ। ਮੈਂ ਉਹਨੇ ਕਹਿਣਾ ਜੀ ਮੈਂ ਇੱਕ ਪੜ੍ਹਾਈ ਕੀਤੀ ਹੋਈ ਆ, ਮੈਂ ਹੈਡ ਹੈਗਾ ਡਿਪਾਰਟਮੈਂਟ ਦਾ, ਮੈਨੂੰ ਪਤਾ ਸਿੱਖਾਂ ਦੇ ਕਿਹੜੇ ਹੱਕ ਹੋਣੇ ਚਾਹੀਦੇ ਨੇ। ਤਾਂ ਅਸੀਂ ਇਸ ਤਰ੍ਹਾਂ ਕੇਸ ਜੱਦੇ ਹੁੰਦੇ ਸੀ। ਪਰ ਉੱਥੇ ਅਸੀਂ ਸੋਚਿਆ ਵੀ ਨਾ ਛੱਡ, ਐਕਸਪਰਟ ਕਿੱਦਾਂ ਕਿਸੇ ਨੂੰ ਕੋਈ ਦੱਸ ਸਕਦਾ। ਔਰ ਜਿਹੜਾ ਪੱਖ ਸਾਡਾ WSO ਦਾ ਉੱਥੇ ਪੇਸ਼ ਕੀਤਾ ਗਿਆ ਸੀ ਸਾਡੇ ਵਕੀਲਾਂ ਵੱਲੋਂ, ਉਸ ਟਾਈਮ ਤੇ ਮੈਂ ਹੁਣ ਚਲੋ ਨਾ ਤੁਸੀਂ ਲੈ ਚੁੱਕੇ ਪਲਵਿੰਦਰ ਕੌਰ ਦੇ ਸਾਰੇ ਕੇਸ, ਇਹਦੇ ਕੇਸ ਸਾਰੇ ਫਾਈਟ ਕੀਤੇ ਹੋਏ ਨੇ, ਸੁਪਰੀਮ ਕੋਰਟ ਦੇ ਜਿੰਨੇ ਵੀ ਕੇਸ ਆਪਣੇ ਫਾਈਟ ਕੀਤੇ ਹੋਏ ਨੇ। ਹਾਂਜੀ। ਸੋ ਇਹਦਾ ਜਿਹੜਾ ਪੱਖ ਪੇਸ਼ ਕੀਤਾ ਸੀਗਾ, ਉਹ ਇਹ ਕੀਤਾ ਸੀ ਵੀ ਇੱਕ ਐਕਸਪਰਟ ਕਿਸੇ ਦੀ ਮਾਨਸਿਕ ਹਾਲਾਤ ਨੂੰ ਕਿਸ ਤਰ੍ਹਾਂ ਜਾਣ ਸਕਦਾ। ਹਰਜੀਤ ਸਿੰਘ ਦਾ ਕਿਸੇ ਹੋਰ ਲੈਵਲ ਤੇ ਸਿੱਖੀ ਦੀ ਪ੍ਰੈਕਟਿਸ ਹੋ ਸਕਦੀ, ਗਿਆਨ ਸਿੰਘ ਦੀ ਕਿਸੇ ਹੋਰ ਲੈਵਲ ਤੇ ਹੋ ਸਕਦੀ ਹੈ, ਤੀਸਰੇ ਬੰਦੇ ਦੀ ਕਿਸੇ ਹੋਰ ਲੈਵਲ ਤੇ। ਇਹੀ ਹਾਲਾਤ ਹੈ ਯਹੂਦੀਆਂ ਦੀ। ਇਹ ਦੋ ਯਹੂਦੀ ਪਾਦਰੀ ਜਿਹੜੇ ਤੁਹਾਡੇ ਐਕਸਪਰਟ ਪੇਸ਼ ਕੀਤੇ ਨੇ ਤੁਸੀਂ ਨੇ, ਇਹ ਦੇ ਹੈਵ ਜ਼ੀਰੋ ਨੌਲੇਜ ਸਾਡੀ ਆਤਮਿਕ ਅਵਸਥਾ ਦੀ। ਸਿੱਖ ਇਹ ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੀ ਤੁਹਾਡੀ ਧਰਮ ਆ, ਇਹ ਇੰਡੀਵਿਜੂਅਲਿਸਟਿਕ ਆ। ਆਤਮਾ ਤੁਹਾਡੀ ਕੀ ਹਾਂ, ਉਹ ਜਿਹੜੀ ਰੂਹ ਦੀ ਖੁਰਾਕ ਉਹ ਇੰਡੀਵਿਜੂਅਲ ਦੱਸ ਸਕਦਾ। ਇਸ ਕਰਕੇ ਤੁਸੀਂ ਇਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਵੀ ਇੱਕ ਸਾਂਝੀ ਝੌਂਪੜੀ ਬਣਾ ਕੇ ਭਗਤੀ ਕਰਨ। ਇਹਨਾਂ ਨੂੰ ਇੰਡੀਵਿਜੂਅਲ ਬਣਾਉਣ ਦਾ ਹੀ ਅਖਤਿਆਰ ਹੋਣਾ ਚਾਹੀਦਾ। ਉਹ ਫੈਸਲਾ 9-0 ਨਾਲ ਹੋਇਆ ਸੀ। ਵਾਹ। ਉਹਨੇ ਕੈਨੇਡਾ ਦਾ ਕਾਨੂੰਨ ਬਦਲ ਕੇ ਰੱਖ ਦਿੱਤਾ। ਮੈਨੂੰ ਇਸ ਚੀਜ਼ ਦੀ ਰਾਏ, ਅੱਜ ਤੱਕ ਕਾਨੂੰਨ ਹੁਣ ਸਾਨੂੰ ਕੋਈ ਐਕਸਪਰਟ ਕਾਲ ਨਹੀਂ ਕਰਨੇ ਪੈਂਦੇ। ਇੱਥੇ ਬਸ ਨਹੀਂ ਹੈਗੀ। ਮੈਂ ਸਭ ਤੋਂ ਵੱਡੀ ਕੌਮ ਤੁਸੀਂ ਗਿਣਦੇ ਆ ਆਪਾਂ ਕੈਥੋਲਿਕ ਧਰਮ ਵਾਲੇ ਜੀ। ਕੈਥੋਲਿਕ ਧਰਮ ਦਾ ਇੱਕ ਸਕੂਲ ਹੈ ਜੀ, ਚੱਲਦਾ ਇਹਨਾਂ ਦੇ ਆਪਣੇ ਨਾਰਥ ਅਮਰੀਕਾ ਵਿੱਚ, ਦੁਨੀਆ ਭਰ 'ਚ ਚੱਲਦੇ ਨੇ ਇਹਨਾਂ ਦੇ ਲਾਇਓਲਾ ਇੰਸਟੀਚਿਊਟਾਂ ਦੇ LOYOLA। ਇਹਨਾਂ ਦੇ ਸਕੂਲ ਸੀਗਾ ਹਾਈ ਸਕੂਲ ਮੌਂਟਰੀਅਲ ਦੇ ਵਿੱਚ। ਉਹਨਾਂ ਨੂੰ ਵੀ ਮੁਸ਼ਕਲ ਆ ਗਈ। ਇੱਕ ਕੋਰਸ ਸੀ, ਧਾਰਮਿਕ ਕੋਰਸ ਪੜ੍ਹਾ ਰਹੇ ਸੀ, ਸਰਕਾਰ ਕਹਿ ਰਹੀ ਉਹਨੂੰ ਬਦਲੋ ਕੋਰਸ ਨੂੰ ਥੋੜ੍ਹਾ। ਉਹ ਹਾਰ ਗਿਆ, ਉਹ ਵੀ ਲੋਅਰ ਲੈਵਲ ਤੇ ਹਾਰ ਗਿਆ, ਅਪੀਲ 'ਚ ਵੀ ਹਾਰ ਗਿਆ। ਫਿਰ ਉਹਨੇ ਆਪ ਸਾਨੂੰ ਕਾਲ ਕੀਤਾ। ਉਹ ਕਹਿੰਦੇ ਯਾਰ WSO ਵਾਲਿਓ, ਤੁਹਾਡੇ ਕੋਲ ਐਕਸਪਰਟੀਜ਼ ਹੈਗੀ ਆ ਇਸ ਕਾਨੂੰਨ ਦੀ, ਸਾਡੀ ਮਦਦ ਕਰੋ, ਧਰਮ ਦੀ ਰੱਖਿਆ ਕਰਨ ਵਾਲੇ। ਹਾਂ, ਉਹ ਅਮਰੀਕਾ ਤੋਂ ਉਹਨਾਂ ਦੀ ਹੈੱਡ ਆਫਿਸ ਦੀ ਸਾਨੂੰ ਕਾਲ ਆਈ ਤੇ ਅਸੀਂ ਉੱਤੇ ਵਿਚਾਰ ਕਰਕੇ ਫਿਰ ਸੰਸਥਾ ਵੱਲੋਂ ਕਿਹਾ ਵੀ ਠੀਕ ਹੈ ਜੀ, ਅਸੀਂ ਇੰਟਰਵੀਨ ਕਰਦੇ ਹਾਂ, ਪਰ ਤੁਸੀਂ ਦਖਲਅੰਦਾਜ਼ੀ ਸਾਡੇ 'ਚ ਨਹੀਂ ਕਰਨੀ। ਅਸੀਂ ਤੁਹਾਡੇ ਨਾਲ ਰਲ ਕੇ ਨਹੀਂ ਕਰਨਾ, ਅਸੀਂ ਇੰਡੀਪੈਂਡੈਂਟਲੀ ਪੇਸ਼ਕਸ਼ ਆਪਣੀ ਕਰਾਂਗੇ। ਉਹ ਅਸੀਂ ਕੀਤੀ, ਉਹ ਵੀ ਆਪਾਂ 9-0 ਨਾਲ ਜਿੱਤਿਆ ਸੀਗਾ। ਵਾਹ। ਸੋ ਜਿੰਨੇ ਵੀ ਕੇਸਿਸ ਹੈ, ਚਾਹੇ ਕਿਸੇ ਮੁਸਲਮਾਨ ਬੱਚੀਆਂ ਦਾ ਸਾਕਰ ਖੇਡਣ ਤੇ ਲਾ ਲਓ, ਹਜਾਬ ਪਾਉਣ ਦੇ ਕੇਸ ਲਏ ਨੇ। ਮੈਂ ਇੱਕ ਹੋਰ ਇੰਟਰਸਟਿੰਗ ਬੜਾ ਕੇਸ ਸਾਡੇ ਕੋਲ ਆ ਗਿਆ ਸੀਗਾ, ਸਕਾਟਿਸ਼ ਮੁੰਡੇ ਦਾ। ਅੱਛਾ ਜੀ। ਸਕਾਟਿਸ਼ ਮੁੰਡਾ ਅਲਬਰਟਾ ਦਾ ਸੀ। ਉਹ ਆਪਣੀ ਕਿਲਟ ਪਾ ਕੇ, ਆਪਣਾ ਜਿਹੜੀ ਘੱਗਰੀ ਉਹ ਪਾ ਕੇ ਗ੍ਰੈਜੂਏਟ ਹੋਣਾ ਚਾਹੁੰਦਾ ਸੀ, ਜਿੱਦਾਂ ਹੁਣ ਆਪਣੀਆਂ ਬੱਚੀਆਂ ਸੂਟ ਪਾ ਕੇ ਹੁੰਦੀਆਂ ਨੇ, ਠੀਕ ਹੈ ਜੀ। ਪਰ ਉੱਥੇ ਤੇ ਸੁਪਰਡੈਂਟ ਨੇ ਨਾ ਕਰਤੀ ਵੀ ਤੂੰ ਨਹੀਂ, ਤੈਨੂੰ ਪੂਰੀ ਨਹੀਂ, ਤੂੰ ਕਿਲਟ ਪਾ ਕੇ ਨਹੀਂ ਆ ਸਕਦਾ ਉਹਦੇ ਨੂੰ। ਅਸੀਂ 2 ਦਿਨ ਸੋਚਦੇ ਰਹੇ, ਬੜੀ ਮੀਡੀਆ ਵਿੱਚ ਚਰਚਾ ਚੱਲੀ ਵੀ ਕੋਈ ਨਾ ਕੋਈ ਈਸਾਈ ਖੇਤਰ ਦੇ ਵਿੱਚੋਂ ਉਹਦੀ ਬਾਂਹ ਫੜਨਗੇ। ਕਿਸੇ ਨੇ 2 ਦਿਨ ਨਹੀਂ ਉਹਦੇ ਵਿਚਾਰੇ ਦੀ ਬਾਂਹ ਫੜੀ। ਤੀਸਰੇ ਦਿਨ ਫਿਰ ਅਸੀਂ ਉਹਨੂੰ ਕਾਲ ਕਰ ਲਈ ਵੀ ਬੇਟਾ ਅਸੀਂ ਤੇਰੀ ਬਾਂਹ ਫੜਦੇ ਹਾਂ ਯਾਰ, ਇੱਦਾਂ ਕਿਹੜੀ ਗੱਲ ਹੈਗੀ, ਅਸੀਂ ਤੇਰੇ ਨਾਲ ਸਟੈਂਡ ਕਰਦੇ ਹਾਂ। ਔਰ ਉਹ 48 ਘੰਟੇ ਦੇ ਅੰਦਰ ਅੰਦਰ ਅਸੀਂ ਸਾਰਾ ਬਦਲਾ ਕੇ ਰੱਖ ਦਿੱਤਾ ਸੀ। ਔਰ ਉਹ ਗ੍ਰੈਜੂਏਟ ਹੋਇਆ ਕਿਲਟ ਪਾ ਕੇ। ਇਨਫੈਕਟ ਜਦੋਂ ਉਹਨਾਂ ਦਾ ਉੱਥੇ ਬਾਅਦ ਦੇ ਵਿੱਚ ਆਪਣੇ ਫਾਇਰ ਗੱਡੀ ਦੇ ਉੱਤੇ ਚੜ੍ਹ ਕੇ ਫੜ ਕੇ ਗਿਆ, ਕਹਿੰਦਾ ਮੈਂ ਤਾਂ ਹੁਣ ਆਪਣਾ ਆਲਮੋਸਟ ਜਲੂਸ ਦੇ ਰੂਪ ਵਿੱਚ ਹੀ ਬਾਹਰ ਜਾਣਾ ਹੈਗਾ, ਤੁਸੀਂ ਮੈਨੂੰ ਕਿੱਦਾਂ ਰੋਕਿਆ ਹੈਗਾ। ਕਿੱਡਾ ਮਾਣ ਹੋ ਇੰਟਰਫੇਅਰ ਦੇ ਵਿੱਚ ਕੌਮ ਦਾ। ਦੇਖੋ ਜੀ, ਸਾਡੀ ਆਹ ਚੀਜ਼ ਜਿਹੜੀ ਹੈ ਨਾ ਹਰਜੀਤ ਸਿੰਘ ਦੀ, ਇਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਪ੍ਰਾਪਤੀਆਂ ਕਰਕੇ ਹੀ ਅੱਜ ਅਸੀਂ ਕੁਛ ਆਜ਼ਾਦੀਆਂ ਮਾਣ ਰਹੇ। ਮੈਨੂੰ ਮਾਣ ਹੈ ਜਿਹਦੇ ਵਿੱਚ ਤੁਹਾਡੇ ਫਾਦਰ ਸਾਹਿਬ ਦਾ ਵੀ, ਤੁਹਾਡੇ ਆਪਣੇ ਸੁਖੀ ਉਹਨਾਂ ਦੇ ਫਾਦਰ ਸਾਹਿਬ ਦਾ ਬਿਲਕੁਲ ਬੜਾ ਮਿਹਨਤ ਕੀਤੀ, ਕਿਉਂਕਿ ਸਾਡੇ ਨਾਲ ਦੇ ਸਾਥੀ ਨੇ। ਸੋ ਮੈਨੂੰ ਖੁਸ਼ੀ ਹੈ ਸਾਡੇ ਸਾਥੀ ਸਾਡੇ ਨਾਲ ਬਹੁਤ ਦੇਰ ਮਿਹਨਤਾਂ ਕਰਦੇ ਆ ਰਹੇ ਨੇ, ਚੱਲੇ ਜਾ ਰਹੇ ਨੇ। ਦੇਖੋ ਸਾਡਾ ਸਮਾਂ ਨਿਕਲ ਰਿਹਾ ਹੈਗਾ। ਅੱਜ ਨੌਜਵਾਨੀ ਤੁਹਾਡਾ, ਸਭ ਤੋਂ ਬਾਅਦ ਤੁਹਾਡਾ, ਤੋਂ ਤੋਂ ਬਾਅਦ ਬੱਚਿਆਂ ਦਾ, ਅਗਲਿਆਂ ਦਾ, ਤੀਜੀ ਚੌਥੀ ਪੀੜ੍ਹੀ ਆ ਚੱਲੀ ਆ ਹੁਣ। ਆਈ ਥਿੰਕ ਇਸ ਪੱਖ ਦੇ ਉੱਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ, ਇਸ ਕਰਕੇ ਮੈਂ ਤੁਹਾਨੂੰ ਲੰਬਾ ਸ਼ਾਇਦ ਲੈ ਗਿਆ ਉਹਦੇ ਬਾਰੇ। ਬਟ ਅ ਜਰਨੀ, ਇਟਸ ਇੰਜੋਏਬਲ ਜਰਨੀ। ਮੈਨੂੰ ਪਤਾ ਇਹਦੇ ਵਿੱਚ ਤਕਲੀਫਾਂ ਬਹੁਤ ਆਈਆਂ ਨੇ, ਕੋਈ ਗੱਲ ਨਹੀਂ, ਉਹ ਤਕਲੀਫਾਂ ਹੋਇਆ ਕਰਦੀਆਂ ਨੇ। ਸੱਚ ਬੋਲਣ ਤੇ ਹਮੇਸ਼ਾ ਹੀ ਤਕਲੀਫ ਹੁੰਦੀ ਆ। ਜੇ ਕਿਸੇ ਨੂੰ ਉੱਦਾਂ ਹੀ ਖੁਸ਼ ਕਰਨਾ, ਜਦ ਮਰਜ਼ੀ ਖੁਸ਼ ਕਰ ਲਓ, ਕਿਹੜੀ ਗੱਲ ਹੈਗੀ, ਉਹ ਸੌਖਾ ਵਾ ਹੋਰ ਕੰਮ। ਅੱਛਾ ਜੀ, ਹੁਣ ਜਿਹੜਾ ਇਹ ਵੱਡਾ ਪ੍ਰੋਜੈਕਟ, ਜਦ ਗੁਰੂ ਨਾਨਕ ਇੰਸਟੀਚਿਊਟ ਦੀ ਗੱਲ ਹੋਈ ਤੇ ਇਹ ਹੁਣ ਗੱਲ ਚੱਲ ਰਹੀ ਆ ਵੀ ਬਹੁਤ
ਬਹੁਤ ਵੱਡੀ ਇੱਕ ਯੂਨੀਵਰਸਿਟੀ WSO ਬਣਾ ਰਿਹਾ, ਹੁਣ ਇਸ ਇੰਸਟੀਚਿਊਟ ਬਾਰੇ ਦੱਸੋ ਜੀ। ਦੇਖੋ ਜੀ, WSO ਨਹੀਂ ਬਣਾ ਰਹੀ, ਮੈਂ ਇਸ ਚੀਜ਼ ਨੂੰ ਛੱਡਦਾ, ਵਿਲੱਖਣ ਦਾ ਦੋ ਵੱਖਰੀਆਂ ਬਾਹਰ ਇਸ ਤਰ੍ਹਾਂ ਜੀ ਗੱਲ ਹਾਂ ਨਹੀਂ, ਬਾਹਰ ਤਾਂ ਕਲੀਅਰ ਕਰੋ ਕਿਉਂਕਿ ਮੇਰਾ ਨਾਂ ਜੁੜ ਜਾਂਦਾ ਹੈ, ਬਿਲਕੁਲ ਇਸ ਕਰਕੇ ਮੇਰੇ ਨਾਂ ਜੁੜਨ ਦੇ ਨਾਲ ਇਸ ਵੇਲੇ WSO ਇੱਕ ਇੰਡੀਪੈਂਡੈਂਟ ਇੰਸਟੀਚਿਊਟ ਆ, ਨੌਜਵਾਨ ਕੈਨੇਡੀਅਨ ਬੋਰਨ ਬੱਚੇ ਉਹਨੂੰ ਚਲਾਉਂਦੇ ਨੇ, ਬਹੁਤ ਵਧੀਆ ਚਲਾਉਂਦੇ ਨੇ। ਮੈਨੂੰ ਖੁਸ਼ੀ ਹੁੰਦੀ ਆ, ਮਾਣ ਮਹਿਸੂਸ ਹੁੰਦਾ ਵੀ ਅੱਜ ਸਾਡੀ ਨਵੀਂ ਜਨਰੇਸ਼ਨ ਆ। ਮੇਰੇ ਮਨ 'ਚ ਸੀ ਵੀ ਹੁਣ ਮੈਂ ਥੋੜਾ ਜਿਹਾ ਵਿਹਲਾ ਹੋ ਗਿਆ ਸੀਗਾ, ਠੀਕ ਹੈ ਜੀ, ਨੌਜਵਾਨ ਪੀੜ੍ਹੀ ਨੇ ਉਹ ਕਾਰੋਬਾਰ ਚੱਲਦਾ ਵੀ ਸਾਨੂੰ ਕੋਈ ਨਵਾਂ ਖੇਤਰ ਦੇ ਵਿੱਚ ਕਰਨਾ ਚਾਹੀਦਾ। ਸਾਡੀ ਕਮਿਊਨਿਟੀ ਦੇ ਵਿੱਚ ਛੋਟੇ ਸਕੂਲ ਚੱਲਦੇ ਨੇ, ਐਲੀਮੈਂਟਰੀ ਚੱਲਦੇ ਨੇ, ਵਧੀਆ ਚੱਲਦੇ ਨੇ, ਹਾਈ ਸਕੂਲ ਵੀ ਚੱਲਦੇ ਨੇ, ਮੈਨੂੰ ਬਹੁਤ ਖੁਸ਼ੀ ਹੁੰਦੀ ਆ, ਮੈਂ ਮੁਬਾਰਕਾਂ ਉਹਨਾਂ ਸਾਰਿਆਂ ਚਾਲਕਾਂ ਨੂੰ। ਪਰ ਯੂਨੀਵਰਸਿਟੀ ਲੈਵਲ ਦੇ ਉੱਤੇ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ। ਮੇਰੇ ਮਨ ਵਿੱਚ ਆ ਰਿਹਾ ਸੀ ਕੁਛ ਦੇਰ ਤੋਂ ਕਿ ਯੂਨੀਵਰਸਿਟੀ ਆਪਣੀ ਬਣਨੀ ਚਾਹੀਦੀ ਹੈ। ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਿਜ਼ਨਸ ਸਾਈਡ 'ਤੇ ਸੀ ਗੱਲਬਾਤ ਕਰਨੀ ਸ਼ੁਰੂ ਕੀਤੀ। ਹਰ ਇੱਕ ਹੀ ਮੇਰਾ ਚਾਹੁੰਦਾ ਕਿ ਬਿਜ਼ਨਸ ਜਿਹੜਾ ਹੈ ਫਾਰ ਪ੍ਰੋਫਿਟ ਹੋਵੇ, ਪਰ ਮੈਂ ਇਹ ਨਾਨ ਪ੍ਰੋਫਿਟ ਬਣਾਉਣੀ ਚਾਹੁੰਦਾ ਸਾਂ, ਸਿਮਿਲਰ ਟੂ WSO, ਕਿਉਂਕਿ WSO ਵੀ ਮੈਂ ਸਰੋਤਿਆਂ ਨੂੰ ਦੱਸਦਾ, ਮੈਂ ਕਦੇ ਕਿਸੇ ਤੋਂ ਕੋਈ ਪੈਸਾ ਚਾਰਜ ਨਹੀਂ ਜੇ ਕਰਦੇ ਹੋ, ਜਿੰਨੇ ਉਹਨਾਂ ਦੇ ਵਕੀਲ ਨੇ, ਓਕੇ, ਜਿੰਨੇ ਸਾਰੇ ਫਰੀ ਵਕੀਲ ਜਿੰਨੇ ਜੇ ਬੱਚੀ ਨੇ ਉੱਥੇ 26 ਸਾਲ ਕੰਮ ਕੀਤਾ ਤੇ ਫਰੀ ਕੀਤਾ ਜੇ। ਸੋ ਇਸ ਕਰਕੇ ਅਸੀਂ ਹੁਣ ਵੀ ਸਾਡੇ ਕੋਲ ਉੱਥੇ ਵਕੀਲ ਜਿਹੜੇ ਕੰਮ ਕਰਦੇ ਲੋਕਾਂ ਕੋਲ ਪੈਸੇ ਨਹੀਂ ਜੇ ਚਾਰਜ ਕਰਦੇ, ਠੀਕ ਆ, ਲੋਕ ਉਹਨਾਂ ਨੂੰ ਸਪੋਰਟ ਕਰਦੇ ਆ, ਚੱਲਦੇ ਵੱਖਰੇ ਕੰਮਾਂ ਵਾਲੇ ਸੰਸਥਾਨ ਹੋ, ਕਿਉਂਕਿ ਉਹਦੇ ਕਾਰਜ ਬਥੇਰੇ ਹੋਰ ਹੋਇਆ ਕਰਦੇ ਨੇ। ਇਸੇ ਸੇਮ ਲੈਵਲ ਤੇ ਮੈਂ ਸ਼ੁਰੂ ਕਰਨਾ ਚਾਹੁੰਦਾ ਸੀ ਨਾਨ ਪ੍ਰੋਫਿਟ ਚੈਰੀਟੇਬਲ ਆਰਗੇਨਾਈਜੇਸ਼ਨ। ਚਲੋ ਅਸੀਂ ਠੀਕ ਆ, 5 ਪਰਿਵਾਰ ਮੇਰੇ ਕੋਲ ਇਕੱਠੇ ਹੋਏ, ਸੱਚੀ ਗੱਲ ਆ। ਸ਼ੁਰੂਆਤ ਦੇ ਵਿੱਚ 5 ਪਰਿਵਾਰ ਵੀ ਬਹੁਤ ਹੁੰਦੇ, 5 'ਚ ਪਰਮੇਸ਼ਰ ਵਸਦਾ, ਮੇਰੇ ਪਾਤਸ਼ਾਹ ਸਾਹਿਬ ਜਾਣੇ ਅਰਦਾਸ ਕਰਕੇ ਅਸੀਂ ਸ਼ੁਰੂ ਕਰ ਦਿੱਤੀ। ਇਹ ਪਹਿਲੀ ਯੂਨੀਵਰਸਿਟੀ ਹੋਏਗੀ ਬਣੀ ਹਿੰਦੁਸਤਾਨ ਤੋਂ ਬਾਹਰ ਜਿਹੜੀ ਇਸ ਲੈਵਲ ਤੇ ਬਣੇਗੀ। ਬਾਕੀ ਹੈਗੀਆਂ ਨੇ, ਚੱਲਦੇ ਨੇ, ਲੋਕਾਂ ਨੇ ਜਗ੍ਹਾ ਲਈਆਂ ਨੇ, ਚਲਾ ਰਹੇ ਨੇ, ਸੇਵਾ ਕਰ ਰਹੇ ਨੇ ਵੱਖਰੇ ਵੱਖਰੇ ਲੈਵਲ ਤੇ, ਮੁਬਾਰਕਾਂ ਸਾਰਿਆਂ ਨੂੰ। ਪਰ ਕੋਈ ਵੀ ਯੂਨੀਵਰਸਿਟੀ ਬਣਾਉਣ ਵਾਸਤੇ ਐਕੈਡੈਮਿਕ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ। ਜਿਹੜੇ ਵਿਦਵਾਨ ਲੋਕ, ਖੋਜੀ ਲੋਕ ਤੁਹਾਡੇ ਨਾਲ ਜੁੜਦੇ ਨੇ ਨਾ, ਸਾਡੇ ਕੋਲ ਟੀਮ 115 ਦੀ ਆ। ਦੁਨੀਆ ਭਰ ਦੇ ਵਿੱਚੋਂ ਪ੍ਰੋਫੈਸਰ ਜੁੜੇ ਹੋਏ ਨੇ ਔਰ ਚੰਗੇ ਲੈਵਲ ਤੇ ਉਹ ਪ੍ਰੋਫੈਸਰ ਜੁੜੇ ਹੋਏ ਨੇ। ਮੈਂ ਮਾਣ ਨਾਲ ਕਹਿ ਸਕਦਾ, ਸਿੱਖਾਂ ਦੀ ਇੱਕ ਸ਼ਖਸੀਅਤ ਡਾਕਟਰ ਬਲਜੀਤ ਸਿੰਘ ਇੱਕੋ ਹੀ ਇਕੱਲਾ ਆ, ਠੀਕ ਹੈ ਜੀ, ਜਿਹੜਾ ਸੈਸਕਟੂਨ ਯੂਨੀਵਰਸਿਟੀ ਦੇ ਵਿੱਚ ਨੇ ਵਾਈਸ ਪ੍ਰੈਜ਼ੀਡੈਂਟ ਰਿਸਰਚ ਖੇਤਰ ਦੇ ਉੱਤੋਂ। ਉਹਨਾਂ ਦੀ ਖੋਜ ਦਾ ਖੇਤਰ ਜਿਹੜਾ ਹੈਗਾ ਆ ਉਹ ਦੁਨੀਆ ਭਰ 'ਚ ਐਕਚੁਅਲੀ ਜਾਣਿਆ ਪਹਿਚਾਣਿਆ ਜਾਂਦਾ। ਈਵਨ ਜਿਹੜੇ ਫਾਈਜ਼ਰ ਦੇ ਤੁਸੀਂ ਟੀਕੇ ਲਵਾ ਚੁੱਕੇ ਹੋ ਉਹਨਾਂ ਵਿੱਚ ਵੀ ਉਹਨਾਂ ਵਿੱਚ ਹੱਥ ਹੈ ਉਹਨਾਂ ਦਾ। ਅੱਛਾ, ਉਹ ਇਹੋ ਜਿਹੇ ਵਿਦਵਾਨ ਸਾਡੇ ਨਾਲ ਜਾਂ ਜੁੜੇ ਹੋਣ ਤਾਂ ਮੈਂ ਕਿਸ ਤਰ੍ਹਾਂ ਕਹਿ ਸਕਦਾ ਵੀ ਸਾਡੀ ਇਹ ਇੰਸਟੀਚਿਊਟ ਨਹੀਂ ਵਧੀਆ ਬਣੇਗੀ। ਇਹਦੇ ਵਾਸਤੇ 3 ਪੜਾਅ ਹੋਇਆ ਕਰਦੇ ਨੇ ਹਰਜੀਤ ਸਿੰਘ ਜੀ। ਪਹਿਲਾ ਪੜਾਅ ਹੋਇਆ ਕਰਦਾ ਵੀ ਤੁਸੀਂ ਪਰਮਿਸ਼ਨ ਲਓ ਡਿਪਲੋਮਾ ਤੇ ਸਰਟੀਫਿਕੇਟ ਦੇਣ ਦੀ ਸਰਕਾਰ ਦੇ ਕੋਲੋਂ। ਹਰ ਕੋਰਸ ਤੁਹਾਨੂੰ ਸਰਕਾਰ ਦੇ ਕੋਲੋਂ ਅਪਰੂਵ ਕਰਾਉਣਾ ਪੈਂਦਾ। ਇਹਦਾ ਨਾਂ ਅਸੀਂ ਰੱਖਿਆ ਸੀ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼। ਹਾਂਜੀ, ਕਿਉਂਕਿ ਤਾਂ ਜੋ ਅਸੀਂ ਪੂਰੇ ਖਿੱਤੇ ਦੁਨੀਆ ਦੇ ਨੂੰ ਇਹਦੇ ਵਿੱਚ ਲਿਆਉਣਾ ਚਾਹੁੰਦੇ ਹਾਂ। ਉਹਦੇ ਆਧਾਰ ਦੇ ਉੱਤੇ ਇੰਸਟੀਚਿਊਟ ਦੇ ਵਿੱਚ ਸਾਨੂੰ ਅਪਰੂਵਲ ਮਿਲਣ ਦੇ ਵਿੱਚ 6 ਤੋਂ 8 ਮਹੀਨੇ ਲੱਗ ਗਏ ਸਨ। ਅੱਛਾ ਜੀ, ਹਾਂਜੀ, ਸਾਨੂੰ ਅਪਰੂਵਲ ਮਿਲੀ ਹੋਈ ਆ ਕਾਲਜ ਦੀ ਟਾਈਪ ਦੀ, ਅਸੀਂ ਡਿਪਲੋਮੇ ਦੇ ਸਕਦੇ ਹਾਂ। ਇਸ ਵੇਲੇ 4 ਡਿਪਲੋਮੇ ਸਾਡੇ ਕੋਲ ਨੇ, 2 ਸਰਟੀਫਿਕੇਟ ਕੋਰਸਿਸ ਚੱਲਦੇ ਨੇ। ਇੱਕ ਅਗਲਾ ਡਿਪਲੋਮਾ ਜਿਹੜਾ ਸਾਡਾ ਉਹ ਆ ਜਾਣਾ ਜਨਵਰੀ ਦੇ ਵਿੱਚ, ਅਪਰੂਵਲ ਵਾਸਤੇ ਗਿਆ ਹੋਇਆ, ਔਰ ਰਿਵਿਊ ਹੋ ਚੁੱਕਾ, ਸਭ ਕੁਝ ਆ ਜਾਣੀ ਆ। ਮੈਂ ਥੋੜੀ ਉਹ ਗਿਣਾ ਦੇਣਾ ਕਿਉਂਕਿ ਅਸੀਂ ਸਿੱਖੀ ਇੰਸਟੀਚਿਊਟ ਹੋਣ ਕਰਕੇ ਸਭ ਤੋਂ ਪਹਿਲਾਂ ਸ਼ੁਰੂਆਤ ਚਾਹੁੰਦੇ ਸੀ ਵੀ ਅਸੀਂ ਸਿੱਖੀ ਦੇ ਕੋਰਸਾਂ ਤੋਂ ਹੀ ਕਰੀਏ। ਔਰ ਯੂਨੀਵਰਸਿਟੀ ਲੈਵਲ ਦੇ ਉੱਤੇ ਮੈਨੂੰ ਪਤਾ ਪੰਜਾਬੀ ਪੜ੍ਹਾਈ ਜਾਂਦੀ ਸਾਡੀਆਂ ਇੱਥੇ ਹੋਣਾ ਯੂਨੀਵਰਸਿਟੀ, ਪਰ ਜਿਹੜਾ ਉਹਦਾ ਲੈਵਲ ਆ ਤੇ ਸਾਡੇ ਕੋਰਸਿਸ ਦੇਖੋਗੇ ਉਹਦੇ ਵਿੱਚ ਵਿਲੱਖਣਤਾ ਪਾਓਗੇ ਤੁਸੀਂ, ਠੀਕ ਹੈ ਜੀ। ਸਾਡੇ ਕੋਲ ਪੰਜਾਬੀ ਸਿੱਖ ਸਟੱਡੀਜ਼ ਦਾ ਡਿਪਲੋਮਾ ਹੈ, ਉਹਦੇ ਵਿੱਚ ਕੁਝ ਕੋਰਸਿਸ ਇਹੋ ਜਿਹੇ ਨੇ ਜਿਹੜੇ ਕਿਤੇ ਵੀ ਨਹੀਂ ਪੜ੍ਹਾਏ ਜਾਂਦੇ। ਮੈਂ ਉਹਦੀ ਉਦਾਹਰਣ ਦੇਣ ਲੱਗਾ। ਇੱਕ ਕੋਰਸ ਉਹਦੇ ਵਿੱਚ ਹੈਗਾ ਸਿੱਖ ਈਥੋ ਤੇ ਸੋਸ਼ਲ ਜਸਟਿਸ ਦਾ। ਸਿੱਖ ਈਥੋ ਤੇ ਸੋਸ਼ਲ ਜਸਟਿਸ ਦੇ ਕੋਰਸ ਤਿਆਰ ਕਰਨ ਵਾਲੀ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਪ੍ਰੋਫੈਸਰ ਹੈਗੀ ਆ ਰੀਟਾ ਤਮੋਨ। ਰੀਟਾ ਜੀ ਨੇ ਜਦੋਂ ਕੋਰਸ ਤਿਆਰ ਕੀਤਾ, ਮੈਂ ਯੂਨੀਵਰਸਿਟੀ ਆਫ ਵਿਕਟੋਰੀਆ ਨਾਲ ਮੀਟਿੰਗ 'ਤੇ ਬੈਠਾ ਸਾਂ। ਉਹਨੂੰ ਕਹਿਣ ਲੱਗੇ, ਰੀਟਾ ਜੀ ਕੋਰਸ ਤਿਆਰ ਕੀਤਾ ਸਾਡੇ ਲਈ ਕਿਉਂ ਨਹੀਂ ਪੜ੍ਹਾਉਂਦੀ? ਉਹ ਕਹਿੰਦੀ ਕਿਉਂ, ਮੈਂ ਤੁਹਾਡੇ ਲਈ ਪੜ੍ਹਾਵਾਂ, ਮੈਂ ਇਹ ਗੁਰੂ ਨਾਨਕ ਇੰਸਟੀਚਿਊਟ ਲਈ ਤਿਆਰ ਕੀਤਾ ਕੋਰਸ, ਤੇ ਉੱਥੇ ਹੀ ਇਹ ਕੋਰਸ ਪੜ੍ਹਾਇਆ ਜਾਵੇਗਾ। ਔਰ ਉਸ ਕੋਰਸ ਜਿਹੜਾ ਉਹ ਖਿੱਚ ਪਾਉਂਦਾ ਆ, ਪਾਕਿਸਤਾਨ ਤੋਂ ਲੋਕੀ ਰਹਿ ਰਹੇ ਨੇ, ਹਿੰਦੁਸਤਾਨ ਤੋਂ ਲੋਕੀ ਲੈ ਰਹੇ ਨੇ, ਇੱਥੇ ਦੇ ਸਟੂਡੈਂਟਸ ਨੇ ਤਾਂ ਲੈਣਾ ਹੀ ਲੈਣਾ ਹੈਗਾ। ਸੋ ਇਸ ਕਰਕੇ ਉਹ ਇੱਕ ਕੋਰਸ ਇੱਕ ਹੋਰ ਆ, ਆਪਾਂ ਕੰਪੈਰੇਟਿਵ ਰਿਲੀਜਨ ਪੜ੍ਹਾਉਂਦੇ ਆ ਜੀ। ਆਮ ਦੇਸ਼ਾਂ ਵਿੱਚ ਪੜ੍ਹਾਇਆ ਜਾਂਦਾ ਹਰ ਇੱਕ। ਅਸੀਂ ਕ੍ਰਿਟੀਕਲਟੀ ਆਫ ਰਿਲੀਜਨ ਦਾ ਸਬਜੈਕਟ ਦੇ ਨਾਲ ਉਹ ਕੀਤਾ ਸ਼ੁਰੂ, ਓਰੀਜਨ ਤੇ ਕ੍ਰਿਟੀਕਲਟੀ ਉਸ ਧਰਮ ਦੀ। ਉਹ ਕੋਰਸ ਸਾਡਾ ਤਿਆਰ ਕਰਨ ਵਾਲਾ ਕੈਲਗਰੀ ਯੂਨੀਵਰਸਿਟੀ ਦਾ ਪ੍ਰੋਫੈਸਰ ਗਰੇਵਾਲ ਹੈ, ਡਾਕਟਰ ਗਰੇਵਾਲ, ਠੀਕ ਹੈ ਜੀ। ਅੱਛਾ, ਉਹ ਕੋਰਸ ਉਹਨੇ ਤਿਆਰ ਕੀਤਾ। ਉਹ ਕੋਰਸ ਦੀਆਂ ਹੁਣ ਕਲਾਸਾਂ ਫਿਰ ਅਕਤੂਬਰ ਵਿੱਚ ਸ਼ੁਰੂ ਹੋਣੀਆਂ। ਪਹਿਲਾਂ ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ, ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਸਾਨੂੰ ਹੋਰ ਪ੍ਰੋਫੈਸਰ ਉਸ ਕੋਰਸ ਨੂੰ ਪੜ੍ਹਾਉਣ ਵਾਸਤੇ ਲੱਭਣਾ ਪਿਆ। ਉਹ ਪ੍ਰੋਫੈਸਰ ਹੁਣ ਸਾਡੇ ਕੋਲ ਤਿਆਰ ਹੈਗਾ ਤੇ ਉਹ 14 ਅਕਤੂਬਰ ਤੋਂ ਮੇਰਾ ਖਿਆਲ ਕਲਾਸਾਂ ਉਹ ਵੀ ਸ਼ੁਰੂ ਹੋ ਰਹੀਆਂ ਨੇ। ਇਸੇ ਤਰ੍ਹਾਂ ਗੁਰਮਤਿ ਸੰਗੀਤ ਤੇ ਲਾ ਲਓ, ਅਸੀਂ ਡਿਪਲੋਮਾ ਹਿੰਦੁਸਤਾਨ ਤੋਂ ਬਾਹਰ, ਈਵਨ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਜਿਹੜੇ ਡਿਪਲੋਮੇ ਕਰਾਏ ਜਾਂਦੇ ਉਹਨਾਂ ਨੂੰ ਇੱਕ ਵਿਲੱਖਣ ਡਿਪਲੋਮਾ ਗੁਰਮਤਿ ਸੰਗੀਤ ਦਾ ਅਸੀਂ ਕੀਤਾ, ਤਕਰੀਬਨ 2.5 ਸਾਲ ਦੇ। ਇਹਦੇ ਵਿੱਚ 31 ਦੇ 31 ਰਾਗ ਦੀ ਵਿੱਦਿਆ ਪ੍ਰਾਪਤ ਹੋਵੇਗੀ, ਠੀਕ ਹੈ ਜੀ। ਉਹਦੇ ਤੇ ਉਹਨੂੰ ਡਾਕਟਰ ਗੁਰਨਾਮ ਸਿੰਘ ਜਾਣੀ ਪਛਾਣੀ ਸ਼ਖਸੀਅਤ ਨੇ ਦੁਨੀਆ ਭਰ ਦੇ ਵਿੱਚ, ਉਹ ਹੈਡ ਕਰਦੇ ਨੇ ਉਸ ਪ੍ਰੋਗਰਾਮ ਨੂੰ। 7 ਪ੍ਰੋਫੈਸਰ ਨੇ ਉਹਨਾਂ ਨਾਲ ਜੁੜੇ ਹੋਏ, ਕਿਉਂਕਿ ਉਹ ਕੋਰਸ ਪੜ੍ਹਾਉਣ ਵਾਸਤੇ ਇੱਕ ਪ੍ਰੋਫੈਸਰ ਨਹੀਂ ਪੜ੍ਹਾਉਂਦਾ। ਕਿਉਂਕਿ ਅਸੀਂ ਆਨਲਾਈਨ ਚੱਲਦੇ ਹਾਂ, ਆਨਲਾਈਨ ਤੁਹਾਨੂੰ 2 ਜਾਂ 3 ਪ੍ਰੋਫੈਸਰ ਹਰ ਕਲਾਸ ਵਿੱਚ ਹੋਣੇ ਚਾਹੀਦੇ ਨੇ, ਖਾਸ ਕਰਕੇ ਗੁਰਮਤਿ ਸੰਗੀਤ ਦੇ, ਤਾਂ ਜੋ ਇਕੱਲੇ ਬੱਚੇ ਨੂੰ ਅਟੈਂਸ਼ਨ ਦਿੱਤੀ ਜਾ ਸਕੇ।
ਪੰਜਾਬੀ ਸਟੱਡੀਜ਼ ਦੇ ਸਾਡੇ ਕੋਲ ਫਸਟ ਈਅਰ ਸੈਕੰਡ ਈਅਰ ਥਰਡ ਈਅਰ ਯੂਨੀਵਰਸਿਟੀ ਦੇ ਕੋਰਸਿਸ ਨੇ। ਜਿਹੜਾ ਪ੍ਰੋਫੈਸਰ ਪੜ੍ਹਾ ਰਿਹਾ ਹੈਗਾ ਉਹ ਆਪਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪਹਿਲਾਂ ਪੜ੍ਹਾਇਆ ਕਰਦਾ ਸੀਗਾ ਅਤੇ ਉਹ ਅੱਜ ਕੱਲ੍ਹ ਇੱਥੇ ਰਹਿੰਦੇ ਨੇ ਪਿਛਲੇ ਤਕਰੀਬਨ 8-9 ਸਾਲਾਂ ਦੇ। ਸੋ ਉਹ ਕੋਰਸ ਡਾਕਟਰ ਮਾਨ ਹੁਣੀ ਪੜ੍ਹਾ ਰਹੇ ਨੇ ਅਤੇ ਉਹ ਵੀ ਚੱਲ ਰਿਹਾ ਹੈਗਾ। ਕੈਨੇਡੀਅਨ ਬੱਚੇ ਲੈਂਦੇ ਨੇ, ਇੰਜੋਏ ਕਰ ਰਹੇ ਨੇ। ਈਵਨ ਬੱਚੇ ਬਾਹਰੋਂ ਵੀ ਲੈਂਦੇ ਨੇ ਕਰਨ ਵਾਲੇ ਦੂਸਰੇ ਦੇਸ਼ਾਂ ਤੋਂ ਵੀ ਬਹੁਤ ਵਧੀਆ ਚੱਲ ਰਹੇ ਨੇ। ਅਤੇ ਸਾਡੇ ਬਿਜ਼ਨਸ ਦੇ ਕੋਰਸ ਡਿਪਲੋਮੇ 2 ਅਪਰੂਵ ਹੋ ਚੁੱਕੇ ਨੇ। ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਸਾਡਾ ਉਹ ਵੀ ਸ਼ੁਰੂ ਹੋ ਰਿਹਾ 14 ਅਕਤੂਬਰ ਤੋਂ, ਤਾਂ ਉਹ ਅਪਰੂਵਲ ਹੋ ਚੁੱਕੀ ਆ। ਅਤੇ ਪ੍ਰੋਡਕਸ਼ਨ ਦਾ ਅਤੇ ਸਪਲਾਈ ਚੇਨ ਮੈਨੇਜਮੈਂਟ ਦਾ ਇਹ ਡਿਪਲੋਮਾ ਵੀ ਸਾਡਾ ਅਪਰੂਵ ਹੋ ਚੁੱਕਾ ਹੈ ਸਰਕਾਰ ਵੱਲੋਂ। ਉਹ ਵੀ 14 ਅਕਤੂਬਰ ਤੋਂ ਕਲਾਸਾਂ ਉਹਦੀਆਂ ਵੀ ਸ਼ੁਰੂ ਹੋਣਗੀਆਂ। ਇੱਕ ਡਿਪਲੋਮਾ ਸਾਡਾ ਜਿਹੜਾ ਸਾਈਬਰ ਸਿਕਿਉਰਿਟੀ ਦੇ, ਅੱਜ ਯੁੱਗ ਬਦਲ ਚੁੱਕਾ ਹੈ, ਸਭ ਤੋਂ ਵੱਡਾ ਵਿਸ਼ਾ। ਮੇਰੇ ਨਾਲ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਜਤਿੰਦਰ ਸਿੰਘ ਜੀ ਬਾਲ ਪੁਰਾਣੀਆਂ 2 ਪੰਜਾਬ ਦੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹਿ ਚੁੱਕੇ ਨੇ ਅਤੇ ਅੱਜ ਕੱਲ੍ਹ ਕੈਨੇਡਾ ਆਇਆਂ ਨੂੰ ਇਹਨਾਂ ਨੂੰ ਸਾਲ ਕੁ ਹੋ ਗਿਆ ਅਤੇ ਮੂਵ ਹੋ ਕੇ ਆਪਣੇ ਨਾਲ ਹੀ ਡਾਇਰੈਕਟਰ ਆਫ ਆਪਰੇਸ਼ਨਸ ਦੇ ਕੰਮ ਕਰਦੇ ਨੇ। ਇਹਨਾਂ ਦੀ ਮਾਰਤਾ IT ਦੇ ਆ। ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਕੋਰਸਿਸ ਉਹ ਤਿਆਰ ਕਰੋ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਸਾਡੇ ਕੰਮ ਹੋਣ। ਸੋ ਨਹੀਂ ਉਹ 18 ਕੋਰਸਿਸ ਨਵੇਂ ਇਹੋ ਜਿਹੇ ਤਿਆਰ ਕੀਤੇ ਆ ਗਏ ਜਿਹਨਾਂ ਦੀ ਆਲਰੇਡੀ ਰਿਵਿਊ ਹੋ ਚੁੱਕੇ ਨੇ, ਐਕਸੈਪਟੇਬਿਲਿਟੀ ਆ ਚੁੱਕੀ ਹੈ। ਸਿਰਫ ਇਨ ਰਾਈਟਿੰਗ ਸਿਰਫ ਰਜਿਸਟਰਾਰ ਦਾ ਲੈਟਰ ਵੇਟ ਕਰਦੇ ਤਾਂ ਜੋ ਜਨਵਰੀ ਅਸੀਂ ਉਹ ਕੋਰਸ ਟੀਚ ਕਰਨਾ ਸ਼ੁਰੂ ਕਰੀਏ। ਅਤੇ ਉਹਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਰਸਿਸ ਸਾਡੇ ਆਲਰੇਡੀ ਤਿਆਰ ਹੋ ਗਏ ਨੇ। ਠੀਕ ਹੈ ਜੀ, ਕਿਉਂਕਿ ਅੱਜ ਯੁੱਗ ਹੁਣ ਤੁਸੀਂ ਉਹ ਪੁੱਛੋ ਕੋਈ ਨਾ ਜੀ, ਚੈਟ GPT ਅੱਜ ਕੱਲ੍ਹ ਤੁਹਾਨੂੰ ਮਿਸਗਾਈਡ ਕਰੇਗੀ। ਤੁਸੀਂ ਦੇਖਣਾ ਇਹਦੀ ਮਿਸਗਾਈਡਿੰਗ, ਇੰਨਾ ਮਿਸਯੂਜ਼ ਹੋਏਗਾ, ਮਿਸਗਾਈਡਿੰਗ ਹੋਏਗੀ। ਇਹ ਤਾਂ ਗੁਰਬਾਣੀ ਦੇ ਉੱਤੇ ਇੰਨੀ ਸੱਟ ਮਾਰ ਜਾਏਗੀ ਤੁਹਾਨੂੰ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਮੈਂ ਕਈ ਵਾਰੀ ਸੋਚਾਂ ਵਿੱਚ ਪੈ ਜਾਣਾ ਉਸ ਕੋਰਸ ਨੂੰ ਲੱਭਦਾ ਕਹਿੰਦਾ ਮੈਨੂੰ ਕੋਈ ਸ਼ਬਦ ਦੱਸ ਇਸ ਫਿਲਾਸਫੀ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਹੈ, ਉਹ ਜੇ ਨਹੀਂ ਲੱਭਦਾ ਨਾ ਉਹ ਆਪਣੇ ਕੋਲੋਂ ਨਵਾਂ ਸ਼ਬਦ ਤਿਆਰ ਕਰ ਲੈਂਦੀ ਆ। ਉਹ ਲੋਕਾਂ ਨੇ ਭੰਬਲ ਭੂਸੇ ਵਿੱਚ ਫਸ ਜਾਣਾ ਜੇ, ਸਮਝੇ ਕਿ ਨਹੀਂ। ਸੋ ਇਹ ਸਾਡੀ ਜਿਹੜੀ ਆ ਵਿਲੱਖਣ ਦਾ 2 ਚੀਜ਼ਾਂ ਸਾਡੀਆਂ ਵਿਲੱਖਣ ਨੇ ਜੀ। ਅਸੀਂ ਨਾਨ ਪ੍ਰੋਫਿਟ ਆ, ਸਾਡਾ ਫੀਸ ਸਟਰਕਚਰ ਬਹੁਤ ਲੋ ਹੈ ਔਰ ਜਿਹੜਾ ਬੱਚਾ ਨਹੀਂ ਅਫੋਰਡ ਕਰ ਪਾਉਂਦਾ ਅਸੀਂ ਉਹਨੂੰ ਪੜ੍ਹਾਉਂਦੇ ਹਾਂ ਫ੍ਰੀ। ਸਾਡੇ ਕੋਲ 60% ਦੀ ਬੱਚੇ ਇਸ ਵੇਲੇ ਜਿਹੜੇ ਆ ਉਹ ਸਕਾਲਰਸ਼ਿਪ 'ਤੇ ਪੜ੍ਹ ਰਹੇ ਆ। ਠੀਕ ਹੈ ਸਰ, ਇੱਥੇ ਕੰਮ ਪੈਸੇ ਕਮਾਉਣਾ ਨਹੀਂ, ਇੱਥੇ ਕੰਮ ਐਜੂਕੇਸ਼ਨ ਦੇਣਾ ਹੈ। ਇਹ ਇਹਦਾ ਪਹਿਲਾ ਹਿੱਸਾ। ਦੂਸਰਾ, ਸਾਡੇ ਸਾਰੇ ਕੋਰਸ ਪੜ੍ਹਾਉਣ ਵਾਸਤੇ ਘੱਟ ਤੋਂ ਘੱਟ PhD ਡਿਗਰੀ ਹੋਣੀ ਚਾਹੀਦੀ ਹੈ। ਉਹ ਸਾਰੇ ਮੈਨੂੰ ਸਵਾਲ ਕਰੀ ਜਾਂਦੇ, ਬਾਕੀ ਕਾਲਜ ਜਿਹੜੇ ਹੈਗੇ ਉਹ ਥੱਲੇ ਵਾਲਿਆਂ ਤੋਂ ਲਈ ਜਾ ਕੇ ਪੜ੍ਹਾਈ ਜਾਂਦੇ। ਮੈਂ ਜੋ ਮਰਜ਼ੀ ਪੜ੍ਹਾਉਣ ਜੀ, ਸਾਡਾ ਜਿਹੜਾ ਕੰਮ ਹੈ ਅਸੀਂ PhD ਤੇ 3 ਸਾਲ ਦਾ ਤਜਰਬਾ ਮੰਗਦੇ ਹਾਂ ਔਰ ਸਬਜੈਕਟ ਦੀ ਮਾਹਰਤਾ ਹੋਣੀ ਚਾਹੀਦੀ ਹੈ। ਕੋਰਸ ਪੜ੍ਹਾਉਣ ਵਾਸਤੇ ਉਹੀ ਪ੍ਰੋਫੈਸਰ ਸਾਡੇ ਨਾਲ ਕੰਮ ਕਰਦੇ ਨੇ, ਉਹੀ ਸਾਡੇ ਕੋਰਸਿਸ ਪੜ੍ਹਾਉਣਗੇ। ਓਕੇ, ਤਾਂ ਇਹ ਚੀਜ਼ਾਂ ਜਿਹੜੀ ਸਾਡੀ ਕੁਛ ਇੰਡੀਵਿਜੂਅਲਿਸਟਿਕ ਲੈਵਲ 'ਤੇ ਬਹੁਤ ਵਿਲੱਖਣਤਾ। ਇੱਕ ਹਿੱਸਾ ਜਿਹੜਾ ਸਾਡਾ ਬਹੁਤ ਵੱਡਾ ਹੈ ਜੀ, ਉਹ ਹੈ ਸਾਡਾ ਖੋਜ ਦਾ। ਖੋਜ ਦੇ ਖੇਤਰ ਆਮ ਇੰਸਟੀਚਿਊਟ ਜਿਹੜੇ ਇੱਥੇ ਪ੍ਰਾਈਵੇਟ ਕਾਲਜਸ ਯੂਨੀਵਰਸਿਟੀਆਂ ਵੀ ਬਣੀਆਂ ਹੋਈਆਂ ਨੇ, ਉਹ ਠੀਕ ਹੈ ਐਜੂਕੇਸ਼ਨ ਸਾਈਡ 'ਤੇ ਜ਼ੋਰ ਦਿੰਦੇ ਨੇ, ਮੁਬਾਰਕਾਂ। ਇੱਥੇ ਵੀ ਆਪਣਾ ਹਰ ਇੱਕ ਦਾ ਲੈਵਲ ਹੈਗਾ ਜਿਸ ਲੈਵਲ 'ਤੇ ਪੜ੍ਹਾਉਂਦੇ ਨੇ। ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਖੁਸ਼ੀ ਨਾਲ ਪੜ੍ਹਾਉਣ, ਪਰ ਮੇਰਾ ਜਿਹੜਾ ਸਾਡਾ ਨਿਸ਼ਾਨਾ ਇੱਥੇ ਆ ਉਹ ਖੋਜ ਦਾ ਵੀ ਬਰਾਬਰ ਚੱਲਦਾ ਹੈ। ਖੋਜ ਖੇਤਰ ਦੇ ਅੰਦਰ ਸਾਡੇ ਕੁਝ ਮੇਜਰ ਪ੍ਰੋਜੈਕਟ ਜਿਹੜੇ ਅਸੀਂ ਕਰਵਾ ਚੁੱਕੇ ਹਾਂ ਔਰ ਇੱਕ ਚੱਲਦਾ ਮੇਜਰ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਸੀ, ਪੰਜਾਬੀ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਸੀ। ਪੰਜਾਬ ਯੂਨੀਵਰਸਿਟੀ ਨੂੰ ਫਾਰ ਐਗਜ਼ਾਮਪਲ ਸਾਡਾ ਧਰਮ 550 ਸਾਲ ਤੋਂ ਉੱਪਰ ਹੋ ਚੁੱਕੇ ਨੇ। ਕਿਸੇ ਨੇ ਅੱਜ ਤੱਕ ਉਹਦੀ ਇੱਕ ਵਿਲੱਖਣਤਾ ਜ਼ਾਹਰ ਕਰਨ ਵਾਸਤੇ ਜਾਂ ਇੱਕ ਯੂਨੀਫਾਈਡ ਇਕਲੀ ਟਰਾਂਸਲੇਸ਼ਨ ਨਹੀਂ ਪੈਦਾ ਕਰ ਸਕਿਆ ਸੀ। ਵੱਖਰੇ 25 ਐਸਲੇ ਟੀਕੇ ਫਿਰਦੇ ਨੇ ਦੁਨੀਆ ਭਰ ਦੇ ਵਿੱਚ, ਜਿਨ੍ਹਾਂ ਵਿੱਚੋਂ 5-7 ਤਾਂ ਚਲੋ ਤੁਹਾਨੂੰ ਇੰਟਰਨੈਟ 'ਤੇ ਮਿਲਦੇ ਨੇ, ਬਾਕੀ ਅਜੇ ਉੱਦਾਂ ਲਾਇਬ੍ਰੇਰੀਆਂ 'ਚ ਪਏ ਨੇ। ਸੋ ਅਸੀਂ ਕੀ ਕੀਤਾ ਸੀ, ਉਹ ਸਾਰੇ ਪ੍ਰੋਜੈਕਟ ਨੂੰ ਲੈ ਲਿਆ ਕੁਝ ਪ੍ਰੋਫੈਸਰਾਂ ਦੇ ਨਾਲ ਰਲ ਕੇ, ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਆਪਣੇ ਡਾਕਟਰ ਗੁਰਮੇਲ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ, ਉਹਨਾਂ ਦੇ ਸਾਥੀ ਨੇ। ਉਹਨੂੰ ਪ੍ਰੋ ਬੋਨੋ ਸੁਪਰਵਾਈਜ਼ ਕਰਦੇ ਬਾਈ ਬਨੇ, ਮਤਲਬ ਬਗੈਰ ਕਿਸੇ ਪੈਸੇ ਲਏ ਤੋਂ ਬੋਨੋ ਉਹ ਸੁਪਰਵਾਈਜ਼ ਕਰਦੇ ਨੇ। ਪਰ ਸਾਡੇ ਕੋਲ 33 ਸਕਾਲਰਸ ਨੇ ਹੋਰ ਜਿਨ੍ਹਾਂ ਨੂੰ ਅਸੀਂ ਪੇ ਕਰਦੇ ਹਾਂ। ਪਿਛਲੀ ਫਰਵਰੀ ਤੋਂ ਸਾਨੂੰ ਤਕਰੀਬਨ 18 ਮਹੀਨੇ ਹੋ ਚੁੱਕੇ ਨੇ। 18 ਮਹੀਨਿਆਂ ਦੇ ਵਿੱਚ ਅਸੀਂ 33 ਸਕਾਲਰਸ ਨੂੰ ਹਾਇਰ ਕੀਤਾ ਹੋਇਆ ਉਹਦੇ 'ਤੇ ਵਰਕ ਕਰਨ ਵਾਸਤੇ। ਕੱਲੇ ਇੱਕ ਅੱਖਰ ਨੂੰ ਲੈ ਕੇ ਉਹਦੀ ਕੰਪੈਰੀਜ਼ਨ ਕਰ ਰਹੇ ਹਾਂ ਅਸੀਂ। ਠੀਕ ਹੈ ਜੀ, 15 ਟੀਕੇ ਅਸੀਂ ਪਿਕਅਪ ਕੀਤੇ ਸੀ। 25 ਚੋਂ ਜਿਹੜੇ ਜਾਣੇ ਪਹਿਚਾਣੇ ਚੰਗੀਆਂ ਸ਼ਖਸੀਅਤਾਂ ਦੇ ਨੇ ਤਾਂ ਉਹਨਾਂ ਨੂੰ ਉਹ ਕਰਦੇ ਨੇ। ਸਾਡਾ ਅਗਲੇ ਸਾਲ ਉਹ ਪ੍ਰੋਜੈਕਟ ਕੰਪਲੀਟ ਹੋ ਜਾਏਗਾ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਅਸੀਂ ਕੀਤਾ। ਭਾਸ਼ਾਵਾਂ ਦੇ ਤੌਰ ਦੇ ਉੱਤੇ ਅਸੀਂ ਸੰਕੋਚਦੇ ਨਹੀਂ ਇਨਵੈਸਟਮੈਂਟ ਕਰਨ ਵੇਲੇ, ਜਿੱਥੇ ਰਿਸਰਚ ਜਦ ਕਰਵਾਉਣੀ ਹੁੰਦੀ ਆ ਤੇ ਉਸ ਰਿਸਰਚ ਦੇ ਆਧਾਰ ਦੇ ਉੱਤੇ ਫਾਰ ਐਗਜ਼ਾਮਪਲ ਇੱਕ ਪਿੱਛੇ ਆਪਾਂ ਨੂੰ ਪਤਾ ਵੀ ਬਾਲ ਦਿਵਸ ਹਿੰਦੁਸਤਾਨ ਵਿੱਚ ਅਨਾਉਂਸ ਹੋਇਆ ਸੀ। ਬਿਲਕੁਲ ਹੋਇਆ ਸੀ। ਓਕੇ ਜੀ, ਉਹਦੇ 'ਤੇ ਬੜੀਆਂ ਬਿਆਨਬਾਜ਼ੀ ਵੀ ਹੋਈ, ਪਰ ਪ੍ਰੈਕਟੀਕਲ ਕੰਮ ਕੁਛ ਨਹੀਂ ਸੀ ਹੋਇਆ। ਸਾਡੇ ਸਕਾਲਰਸ ਨੇ ਸੋਚਿਆ ਵੀ ਯਾਰ ਪ੍ਰੈਕਟੀਕਲ ਕੰਮ ਕਰਨ ਵਾਸਤੇ ਕੁਝ ਨਾ ਕੁਝ ਵੱਖਰਾ ਕਰਨਾ ਚਾਹੀਦਾ। ਅਸੀਂ ਕੀ ਕੀਤਾ, ਸ਼੍ਰੋਮਣੀ ਕਮੇਟੀ ਦੇ ਕੋਲ ਇੱਕ ਛੋਟਾ ਜਿਹਾ ਟਰੈਕਟ ਤਿਆਰ ਕੀਤਾ ਸੀ 2019 ਦੇ ਵਿੱਚ, ਨਿੱਕੀਆਂ ਜਿੰਦਾਂ ਵੱਡਾ ਸਾਕਾ।
ਉਹਨੂੰ ਅਸੀਂ ਦੇਖਿਆ ਵੀ ਉਹ ਬੜਾ ਅਪਰੋਪਰੀਏਟ ਹੈਗਾ, ਪਰ ਉਹਦਾ ਟਰਾਂਸਲੇਸ਼ਨ ਸਾਡੀ ਜਿਹੜਾ ਅੰਗਰੇਜ਼ੀ 'ਚ ਹੋਣਾ ਚਾਹੀਦਾ। ਅਸੀਂ 11 ਭਾਸ਼ਾ ਦੇ ਵਿੱਚ ਉਹਦਾ ਟਰਾਂਸਲੇਸ਼ਨ ਕੀਤਾ ਜੀ। 11 ਭਾਸ਼ਾ ਦੇ ਵਿੱਚ ਟਰਾਂਸਲੇਸ਼ਨ ਖਾਸ ਕਰਕੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਵੀ ਉੱਥੇ ਵੰਡਿਆ ਜਾ ਸਕੇ, ਉਹਨਾਂ ਲੋਕਾਂ ਨੂੰ ਪਤਾ ਲੱਗੇ ਜੇ ਦਿਨ ਅਨਾਉਂਸ ਕੀਤਾ ਤੇ ਇਹਦੇ ਪਿੱਛੇ ਪਿਛੋਕੜ ਸ਼ਹੀਦੀ ਦਾ ਕੀ ਹੈ। ਉਹ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਆਲਰੇਡੀ ਦੇ ਦਿੱਤਾ, ਉਹਨਾਂ ਨਾਲ ਅਪਰੂਵਲ ਕਰਵਾ ਕੇ ਦਿੱਤਾ ਸੀਗਾ। ਉਹ ਪ੍ਰਿੰਟ ਐਥਕੀ ਹੋ ਜਾਏਗਾ, ਉਹ ਵੀ ਚੱਲੇਗਾ, ਸਾਡਾ ਡਿਜੀਟਾਈਜ਼ ਕਾਪੀ ਵੀ ਸਾਡੇ ਵੈਬਸਾਈਟ ਤੇ ਆ ਜਾਣਗੀਆਂ। ਸੋ ਇਹ ਜੇ ਪ੍ਰੋਜੈਕਟ ਚੱਲਦੇ ਨੇ ਜੀ। ਤੇ ਸੰਧੂ ਸਾਹਿਬ, ਇਹ ਜਿਹੜਾ ਇੰਸਟੀਚਿਊਟ ਦਾ ਆਪਾਂ ਨੂੰ ਫਿਜ਼ੀਕਲ ਇਹਦਾ ਜਿਹੜੀ ਪਲਾਨ ਕੀ ਹੈ ਵੀ ਇਹ ਬਣਨਾ ਕਿਹੋ ਜਿਹਾ ਬਣਨਾ, ਕਿਉਂਕਿ ਇਹ ਬਹੁਤ ਉਤਸੁਕਤਾ ਮਨ ਦੇ ਵਿੱਚ ਵੀ ਵਿਜ਼ੀਬਲ ਕਦ ਹੋ। ਬਿਲਕੁਲ ਜੀ, ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਹੈਗਾ ਤੇ ਅਜੇ ਵੱਡਾ ਪ੍ਰੋਜੈਕਟ ਹੈ ਬਹੁਤ। ਇਹ ਵੱਡੇ ਤੋਂ ਵੀ ਵੱਡਾ ਪ੍ਰੋਜੈਕਟ ਕਹਿ ਸਕਦੇ, ਕੌਮੀ ਪ੍ਰੋਜੈਕਟ ਹੈ ਜੀ, ਗੁਰੂ ਨਾਨਕ ਸਾਹਿਬ ਦਾ ਪ੍ਰੋਜੈਕਟ ਹੈ, ਇਹਨੇ ਬਣਨਾ ਹੀ ਬਣਨਾ। ਇਹ ਚੀਜ਼ ਮੈਂ ਤੁਹਾਨੂੰ ਸ਼ਾਇਦ ਹੀ ਦੇ ਸਕਦਾ, ਮੇਰੇ ਜੇ ਪਾਤਸ਼ਾਹ ਤੇ ਤੁਹਾਨੂੰ ਵਿਸ਼ਵਾਸ ਹੈ ਨਾ, ਬਣੇਗਾ, ਇਹ ਬਣੇਗਾ। ਔਰ ਇਹਦੇ ਵਾਸਤੇ ਤੁਹਾਨੂੰ 50 ਤੋਂ 100 ਏਕੜ ਜ਼ਮੀਨ ਦੀ ਲੋੜ ਆ। ਠੀਕ ਹੈ ਜੀ, ਕਿ ਜੇ ਕੋਈ ਯੂਨੀਵਰਸਿਟੀ ਨੇ ਕਿਸੇ ਕਾਬਲ ਬਣਨਾ ਆ, ਔਰ ਸਾਨੂੰ ਪਤਾ ਸਰੀ ਵਿੱਚ ਨਹੀਂ ਬਣ ਸਕਣਾ। ਠੀਕ ਹੈ ਜੀ, ਸਰੀ ਤੋਂ ਬਾਹਰ ਨਿਕਲ ਕੇ, ਹੋ ਸਕਦਾ ਚਿਲਾ ਬੈਕ ਤੋਂ ਵੀ ਬਾਹਰ ਨਿਕਲ ਕੇ ਬਣੇ ਇਹ। ਹੋਪ ਤੱਕ ਅਸੀਂ ਜਿਹੜੀ ਆ ਜ਼ਮੀਨ ਦੇਖ ਰਹੇ ਹੈਗੇ ਆ, ਤੇ ਇਨਫੈਕਟ ਅਸੀਂ ਸਿਟੀ ਕੌਂਸਲਾਂ ਦੇ ਨਾਲ ਮੀਟਿੰਗ ਵੀ ਕਰ ਚੁੱਕੇ ਹੈਗੇ ਆ। ਜਿਸ ਏਰੀਏ ਵਿੱਚ ਆ, ਜੋ ਉਸ ਸ਼ਹਿਰ ਦੇ ਵਿੱਚ ਜੇ ਅਸੀਂ ਜਾਣਾ ਚਾਹਵੇਂ, ਮੈਂ ਉਦਾਹਰਨ ਦੇ ਦੇਣਾ, ਜੇ ਅਸੀਂ ਹੋਪ ਵਾਲਿਆਂ ਨਾਲ ਮੀਟ ਕਰ ਰਹੇ ਸੀ, ਮੈਂ ਕਿਹਾ ਤੁਹਾਡੀ ਤਾਂ ਆਬਾਦੀ 6500 ਦੀ ਆ, 6500 ਦੀ ਆਬਾਦੀ ਤੁਸੀਂ ਕਿੱਦਾਂ ਸਪੋਰਟ ਕਰੋਗੇ ਜੇ ਅਸੀਂ 10,000 ਸਟੂਡੈਂਟ ਲੈ ਆਉਂਦੇ, ਸ਼ਹਿਰ ਬਸਾ ਦੇਵਾਂਗੇ। ਹਾਂਜੀ ਬਿਲਕੁਲ। ਉਹ ਕਹਿੰਦੇ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਜਿੰਨਾ ਵੀ ਇਨਫਰਾਸਟ੍ਰਕਚਰ ਦੀ ਲੋੜ ਹੋਏਗੀ ਨਾ, ਉਹ ਇਨਫਰਾਸਟ੍ਰਕਚਰ ਵਾਸਤੇ ਸਾਡਾ ਸ਼ਹਿਰ ਤਿਆਰ ਹੋਏਗਾ। ਜੇ ਸਾਡੇ ਸ਼ਹਿਰ ਵਿੱਚ ਤੁਸੀਂ ਇਹ ਕਰੋ, ਸਾਡੀ ਖੁਸ਼ਕਿਸਮਤੀ ਹੋਵੇਗੀ। ਸੋ ਅਸੀਂ ਉਹ ਜ਼ਮੀਨ ਦੇਖ ਰਹੇ ਹੈਗੇ ਹਾਂ। ਬਣਦੀ ਨੂੰ 10 ਸਾਲ ਦਾ ਪ੍ਰੋਜੈਕਟ ਦਿੱਤਾ ਜੀ ਸਰਕਾਰ ਨੂੰ, ਟੂ ਬੀ ਵੈਰੀ ਆਨੈਸਟ, ਕਿਉਂਕਿ ਕੋਈ ਪ੍ਰੋਜੈਕਟ ਓਵਰਨਾਈਟ ਨਹੀਂ ਜੇ ਬਣਿਆ ਕਰਦੇ। 10 ਸਾਲ ਦੇ ਪ੍ਰੋਜੈਕਟ ਦਿੱਤਾ ਸੀ ਵੀ 10 ਸਾਲ ਦੇ ਅੰਦਰ ਸਾਡਾ ਯੂਨੀਵਰਸਿਟੀ ਦਾ ਢਾਂਚਾ ਜਿਹੜਾ ਪੂਰਾ ਤਿਆਰ ਹੋਵੇਗਾ। ਪਲੱਸ ਯੂਨੀਵਰਸਿਟੀ ਦਾ ਨਾਂ ਲੈਣ ਵਾਸਤੇ ਤੁਹਾਨੂੰ ਕੁਝ ਮਿਹਨਤ ਕਰਨੀ ਪੈਂਦੀ ਆ। ਸਾਡੇ ਕੋਲ ਜੇ ਡਿਪਲੋਮੇ ਤੇ ਸਰਟੀਫਿਕੇਟ ਦੇਣ ਦੀ ਇਜਾਜ਼ਤ ਹੈ, ਡਿਗਰੀ ਦੇਣ ਦੀ ਇਜਾਜ਼ਤ ਵਾਸਤੇ ਅਸੀਂ ਇਸ ਦਸੰਬਰ ਤੋਂ ਪਹਿਲਾਂ ਅਪਲਾਈ ਕਰਨਾ ਜੇ। ਸਾਡੀ ਇੱਕ ਜੁਆਇੰਟ ਡਿਗਰੀ ਆਵੇਗੀ BA ਤੇ BCom ਦੀ। ਅਸੀਂ ਵਿਲੱਖਣਤਾ ਥੋੜੀ ਜ਼ਾਹਰ ਕਰਨੀ ਚਾਹੁੰਦੇ। ਬਾਕੀ ਦਿਨੋਂ ਸਾਡੇ ਕੋਰਸ ਦੇ ਵਿੱਚ ਡਿਪਲੋਮੇ ਵਿੱਚ ਸਿੱਖੀ ਦਾ ਇੱਕ ਕੋਰਸ ਲੈਣਾ ਲਾਜ਼ਮੀ ਹੈ, ਉਹ ਤੋਂ ਬਗੈਰ ਸਾਡੇ ਡਿਪਲੋਮੇ ਨਹੀਂ ਜੇ ਹੁੰਦੇ। ਇਹ ਚੀਜ਼ਾਂ ਅਸੀਂ ਐਡ ਕਰੀ ਜਾ ਰਹੇ ਸਾਡੇ ਡਿਪਲੋਮੇ ਦੇ ਵਿੱਚ ਸਿੱਖੀ ਦਾ ਜਿਹੜਾ ਸਿੱਖੀ ਤੋਂ ਵਿਦਿਆਰਥੀ ਕੋਈ ਵੀ ਹੋ ਸਕਦਾ, ਵਿਦਿਆਰਥੀ ਕੋਈ ਵੀ ਹੋਵੇ। ਇਹਨੂੰ ਗੁਰੇ ਨੇ ਲੈ, ਮੈਂ ਤੁਹਾਨੂੰ ਉਦਾਹਰਨ ਦਿੰਦਾ, ਸਾਡਾ ਸਿੱਖੀ ਤੋਂ ਸੋਸ਼ਲ ਜਸਟਿਸ ਵਾਲਾ ਕੋਰਸ ਹੈ ਜਿਹੜਾ ਨਾ, ਅਸਿਸਟੈਂਟ ਸੁਪਰਨਟੈਂਡੈਂਟ ਜਿਹੜਾ ਐਬਸਪੋਰਟ ਦੇ ਸਕੂਲ ਡਿਸਟ੍ਰਿਕਟ ਦਾ ਆ, ਉਹਨੇ ਹੁਣ ਕੋਰਸ ਕੰਪਲੀਟ ਕੀਤਾ। ਉਹ ਵੈਰੀ ਗੁੱਡ। ਮੈਂ ਉਹਨੂੰ ਪੁੱਛ ਰਿਹਾ ਸੀ, ਮੈਂ ਕਿਹਾ ਤੂੰ ਕਾਹਤੇ ਲੈ ਰਿਹਾ? ਕਹਿੰਦਾ ਯਾਰ ਮੈਨੂੰ ਤੁਹਾਡਾ ਕੋਰਸ ਵਧੀਆ ਲੱਗਾ, ਮੈਂ ਤੁਹਾਡੇ ਪ੍ਰੋਫੈਸਰ ਨੂੰ ਵੀ ਜਾਣਦਾ, ਕਿਉਂਕਿ ਡਾਕਟਰ ਸ਼ਰਨਜੀਤ ਕੌਰ ਉਹਨੂੰ ਟੀਚ ਕਰਦੇ ਨੇ। ਕਹਿੰਦਾ ਮੈਂ ਉਹਨੂੰ ਪ੍ਰੋਫੈਸਰ ਨੂੰ ਵੀ ਜਾਣਦਾ, ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕੀ ਟੀਚ। ਔਰ ਇੱਕ ਪੱਕਾ ਜਿਹਨੂੰ ਤੁਸੀਂ ਅਸਾਈ ਕਹਿ ਸਕਦੇ ਹੋ, ਖਾਸ ਕਰਕੇ ਐਬਸਪੋਰਟ ਦੇ ਕਿਤੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਰੜੇ ਨੇ ਪੂਰੇ। ਹਾਂ, ਪੂਰੇ ਕਰੜੇ ਨੇ, ਔਰ ਪੂਰੇ ਉੱਤੇ ਪਹਿਰਾ ਦਿੰਦੇ ਨੇ। ਤੇ ਉਹ ਕਹਿੰਦਾ ਉਹਨੇ ਕੋਰਸ ਹੁਣੇ ਕੰਪਲੀਟ ਕੀਤਾ, ਪੂਰੀ ਫੀਸ ਦੇ ਕੇ ਕੀਤਾ। ਇਨਫੈਕਟ ਉਹਨੇ ਅੱਜ ਬਾਕੀ ਤਾਂ ਬੱਚੇ ਉਹਦਾ ਫ੍ਰੀ ਵੀ ਪੜ੍ਹਦੇ ਹੋਣੇ ਸਾਡੇ ਕੋਲ, ਪਰ ਉਹਨੇ ਪੂਰੀ ਫੀਸ ਦੇ ਕੇ ਕੰਪਲੀਟ ਕੀਤਾ। ਸੋ ਵੱਖਰੀ ਕੌਮਾਂ, ਕੋਈ ਵੀ ਬੰਦਾ ਸਾਡੇ ਕੋਰਸ ਲੈ ਸਕਦਾ, ਇਕੱਲੇ ਸਿੱਖਾਂ ਵਾਸਤੇ ਨਹੀਂ, ਗੈਰ ਸਿੱਖ ਵੀ ਨੇ, ਹਿੰਦੂ ਬੱਚੇ ਮੈਂ ਦੇਖਦਾ ਕੁਝ ਲੈਂਦੇ ਨੇ, ਸੋ ਦੂਸਰੇ ਦੇਸ਼ਾਂ ਤੋਂ ਵੀ ਲੈ ਸਕਦੇ ਨੇ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼, ਇਹ ਬਹੁਤ ਤੁਹਾਡੇ ਸਵਾਲ ਸੀ ਪਿਛਲੇ 1 ਸਾਲ ਦੇ ਵੀ ਇਹ ਬਣਨਾ ਕਿੱਥੇ ਹੈ। ਸਰ ਸਾਹਿਬ ਨੇ ਤੁਹਾਨੂੰ ਥੋੜੀ ਤਸ਼ਵੀਹ ਦੇ ਦਿੱਤੀ ਬਈ ਚਿਲਾ ਬੈਗ ਤੋਂ ਉਰਲੇ ਬੰਨੇ ਦਾ ਜ਼ਮੀਨ ਮਹਿੰਗੀ ਆ, ਪਰਲੇ ਬੰਨੇ ਨੂੰ ਜਾਵਾਂਗੇ। ਹੋਪ ਬਹੁਤ ਰਮਣੀਕ ਹੈ। ਹੋਪ ਦੇ ਵਿੱਚ ਜੇ ਸਾਡਾ ਇੰਸਟੀਚਿਊਟ ਬਣ ਜਾਵੇ, ਜਿਹਦੇ ਲਈ ਆਪਾਂ ਰਲ ਕੇ ਸਾਰੇ ਕੰਮ ਕਰਾਂਗੇ, ਇਕੱਲਾ ਉਹਨਾਂ ਦਾ ਪ੍ਰੋਜੈਕਟ ਨਹੀਂ, ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਸਾਂਝੇ ਨੇ। ਤੇ ਜਿਉਂ-ਜਿਉਂ ਸਮਾਂ ਆਏਗਾ ਉਹ ਵੀ ਗੱਲ ਹੋਏਗੀ। ਇਹ ਕਾਨਫਰੰਸ ਉਹਨਾਂ ਦੀ ਵੱਡੀ ਹੋ ਰਹੀ ਹੈ 22 ਤੇ 23 ਨੂੰ, ਉਹਦੀ ਹੁਣ ਜਾਣਕਾਰੀ ਦੇਵਾਂਗੇ ਵਪਾਰਕ ਸੰਦੇਸ਼ਾਂ ਤੋਂ ਬਾਅਦ। ਸਰ ਗਿਆਨ ਸਿੰਘ ਸੰਧੂ ਮੇਰੇ ਨਾਲ ਰਹਿਣ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਬਹੁਤ ਵੱਡਾ ਇੱਕ ਇੰਸਟੀਚਿਊਟ ਜਿਹੜਾ ਬਣੇਗਾ, ਜਿਹਨੇ ਤੁਹਾਡੇ ਵੇਖਦਿਆਂ ਹੀ ਆਪਣੇ 5, 7, 10 ਸਾਲਾਂ ਦੇ ਵਿੱਚ ਆਪਾਂ ਵਿਜ਼ਿਟ ਕਰਨ ਜਾਇਆ ਕਰਾਂਗੇ ਵੀ ਆਓ ਵੀ ਆਪਣਾ ਇੰਸਟੀਚਿਊਟ ਦੇਖ ਕੇ ਜਾਓ। ਯੂਨੀਵਰਸਿਟੀ ਜਿਹਨੂੰ ਕਿਹਾ ਜਾਊਗਾ ਸਿੱਖਾਂ ਦੀ ਪਹਿਲੀ ਯੂਨੀਵਰਸਿਟੀ, ਜਿਹੜੀ ਮੁਨਾਫੇ ਲਈ ਨਹੀਂ ਹੈ, ਜਿਹੜੀਆਂ ਚੌਧਰਾਂ ਲਈ ਨਹੀਂ ਹੈ। ਗੁਰੂ ਨਾਨਕ ਇੰਸਟੀਚਿਊਟ ਵੱਲੋਂ ਇੱਕ ਸਮਿਟ ਕਰਾਈ ਜਾ ਰਹੀ ਹੈ 23 ਤੇ 24 ਤਰੀਕ ਨੂੰ। ਹੁਣ ਉਸ ਦੀ ਜਾਣਕਾਰੀ ਦਿੰਦੇ ਆ, ਉਹਦਾ ਬੇਸ ਕੀ ਹੈ, ਉਹਦੇ 'ਚ ਕੀ ਹੋਏਗਾ। ਸਰ ਸਾਹਿਬ ਉਸ ਦੇ ਬਾਰੇ ਦੱਸੋ ਜੀ। ਧੰਨਵਾਦ ਜੀ। ਇਹ ਸਾਡੀ ਦੂਸਰੀ ਸਮਿਟ ਹੈ ਜੀ। ਅੱਛਾ ਜੀ। ਪਿਛਲੇ ਸਾਲ ਅਸੀਂ ਆਨਲਾਈਨ ਕੀਤੀ ਸੀ ਕੋਵਿਡ ਕਰਕੇ, ਕਾਫੀ ਭਰਮਾ ਹੁੰਗਾਰਾ ਸੀ ਸਾਨੂੰ ਮਿਲਿਆ। ਇਹ ਸਮਿਟ 23 ਤੇ 24 ਨੂੰ ਆ ਰਹੀ ਹੈ, 2 ਦਿਨ ਦੀ ਪੂਰੀ। ਸਵੇਰ ਦਾ ਪ੍ਰੋਗਰਾਮ 8 ਵਜੇ ਬ੍ਰੇਕਫਾਸਟ ਤੋਂ ਸ਼ੁਰੂ ਹੋਏਗਾ, 9 ਵਜੇ ਸਮਿਟ ਸ਼ੁਰੂ ਹੋ ਜਾਂਦੀ ਹੈ, 9 ਤੋਂ 4:30 5 ਤੱਕ ਚੱਲੇਗੀ। ਸ਼ਨੀਚਰਵਾਰ ਨੂੰ ਸ਼ਾਮ ਦਾ ਡਿਨਰ ਹੋਏਗਾ। ਇਸੇ ਤਰ੍ਹਾਂ ਐਤਵਾਰ ਸਵੇਰ ਨੂੰ 8 ਵਜੇ ਚੱਲ ਕੇ ਤੇ ਫਿਰ ਸ਼ਾਮ ਦੇ 5:30 ਵਜੇ ਚੱਲੇਗੀ, ਕਿਉਂਕਿ ਇਹਦੇ ਵਿੱਚ ਵਿਦੇਸ਼ਾਂ ਤੋਂ ਬਹੁਤ ਪ੍ਰੋਫੈਸਰ ਆ ਰਹੇ ਨੇ। ਠੀਕ, ਦੁਨੀਆ ਭਰ 'ਚੋਂ ਮੈਂ ਕਹਿ ਸਕਦਾ। 2 ਪਾਕਿਸਤਾਨ ਦੇ ਪ੍ਰੋਫੈਸਰ ਨੇ ਸਾਡੇ ਕੋਲ। ਇਹਦਾ ਥੋੜਾ ਜਿਹਾ ਦੱਸਣਾ ਆਊਟਲਾਈਨ ਕੀ ਆ, ਇਹਦੇ ਵਿੱਚ 13 ਪ੍ਰੈਜੈਂਟੇਸ਼ਨ ਹੋਣਗੀਆਂ। ਅੱਛਾ। ਜਿਹੜਾ ਸਾਡਾ ਇਹਦਾ ਮੇਨ ਫੋਕਸ ਹੈਗਾ ਉਹ ਸਿੱਖੀ ਇਨ ਅ ਗਲੋਬਲਾਈਜ਼ਡ ਵਰਲਡ,
ਭਾਵ ਕਿ ਸਿੱਖੀ ਦਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਹੈ ਜਾਂ ਕੀ ਹੋਣਾ ਚਾਹੀਦਾ। ਠੀਕ ਹੈ ਜੀ। ਉਸ ਪੱਖ ਦੇ ਉੱਤੇ ਸਾਡੀ ਥੀਮ ਹੈ, ਉਸ ਥੀਮ ਦੇ ਉੱਤੇ ਹੀ ਸਾਰੇ ਬੁਲਾਰਿਆਂ ਨੇ ਉਹਨੂੰ ਜੋੜਨਾ ਹੈਗਾ। ਠੀਕ। ਜਿਹੜੇ ਪਾਕਿਸਤਾਨ ਤੋਂ ਫੋਰ ਐਗਜ਼ਾਮਪਲ ਬੁਲਾਰੇ ਆ ਰਹੇ ਨੇ, ਪਹਿਲਾ ਬੁਲਾਰਾ ਹੈਗਾ, ਪਹਿਲੀ ਲੜਕੀ ਹੈ ਸਾਰੇ ਪੂਰੇ ਪਾਕਿਸਤਾਨ ਦੇ ਵਿੱਚ, ਨਬੀਲਾ ਰਹਿਮਾਨ, ਜਿਹੜੀ ਵਾਈਸ ਚਾਂਸਲਰ ਕਿਸੇ ਯੂਨੀਵਰਸਿਟੀ ਦੀ, ਜੰਗ ਯੂਨੀਵਰਸਿਟੀ ਦੀ ਪਹਿਲੀ ਔਰਤ, ਔਰ ਉਹ ਆਪਣੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਪੰਜਾਬੀ ਸਟੱਡੀ ਦੀ ਚੇਅਰ ਵੀ ਹੈਗੀ ਆ। ਠੀਕ ਹੈ ਜੀ। ਡਾਇਰੈਕਟਰ ਨੇ ਉਹਦੇ ਉਹ ਚਲਾਉਂਦੇ ਰਹੇ ਨੇ, ਬਹੁਤ ਹੀ ਵਧੀਆ ਪ੍ਰਭਾਵਿਤ ਬੁਲਾਰਾ ਹੈਗੀ ਆ। ਪਰ ਇਹ ਭਾਸ਼ਾਵਾਂ ਇੰਗਲਿਸ਼ ਦੇ ਵਿੱਚ ਹੀ ਪ੍ਰੈਜੈਂਟੇਸ਼ਨ ਹੋਣਗੀਆਂ, ਦੋ ਸਿਰਫ ਪੇਪਰ ਨੇ ਜਿਹੜੇ ਪੰਜਾਬੀ ਵਿੱਚ ਪੜ੍ਹੇ ਜਾਣਗੇ ਉੱਥੇ। ਉਹ ਬੋਲੇਗੀ ਗੁਰੂ ਨਾਨਕ ਸਾਹਿਬ ਦੀਆਂ ਭਾਸ਼ਾਵਾਂ ਤੇ ਉਹਨਾਂ ਦਾ ਬਾਕੀ ਸੱਭਿਆਚਾਰਾਂ ਤੇ ਕੀ ਅਸਰ ਪਿਆ, ਇਹ ਉਹਦੀ ਖੋਜ ਹੈ। ਉਹਦੇ ਨਾਲ ਦੂਸਰਾ ਪ੍ਰੋਫੈਸਰ ਇੱਕ ਪਾਕਿਸਤਾਨ ਤੋਂ ਆ ਰਿਹਾ ਹੈਗਾ, ਅਖਤਰ ਹੁਸੈਨ, ਲਾਸਟ ਨਾਂ ਤੋਂ ਤਾਂ ਸਾਡੇ ਵਾਲਾ ਸੰਧੂ ਹੀ ਆ। ਅੱਛਾ ਜੀ। ਤੇ ਉਹ ਵੀ ਪੰਜਾਬ ਯੂਨੀਵਰਸਿਟੀ ਦਾ ਹੀ ਹੈ। ਉਹਦੀ ਵੀ ਬਹੁਤ ਪਕੜ ਹੈ ਖੋਜ ਦੇ ਵਿੱਚ। ਅੱਜ ਕੱਲ੍ਹ ਉਹ ਪ੍ਰਿੰਸੀਪਲ ਹੈ ਉੱਥੇ ਇਸਲਾਮੀਆ ਕਾਲਜ ਦਾ ਲਾਹੌਰ ਦੇ ਵਿੱਚ। ਵਾਹ ਜੀ। ਅੱਛਾ, ਉਹਨੇ ਜਿਹੜਾ ਸਬਜੈਕਟ ਪਿਕਅਪ ਕੀਤਾ ਉਹ ਕੀਤਾ ਹੈਗਾ ਕਰਤਾਰਪੁਰ ਕੋਰੀਡੋਰ ਤੋਂ ਪੀਸ, ਦੋ ਦੇਸ਼ਾਂ ਦੇ ਵਿੱਚ ਨੇੜਤਾ ਕਿਸ ਤਰ੍ਹਾਂ ਆ ਸਕਦੀ ਆ, ਉਹਦੀ ਉਹ ਖੋਜ ਉਸ ਪੱਖ ਦੇ ਉੱਤੋਂ ਆ। ਠੀਕ ਹੈ ਜੀ। ਸੋ ਉਹਦੇ ਤੇ ਬੋਲਣਗੇ। ਸਾਡਾ ਜਿਹੜਾ ਮੁੱਖ ਬੁਲਾਰਾ ਹੈ ਜੀ ਉਹ ਦਿਨ ਜਿਹੜੀ ਕੀ ਨੋਟ ਸਪੀਕਰ ਨੇ ਉਹ ਡਾਕਟਰ ਬਲਜੀਤ ਸਿੰਘ ਜੀ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ। ਔਰ ਮੈਂ ਕੀ ਕਹਾਂ, ਮੈਨੂੰ ਮੇਰੇ ਵਾਸਤੇ ਮਾਣ ਵਾਲੀ ਗੱਲ ਹੈਗੀ ਆ। ਤੇ ਸਾਡੇ ਤਾਂ ਬੱਚਿਆਂ ਦੇ ਬਰਾਬਰ ਨੇ, ਉਹਨਾਂ ਦੀ ਉਮਰ ਹੈਗੀ ਆ। ਤੇ ਪਰ ਉਹ ਇੱਕ ਤੁਸੀਂ ਇੰਜੋਏ ਕਰੋਗੇ ਯਾਰ, ਜਿਸ ਪੱਖ ਦੇ ਉੱਤੋਂ ਉਹਨੇ ਆਪਣੇ ਪੇਸ਼ ਕਰਨੀ ਨਾ ਕੀ ਨੋਟ ਐਡਰੈਸ, ਤੁਸੀਂ ਮੈਂ ਸੁਣ ਕੇ ਹੀ ਤੁਸੀਂ ਉਹਦਾ ਅੰਦਾਜ਼ਾ ਲਾਓਗੇ। ਇਸੇ ਤਰ੍ਹਾਂ ਜਿਹੜੇ ਦੂਸਰੇ ਸੈਸ਼ਨ ਅੱਜ ਕੱਲ੍ਹ ਯੁੱਗ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਡਾਕਟਰ ਹਰਜਿੰਦਰ ਸਿੰਘ ਹੋਣੀ ਬੋਲਣਗੇ ਸਿਆਟਲ ਤੋਂ, ਜਿਹੜੇ 3 ਕੰਪਨੀਆਂ ਆਪਣੀਆਂ ਪਹਿਲਾਂ ਸਟਾਰਟ ਕਰ ਚੁੱਕੇ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ। ਲਾਸਟ ਕੰਪਨੀ ਉਹਨੇ ਮਾਈਕਰੋਸਾਫਟ ਨੂੰ ਵੇਚੀ ਹੈਗੀ ਆ। ਸੋ ਮਾਈਕਰੋਸਾਫਟ ਦੇ ਅੱਜ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਨੇ। ਠੀਕ ਹੈ ਜੀ। ਆਰਟੀਫਿਸ਼ੀਅਲੀ ਉਹਨਾਂ ਦਾ ਖਿੱਤਾ ਹੈ ਮਾਈਕਰੋਸਾਫਟ ਦੇ ਵਿੱਚ। ਸੋ ਇਹਦੇ ਤੇ ਉਹ ਬੋਲਣਗੇ ਵੀ ਸਾਡੇ ਐਕੈਡਮੀਆ ਤੇ ਉਹਦਾ ਕੀ ਅਸਰ ਹੈ, ਸਾਡੀ ਸਿੱਖੀ ਤੇ ਕੀ ਅਸਰ ਹੈ, ਤੇ ਸਾਡੀ ਖੋਜ ਤੇ ਕੀ ਅਸਰ ਪੈ ਸਕਦਾ। ਉਹ ਇਹ ਪੱਖ ਉਹਦਾ ਉਸ ਸਬਜੈਕਟ ਦੇ ਉੱਤੇ ਹੈਗਾ। ਦੂਸਰੇ ਜਿਹੜੇ ਪ੍ਰੋਫੈਸਰ ਬਾਹਰੋਂ ਆ ਰਹੇ ਨੇ, ਫੋਰ ਐਗਜ਼ਾਮਪਲ ਇੱਕ ਯਾਰਕ ਯੂਨੀਵਰਸਿਟੀ ਤੋਂ ਆ ਰਹੀ ਨੇ ਡਾਕਟਰ ਬਰਾੜ ਜੀ, ਬਹੁਤ ਵਧੀਆ ਮਿਹਨਤੀ ਲੜਕੀ ਆ। ਆਪਣੀਆਂ ਕੌਮ ਦੇ ਵਿੱਚੋਂ ਜੇ ਕੋਈ UNO ਤੱਕ ਜਾ ਕੇ ਬੁਲਾਰਾ ਤੇ ਉਸ ਖੇਤਰ ਦੇ ਅੰਦਰ এনवायरमेंट ਸਾਈਡ ਦੇ ਉੱਤੇ ਪੇਸ਼ਕਸ਼ ਕਰਨ ਵਾਲੀ ਉਹ ਪ੍ਰੋਫੈਸਰ ਹੈਗੀ ਆ, ਫੁੱਲ ਪ੍ਰੋਫੈਸਰ ਹੈਗੀ ਆ ਯਾਰਕ ਯੂਨੀਵਰਸਿਟੀ ਦੇ ਵਿੱਚ। ਉਹ ਆਪਣਾ এনवायरमेंट ਸਾਈਡ ਦੇ ਉੱਤੋਂ ਹੀ ਇੱਕ ਵੱਖਰਾ ਪੇਸ਼ ਕਰੇਗੀ ਵੀ ਸਿੱਖੀ ਨਾਲ ਕਿਸ ਤਰ੍ਹਾਂ ਜੁੜਦਾ, ਸਾਨੂੰ ਕਿੱਧਰਲੇ ਪਾਸੇ ਜਾਣਾ ਚਾਹੀਦਾ, ਜਾਂ ਸਿੱਖ ਜਿਹੜੇ ਸਕਾਲਰਸ ਔਰਤਾਂ ਨੇ ਉਹਨਾਂ ਦੀ ਕਿਸ ਲੈਵਲ ਤੱਕ ਐਕਚੁਅਲੀ ਪਹੁੰਚ ਹੋ ਚੁੱਕੀ ਹੈਗੀ ਆ, ਸਾਨੂੰ ਕਿਸ ਲੈਵਲ ਤੱਕ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ। ਇਸੇ ਤਰ੍ਹਾਂ ਇਹ ਬਾਕੀ ਦੇ ਜਿਹੜੇ ਸਬਜੈਕਟਸ ਨੇ, ਇੱਕ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜਿਹੜਾ ਮੇਲ ਮਿਲਾਪ ਬਾਰੇ ਸਾਡਾ ਖੁਜਾਰਤੀ ਜਿਹੜਾ ਹੈਗਾ ਪ੍ਰੋਫੈਸਰ ਉਹ ਅਮਰੀਕਾ ਤੋਂ ਹੈ, ਯੂਟਾ ਯੂਨੀਵਰਸਿਟੀ ਤੋਂ। ਉਹਦੀ ਆਪਣੀ ਪਕੜ ਹੈ, ਪਰਿਵਾਰ ਦਾ ਪਿਛੋਕੜ ਪਹਿਲਾਂ ਉਸ ਦੂਸਰੇ ਸਾਈਡ ਪੰਜਾਬ ਤੋਂ ਹੈ। ਉਹਦੇ ਤੇ ਉਹਦਾ ਖਿੱਤਾ ਹੈਗਾ, ਉਹਦੇ ਤੇ ਉਹਦੀ ਆਪਣੀ ਖੋਜ ਦੇ ਪੱਖੋਂ ਪੇਸ਼ ਕਰਨਗੇ। ਔਰਤਾਂ ਦਾ ਕੀ ਸਥਾਨ ਹੋਣਾ ਚਾਹੀਦਾ ਸਿੱਖੀ ਦੇ ਅੰਦਰ, ਕੀ ਸਾਡਾ ਰੋਜ਼ਾਨਾ ਜੀਵਨ ਦੇ ਵਿੱਚ ਕਹਿਣੀ ਤੇ ਕਥਨੀ ਦੇ ਪੂਰੇ ਆ ਜਾਂ ਨਹੀਂ ਹੈਗੇ, ਇਹ ਤੇ ਡਾਕਟਰ ਗਰੇਵਾਲ ਹੈਗੇ ਨੇ ਤੇ ਉਹ ਆਪਣੀ ਪੇਸ਼ਕਸ਼ ਪੇਸ਼ ਕਰਨਗੇ। ਔਰ ਬਹੁਤ ਹੀ ਵਧੀਆ ਬੁਲਾਰਾ ਹੈਗੀ ਹੈ ਡਾਕਟਰ ਗਰੇਵਾਲ ਜੀ, ਔਰ ਬਹੁਤ ਹੀ ਵਧੀਆ ਪੱਖ ਦੇ ਵਿੱਚੋਂ ਪੇਸ਼ ਕਰਨਗੇ। ਯੂਥ ਦੇ ਉੱਤੇ ਸਾਡੇ ਪ੍ਰੋਗਰਾਮ ਨੇ ਜੀ, ਯੂਥ ਦੇ ਉੱਤੇ ਵੀ ਜਿਹੜੀਆਂ ਯੂਥ ਦੀਆਂ ਮੁਸ਼ਕਲਾਂ ਕੀ ਨੇ ਔਰ ਇਹਨਾਂ ਦੇ ਹੱਲ ਕੀ ਹੋਰ ਨੇ, ਉਹਦੇ ਤੇ ਨੌਜਵਾਨ ਬੱਚੀ ਵਕੀਲ ਹੈ ਇੱਥੇ ਮੋਨਾਮ ਕੌਰ, ਤੇ ਉਹ ਉਹਦੇ ਤੇ ਆਪਣਾ ਪੱਖ ਪੇਸ਼ ਕਰਨਗੇ ਵੀ ਨੌਜਵਾਨਾਂ ਦੀਆਂ ਮੁਸ਼ਕਲਾਂ ਤੇ ਕੀ ਹੈ। ਇਸੇ ਤਰ੍ਹਾਂ ਸਾਡੇ ਦੂਸਰੇ ਸੈਸ਼ਨਸ ਨੇ, ਸਾਡੇ ਜਿਹੜੇ ਖੋਜ ਦਾ ਪੱਖ ਹੈਗਾ ਡਾਕਟਰ ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਆ ਰਹੇ ਨੇ, ਉਹਦੇ ਤੇ ਉਹ ਆਪਣਾ ਪੱਖ ਪੇਸ਼ ਕਰਨਗੇ ਖੋਜ ਦੇ ਪੱਖੋਂ ਜਿਹੜੇ ਸਾਡੇ ਪ੍ਰੋਜੈਕਟ ਚੱਲਦੇ ਨੇ ਔਰ ਕਿਸ ਲੈਵਲ ਤੇ ਚੱਲ ਰਹੇ, ਉਹਨਾਂ ਦਾ ਫਾਇਦਾ ਕੀ ਆ, ਲੌਂਗ ਟਰਮ ਕੀ ਇੰਪੈਕਟ ਪੈ ਸਕਦਾ ਸਾਡੇ ਉੱਤੇ, ਕਿਉਂ ਸਾਨੂੰ ਖੋਜ ਦੇ ਪੱਖ ਤੇ ਸਾਨੂੰ ਯੂਜ਼ ਕਰਨਾ ਚਾਹੀਦਾ। ਇਹਦੇ ਤੇ ਇੱਕ ਸਪਿਰਚੁਅਲਿਟੀ ਦੇ ਅਧਿਆਤਮਿਕ ਗਿਆਨ ਤੇ ਹੈਗਾ ਉਹ ਪ੍ਰੋਫੈਸਰ, ਉਹ ਵੀ ਪਟਿਆਲਾ ਤੋਂ ਹੀ ਆ ਰਿਹਾ ਹੈਗਾ, ਤੇਜਿੰਦਰਪਾਲ ਸਿੰਘ ਜੀ। ਸੋ ਡਾਕਟਰ ਤੇਜਿੰਦਰਪਾਲ ਸਿੰਘ ਦੀ ਖੋਜ ਉਸ ਪੱਖ ਤੋਂ ਹੈ ਅਧਿਆਤਮਕ ਗਿਆਨ ਦੇ ਉੱਤੇ। ਲਵ ਜਿਹੜਾ ਹੈਗਾ ਇਹ ਦੁਨਿਆਵੀ ਪਿਆਰ ਨਾਲੋਂ ਅਧਿਆਤਮਕ ਪਿਆਰ ਕਿਸ ਤਰ੍ਹਾਂ ਪੈਦਾ ਹੁੰਦਾ ਤੇ ਉੱਤੇ ਕੇ ਜਾਣਾ, ਇੱਕ ਇਹਦੇ ਤੇ ਹੈਗਾ ਨੇ। ਸੋ ਇਸ ਤਰ੍ਹਾਂ ਜਾ ਕੇ ਸਾਡੇ ਕੋਲ 5 ਵਰਕਸ਼ਾਪਾਂ ਵੀ ਆ ਜੀ। 5 ਵਰਕਸ਼ਾਪਾਂ ਦੇ ਵਿੱਚ ਤੁਸੀਂ ਇੱਕ ਇੰਟਰਨੈਸ਼ਨਲ ਸਿੱਖ ਸਟੂਡੈਂਟ ਦੇ ਉੱਤੇ ਵਰਕਸ਼ਾਪ ਹੈ, ਉਹਦੇ ਤੇ ਤੁਸੀਂ ਉਹ ਸਾਡੀ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਨਾਲ ਸਾਂਝੀ ਆ। ਇਨਫੈਕਟ ਸਾਡੀ ਐਗਰੀਮੈਂਟ ਬਾਈ ਦਾ ਵੇ ਅਸੀਂ ਫੰਡ ਕਰ ਰਹੇ ਹਾਂ ਇੱਕ ਪ੍ਰੋਜੈਕਟ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੀਆਂ ਮੁਸ਼ਕਲਾਂ ਦੀ ਖੋਜ ਬਾਰੇ। ਅੱਛਾ ਜੀ। ਉਹਦੇ ਤੇ ਉਹਨਾਂ ਨੇ ਇਹ ਸਾਡਾ ਪ੍ਰੈਜੈਂਟੇਸ਼ਨ ਵੀ ਉਹਨਾਂ ਦਾ ਲਾਅ ਪ੍ਰੋਫੈਸਰ ਹੈ ਜਿਹੜਾ ਉਹਨੂੰ ਮੋਡਰੇਟ ਕਰੇਗਾ। ਉਹਨਾਂ ਨੇ 3 ਜਿਹੜੇ ਐਕਸਪਰਟ ਕਾਲ ਕੀਤੇ, ਉਹਨੇ ਇੱਕ UBC ਤੋਂ ਪ੍ਰੋਫੈਸਰ ਹੈਗੀ ਆ, ਇੱਕ ਆ ਰਹੀ ਹੈਗੀ ਆ ਆਪਣੇ ਅੰਟੇਰੀਓ ਤੋਂ ਆ ਰਹੀ ਹੈਗੀ ਆ,
ਉਹ ਵੀ ਗੋਲਫ ਯੂਨੀਵਰਸਿਟੀ ਤੋਂ ਆ ਰਹੀ ਹੈ। Very good. ਹਾਂਜੀ, ਤੇ ਇੱਕ ਵਿਕਟੋਰੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਉਹਦੇ ਤੇ ਹੋਏਗੀ। ਇੱਕ ਬੱਚਾ ਹੋਏਗਾ, ਨੌਜਵਾਨ ਸਿੱਖ ਬੱਚਾ ਆ, ਜਿਹਨੇ ਆਪਣੀ ਸਿੱਖ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਬਣਾਈ ਹੋਈ ਆ, ਮਨਪ੍ਰੀਤ ਸਿੰਘ ਫੰਟੋ ਤੋਂ ਆ ਰਿਹਾ ਹੈਗਾ ਉਹ, ਕਿਉਂਕਿ ਉਹਨੇ ਆਪਣਾ ਮੁਸ਼ਕਲਾਂ ਵਿੱਚ ਝੇਲੀਆਂ ਹੋਈਆਂ ਨੇ। ਉਹ ਦੱਸੇਗਾ, ਤੁਸੀਂ ਇੰਜੋਏ ਕਰੋਗੇ ਵਰਕਸ਼ਾਪਾਂ ਨੂੰ। ਇੰਨੇ ਐਕਸਪਰਟਸ ਇਕੱਠੇ ਕਰਨੇ ਜੀ, ਇੰਨੇ ਖੁਜਾਰ ਪੁੱਛੋ ਕੋਈ ਨਾ। ਦੂਸਰੇ ਸਾਈਡ ਤੇ ਜਿਹੜਾ ਈਵਨ ਨੌਜਵਾਨਾਂ ਦੀਆਂ ਮੁਸ਼ਕਲਾਂ ਵਾਸਤੇ ਵੀ ਇੱਕ ਲਈ ਉਹਨਾਂ ਦੇ ਇੱਕ ਵੱਖਰਾ ਪੈਨਲ ਹੋਰ ਆ, 2 ਘੰਟੇ ਦੀ ਡਿਸਕਸ਼ਨ ਉੱਤੇ ਹੋਏਗੀ, ਡਰੱਗ ਦੇ ਉੱਤੇ ਹੋਏਗੀ ਜੀ। ਡਰੱਗ ਦਾ ਅਸੀਂ ਪਹਿਲਾਂ ਸਬਜੈਕਟ ਸਾਂਝਾ ਰੱਖਿਆ ਸੀ, ਡਰੱਗ ਤੇ ਵਾਇਲੈਂਸ ਦਾ, ਪਰ ਉਹਨੂੰ ਕੱਟ ਕੇ ਦੋਨੇ ਬਹੁਤ ਮਿਕਸ ਅਪ ਹੋ ਜਾਂਦੇ ਸੀਗੇ। ਇਸ ਕਰਕੇ ਜਿਹੜਾ ਓਵਰਡੋਜ਼ ਆਫ ਡਰੱਗਸ ਦੇ ਨਾਲ ਅੱਜ ਇੰਨੇ ਬੱਚੇ ਮਰ ਰਹੇ ਨੇ, ਉਹ ਤੇ ਐਕਸਪਰਟ ਜਿਹੜੇ ਨੇ 4, ਤੁਸੀਂ ਇੰਜੋਏ ਕਰੋਗੇ ਸਾਰੇ। 9 to 5 ਦੋਨੇ ਦਿਨ ਪੂਰੇ ਦਿਨ ਜੀ 9 to 5 ਚੱਲੇਗਾ ਜੀ। ਰਜਿਸਟ੍ਰੇਸ਼ਨ ਕਿਵੇਂ ਹੋਣੀ ਹੈ ਜੀ? 2 ਤਰ੍ਹਾਂ ਰਜਿਸਟ੍ਰੇਸ਼ਨ ਹੈ ਜੀ। ਇੱਕ ਤਾਂ ਇਨ ਪਰਸਨ ਜਿਹਨੇ ਤਾਂ ਆਪਣੇ ਅਟੈਂਡ ਕਰਨਾ, ਸਿਟੀ ਹਾਲ, ਸਰੀ ਸਿਟੀ ਹਾਲ ਦੇ ਵਿੱਚ ਹੋ ਰਿਹਾ, ਪੂਰੇ ਦਾ ਪੂਰਾ ਸਰੀ ਸਿਟੀ ਹਾਲ ਆਪਣਾ ਬੁੱਕ ਹੈ। ਚੇਂਬਰਸ ਵੀ ਬੁੱਕਡ ਹੈਗੇ ਨੇ। ਵੈਰੀ ਗੁੱਡ। ਸੋ ਚੇਂਬਰ ਅਲੱਗ-ਅਲੱਗ ਹੋਣੇ ਨੇ ਵੈਨਿਊ? ਹਾਂ, ਨਹੀਂ, ਮੇਨ ਵੈਨਿਊ ਚੱਲੇਗਾ, ਇੱਕੋ ਹੋਏਗਾ। ਜਿਹੜਾ ਵਰਕਸ਼ਾਪਾਂ ਜਾ ਜਾਣਗੇ ਉਹ 3 ਵਰਕਸ਼ਾਪਾਂ ਹੋਣਗੇ। ਉਹਨਾਂ ਕੋਲ ਬੋਰਡ ਰੂਮ ਵੀ ਵੱਖਰੇ ਹੈਗੇ ਨੇ, ਉਹ ਵੀ ਆਪਣੇ ਬੁੱਕ ਕੀਤੇ ਹੋਏ ਨੇ। ਜਿਹੜਾ ਮੇਨ ਜਿਹੜੇ ਵੱਡੇ ਵਰਕਸ਼ਾਪਾਂ ਨੇ, ਫॉर ਐਗਜ਼ਾਮਪਲ ਇੰਟਰਨੈਸ਼ਨਲ ਸਟੂਡੈਂਟ ਤੇ, ਉਹ ਮੇਨ ਹਾਲ ਦੇ ਵਿੱਚ ਹੋਣਗੀਆਂ, ਦੂਜਾ ਸਾਈਡ ਦੇ ਹਾਲ ਵਿੱਚ ਹੋਣੀ। ਉਹ ਸਿਰਫ 2 ਘੰਟੇ ਦਾ ਪ੍ਰੋਗਰਾਮ ਹੈ, ਜਿਹੜਾ 3 ਵੱਖਰੇ ਥਾਵਾਂ ਤੇ ਹੋਵੇਗਾ। ਬਾਕੀ ਸਾਰਾ ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ। ਬਾਹਰਲਾ ਏਰੀਆ ਜਿਹੜਾ ਆਪਣਾ ਰਿਸੈਪਸ਼ਨ ਵਾਲਾ, ਉਹ ਵੀ ਆਪਣਾ ਬੁੱਕਡ ਹੈ। ਉੱਥੇ ਆਪਣੀ ਐਗਜ਼ੀਬਿਸ਼ਨ ਵੀ ਹੋਵੇਗੀ। ਸਿੱਖ ਨੈਸ਼ਨਲ ਆਰਕਾਈਵਸ ਆਫ ਕੈਨੇਡਾ ਵੱਲੋਂ ਐਗਜ਼ੀਬਿਸ਼ਨ ਕੀਤੀ ਜਾਏਗੀ ਸਿੱਖਾਂ ਦੀ ਹਿਸਟਰੀ ਬਾਰੇ, ਖਾਸ ਕਰਕੇ ਕੈਨੇਡਾ ਦੇ ਵਿੱਚ ਵਾਸਤੇ ਸਿੱਖਾਂ ਦੀ ਹਿਸਟਰੀ ਬਾਰੇ, ਉਸ ਹਿਸਟਰੀ ਦੀ ਜਾਣਕਾਰੀ ਹੋਗੀ। ਉਹਦੇ ਵਿੱਚ ਆਨਲਾਈਨ ਰਜਿਸਟਰ ਕਰਨਾ ਤਾਂ $13 ਫੀ ਹੈ ਜੀ। ਅੱਛਾ ਜੀ। ਤੇ ਜਿਹਨੇ ਆ ਕੇ ਅਟੈਂਡ ਕਰਨਾ ਆ, ਉਹਦੇ ਵਾਸਤੇ $50 ਹੈ। ਉਹਦੇ ਵਿੱਚ ਹੀ ਤੁਹਾਡਾ ਬ੍ਰੇਕਫਾਸਟ ਹੈ, ਵਿੱਚ ਹੀ ਲੰਚ ਹੈ, ਵਿੱਚ ਹੀ ਡਿਨਰ ਆ। ਉਹ ਵੀ ਆਨਲਾਈਨ ਤੁਸੀਂ ਲੈ ਸਕਦੇ ਹੋ? ਹਾਂਜੀ, ਹਾਂ, ਆਨਲਾਈਨ ਹੀ ਕਰਨਾ ਜੀ। ਉਹ ਵੀ ਕਰ ਸਕਦੇ ਹੋ? ਹਾਂਜੀ, ਆਨਲਾਈਨ ਕਰਨੇ ਸਗੋਂ ਵਧੀਆ, ਸਾਨੂੰ ਉਸ ਵੇਲੇ ਮੌਕੇ ਤਾਂ ਨਾ ਕਰਨਾ ਪਵੇਗਾ। ਤੇ ਸੀਟਿੰਗ ਕਿੰਨੀ ਹੈ? 200 ਸੀਟ ਹੈ ਜੀ ਸਾਡੇ ਕੋਲ ਅੰਦਰ। ਔਰ ਸਾਡੇ ਕੋਲ ਫਸਟ ਕਮ ਫਸਟ ਸਰਵ ਹੈ। ਹਾਂ, ਫਸਟ ਕਮ ਫਸਟ ਸਰਵਿਸ ਸਾਡੇ ਕੋਲ ਆਲਰੇਡੀ ਤਕਰੀਬਨ 150 ਦੇ ਨੇੜੇ ਪਹੁੰਚ ਚੁੱਕੀ ਹੈ। ਸੋ ਸਾਡੇ ਕੋਲ 50 ਸੀਟਾਂ ਇਸ ਵੇਲੇ ਬਚਦੀਆਂ ਹੈਗੀਆਂ। ਸੋ ਜਿੰਨੀਆਂ ਸੀਟਾਂ ਕੋਈ ਕਰ ਸਕਣ ਤੇ ਜਿੰਨਾ ਕੋਈ ਛੇਤੀ ਕਰੋਗੇ ਬਹੁਤ ਵਧੀਆ। ਆਨਲਾਈਨ ਵੀ ਰਜਿਸਟ੍ਰੇਸ਼ਨ ਕਾਫੀ ਹੋ ਰਹੀ ਹੈ ਜੀ। ਪਿਛਲੀ ਵਾਰੀ ਆਨਲਾਈਨ ਸਾਡੇ ਕੋਲ 338 ਸੀਗੀ, ਤੇ ਅਸੀਂ ਇਸ ਵੇਲੇ 1000 ਚਲੇ ਜਾਣਾ ਚਾਹੁੰਦੇ ਹਾਂ ਕਿ ਸਾਡੀ ਆਨਲਾਈਨ ਐਟਲੀਸਟ 1000 ਹੋਵੇ। ਤੇ ਵੱਖਰੇ ਕਈ ਪਿਛਲੀ ਵਾਰੀ ਗੁਰਦੁਆਰੇ ਇਕੱਠੇ ਇੱਕ ਵਾਰੀ ਲਾ ਕੇ ਸਕਰੀਨ ਦੇ ਉੱਤੇ ਸੁਣ ਰਹੇ ਸਨ, ਸਾਰੀ ਸੰਗਤ ਹੀ ਸੁਣ ਰਹੀ ਸੀਗੀ। ਸੋ ਇਸ ਤਰ੍ਹਾਂ ਵੀ ਮੈਨੂੰ ਆਮ ਸ਼ੋਰ ਪੀਪਲ ਕਰਨਗੇ। ਤੇ ਸਾਡੀ ਕੋਸ਼ਿਸ਼ ਹੋਵੇਗੀ ਜਿਹਨੇ ਆਨਲਾਈਨ ਰਜਿਸਟਰ ਕਰਕੇ ਜਾਂ ਇਨ ਪਰਸਨ ਰਜਿਸਟਰ ਕਰਕੇ ਅਟੈਂਡ ਕਰਨਾ ਆ, ਉਹ ਉਹਨਾਂ ਨੂੰ ਵੀਡੀਓ ਐਕਸੈਸ ਮਿਲੇਗੀ। ਬਾਅਦ ਦੇ ਵਿੱਚ ਸਾਰਿਆਂ ਦੀਆਂ ਵੀਡੀਓਜ਼ ਰਿਕਾਰਡਡ ਹੋਣਗੀਆਂ, ਉਹ ਲੈ ਸਕਣਗੇ। ਰਿਸਰਚ ਪੇਪਰਾਂ ਨੂੰ ਐਕਸੈਸ ਕਰ ਸਕਣਗੇ। ਜੇ ਕਿਸੇ ਨੂੰ YouTube ਤੇ ਸਿਰਫ ਇਕੱਲਾ ਵਾਚ ਕਰਨਾ ਹੈਗਾ, ਉਹ ਸਿਰਫ ਵਾਚ ਕਰ ਸਕੇਗਾ, ਪਰ ਉਹਨਾਂ ਨੂੰ ਐਕਸੈਸ ਬਾਕੀ ਮਟੀਰੀਅਲ ਦੀ ਨਹੀਂ ਮਿਲੇਗੀ। ਲੋਕਲਾਂ ਨੂੰ ਆਉਣਾ ਚਾਹੀਦਾ। ਐਡੇ ਵੱਡੇ ਐਕੈਡਮੀਸ਼ੀਅਨਸ ਨਹੀਂ ਮਿਲਦੇ ਦੁਆਰਾ। ਤੁਸੀਂ ਅੰਦਾਜ਼ਾ ਲਾ 13 ਤਾਂ ਉਹ ਪ੍ਰੈਜ਼ੈਂਟਰਸ ਹੋਣਗੇ। ਉਹਨਾਂ ਦੇ ਜਿਹੜੇ ਮੋਡਰੇਟਰ ਹੈ ਉਹ ਵੀ ਉਸ ਲੈਵਲ ਦੇ ਆ। ਅੱਛਾ, 5 ਵਰਕਸ਼ਾਪਾਂ ਨੇ, 5 ਵਰਕਸ਼ਾਪਾਂ ਦੇ ਵਿੱਚ 4 ਐਕਚੁਅਲੀ ਐਕਸਪਰਟਸ ਨੇ। ਸੋ 20 ਉਹ ਨੇ ਤੇ 5 ਦੇ 5 ਉਹ 25 ਉਹ ਨੇ ਜੀ। ਸੋ 25 ਉਹ ਤੇ 13 ਤੇ ਤੁਸੀਂ ਗਿਣ ਕੇ ਤਾਂ ਬਾਕੀ ਲਾ ਲਓ ਵੀ ਤਕਰੀਬਨ 40 ਦੇ ਨੇੜੇ ਐਕਸਪਰਟ ਹੀ ਇਕੱਲੇ ਨੇ ਜਿਹੜੇ ਬੁਲਾਰੇ ਹੋਣਗੇ ਵੱਖਰੇ ਲੈਵਲ ਦੇ ਉੱਤੇ ਆਪਣਾ ਪੱਖ ਪੇਸ਼ ਕਰਨੇ। ਮੇਰਾ ਖਿਆਲ ਨੇ ਵੀ ਮੈਨੂੰ ਖੁਸ਼ੀ ਵੀ ਹੁੰਦੀ ਆ। ਇੰਗਲੈਂਡ ਤੋਂ ਇੱਕ ਸੱਜਣ ਸਾਡਾ ਸਾਥੀ ਹੈਗਾ, ਸੰਘਾ ਸਾਹਿਬ, ਪੁਰਾਣੇ ਪ੍ਰਿੰਸੀਪਲ ਵੀ ਰਹਿ ਚੁੱਕੇ ਨੇ ਉੱਥੇ। ਉਹ ਮੈਨੂੰ ਕਾਲ ਕਰਕੇ ਕਹਿੰਦਾ, ਯਾਰ ਸਿੱਖਾਂ ਦੀ ਪਹਿਲੀ ਮੈਂ ਕੋਈ ਫੰਕਸ਼ਨ ਦੇਖ ਰਿਹਾ ਜਿਹੜੀ ਪ੍ਰੋਪਰਲੀ ਆਰਗੇਨਾਈਜ਼ ਔਰ ਇੰਨੇ ਐਕਸਪਰਟਸ ਨੂੰ ਤੁਸੀਂ ਕਾਲ ਕਰ ਰਹੇ ਹੋ। ਸਮਝੇ ਕਿ ਨਹੀਂ? ਇੱਥੇ ਖਰਚਾ ਵੀ ਨਹੀਂ ਪੂਰਾ ਕਰਨ ਵਾਲੀ ਗੱਲ ਨਹੀਂ। $50 ਖਰਚਾ ਨਹੀਂ ਪੂਰਾ ਕਰਨਾ ਜੀ। ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਆਪਾਂ ਅੱਜ ਕੱਲ੍ਹ ਲੰਚ ਕਰਨ ਜਾਂਦੇ ਤਾਂ $50 ਹੀ ਹੁੰਦਾ ਆ, ਇਹਦੇ ਥੱਲੇ ਲੰਚ ਨਹੀਂ ਹੁੰਦਾ ਤੁਹਾਡਾ। ਤੁਸੀਂ ਤਾਂ 3 ਮੀਲ ਦੇਣੇ ਹੈਗੇ ਆ। ਬਿਲਕੁਲ। ਔਰ ਉਹ ਵੀ 2 ਦਿਨ ਦੇਣੇ ਆ। ਸੋ ਇਸ ਕਰਕੇ ਨਹੀਂ, ਮੈਂ ਚਾਹਾਂਗਾ ਵੀ ਤੁਸੀਂ ਵੱਧ ਤੋਂ ਵੱਧ ਰਜਿਸਟਰ ਕਰੋ। ਪਲੱਸ ਕੋਰਸਿਸ ਵਾਸਤੇ ਵੀ ਜਿਹੜੇ ਕੋਰਸ ਸਾਡਾ ਅਗਲਾ ਸਮੈਸਟਰ 14 ਅਕਤੂਬਰ ਤੋਂ ਸ਼ੁਰੂ ਹੋਣਾ ਆ, ਉਹ ਕੋਰਸਿਸ ਜਿਹੜਾ ਤੁਸੀਂ ਸਾਡੀ ਵੈਬਸਾਈਟ ਤੇ ਜਾਣ ਜੀ, www.gurnanak-institute.ca ਤੇ ਜਾਓ। ਉਹਦੇ ਤੇ ਤੁਹਾਡੀ ਰਜਿਸਟ੍ਰੇਸ਼ਨ ਵੀ ਆ ਜਾਂਦੀ ਹੈ ਸਾਹਮਣੇ। ਪਹਿਲਾਂ ਹੀ ਤੁਹਾਨੂੰ ਜਦ ਤੁਸੀਂ ਕਰ ਜਾਂਦੇ ਹੋ ਵੈਬਸਾਈਟ ਦੇ ਉੱਤੇ, ਰਜਿਸਟ੍ਰੇਸ਼ਨ ਦਾ ਤੁਹਾਨੂੰ ਮਿਲ ਜਾਂਦੀ ਹੈਗੀ ਆ। ਕਲਿੱਕ ਕਰੋ, ਉਹਦੇ ਤੇ ਭਰ ਦਿਓ ਆਪਣਾ ਸਿਰਫ ਨਾਂ ਹੀ ਦੱਸਣਾ, ਲਿਖਣਾ ਕੌਣ ਹੈ ਤੁਸੀਂ ਬਸ। ਉਹ ਇਵੈਂਟ ਬਰਾਈਟ ਜਿਹੜੀ ਆਰਗੇਨਾਈਜ਼ ਕਰਦੀ ਹੈ, ਅਸੀਂ ਨਹੀਂ ਕਰਦੇ ਕਲੈਕਸ਼ਨ ਜਿਹੜੀ ਹੈਗੀ ਆ। ਇਵੈਂਟ ਬਰਾਈਟ ਜਿਹੜੀ ਆ ਉਸ ਫੰਕਸ਼ਨ ਨੂੰ ਆਰਗੇਨਾਈਜ਼ ਕਰ ਰਹੀ ਆ। ਸੋ ਵੈਬਸਾਈਟ ਉਹਦੀ ਰਜਿਸਟ੍ਰੇਸ਼ਨ ਲਈ ਜੀ? ਹਾਂ, ਵੈਬਸਾਈਟ gurnanak-institute.ca, ਉਹਦੇ ਤੇ ਜਾਣਾ। ਹਾਂ, ਉੱਤੇ ਜਾਣ ਜੀ। ਤੇ ਸਰਾਰ ਸਾਹਿਬ ਨੇ ਕਿਤਾਬਾਂ ਜਿਹੜੀਆਂ ਲਿਖੀਆਂ, ਉਹ ਵੀ ਮੈਂ ਬੇਨਤੀ ਕਰਾਂ ਜ਼ਰੂਰ ਉਹਨਾਂ ਦੇ ਸੰਘਰਸ਼ ਦਾ ਜਿਹੜਾ ਸਮਾਂ, ਅੰਗਰੇਜ਼ੀ ਦੀ ਕਿਤਾਬ ਆ, ਐਂਡ ਹਾਊ ਕੈਨੇਡੀਅਨ ਸਿੱਖਸ ਔਨ ਕਾਮਨ ਸਟਰਗਲ ਆਊਟ ਆਫ ਦਾ ਫ੍ਰਿੰਜਸ ਰੋਡ ਐਂਡ ਇਨਟੂ ਦਾ ਮੇਨ ਸਟ੍ਰੀਮ। ਇਹਦਾ ਹੀ ਪੰਜਾਬੀ ਦਾ ਤਰਜਮਾਨ ਗਾਹੇ ਰਾਹ, ਕੈਨੇਡਾ ਦੇ ਸਿੱਖਾਂ ਦਾ ਹਾਸ਼ੀਏ ਤੋਂ ਮੁੱਖ ਧਾਰਾ 'ਚ ਪ੍ਰਵੇਸ਼ ਹੋਣ ਦਾ ਸੰਘਰਸ਼। 2 ਕਿਤਾਬਾਂ ਨੇ, ਹੂ ਆਰ ਦਾ ਸਿੱਖਸ
ਇਹ ਵੀ ਸਰਾਰ ਸੰਧੂ ਦੀ ਕਿਤਾਬ ਅਤੇ 20 ਮਿੰਟ ਗਾਈਡ ਟੂ ਦ ਸਿੱਖ ਫੇਥ। 4 ਕਿਤਾਬਾਂ ਉਹਨਾਂ ਨੇ ਲਿਖੀਆਂ। ਆਉਣ ਵਾਲੇ ਦਿਨਾਂ 'ਚ ਪੜ੍ਹ ਕੇ ਇਹਦੇ ਤੇ ਮੈਂ ਗੱਲਬਾਤ ਵੀ ਕਰਾਂਗਾ ਅਤੇ ਤੁਸੀਂ ਆਪਣੀ ਲਾਇਬ੍ਰੇਰੀ ਦਾ ਇਹਨੂੰ ਸ਼ਿੰਗਾਰ ਬਣਾਇਓ। ਸਰਾਰ ਸਾਹਿਬ, ਤੁਹਾਡੀ ਸਿਹਤਯਾਬੀ ਲਈ ਅਤੇ ਤੰਦਰੁਸਤੀ ਲਈ ਅਰਦਾਸ ਹੈ ਅਤੇ ਚੜ੍ਹਦੀ ਕਲਾ। ਗੁਰੂ ਪਾਤਸ਼ਾਹ ਕਿਰਪਾ ਰੱਖਣ ਅਤੇ 23 ਅਤੇ 24 ਨੂੰ ਦੋਨੇ ਦਿਨ ਬੈਠ ਕੇ ਉੱਥੇ ਮੁੱਖ ਸਿੱਖਣ ਦਾ ਯਤਨ ਕਰਾਂਗੇ। ਅਤੇ ਤੁਹਾਡੇ ਸਮੇਂ ਲਈ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਬਹੁਤ ਖੁਸ਼ੀ ਹੋਈ ਇੱਕ ਵਾਰੀ ਫਿਰ ਤਹਿ ਦਿਲ ਤੋਂ ਸ਼ੇਰੇ ਪੰਜਾਬ ਦਾ ਸਰਦਾਰ ਅਜੀਤ ਸਿੰਘ ਬਾਦ ਅਤੇ ਪੂਰੇ ਪਰਿਵਾਰ ਦਾ, ਤੁਹਾਡੇ ਜਿੰਨੇ ਵੀ ਤੁਸੀਂ ਪ੍ਰੋਗਰਾਮ ਚਲਾਏ ਨੇ ਸਰਦਾਰ ਅਜੀਤ ਸਿੰਘ ਜੀ, ਤੁਸੀਂ ਸਾਡੇ ਸਾਰੇ ਨਾਲ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਮਿਟ ਹੋ ਰਹੀ ਹੈ ਗੁਰੂ ਨਾਨਕ ਇੰਸਟੀਚਿਊਟ ਵੱਲੋਂ, ਇਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ, ਇਸ ਨੂੰ ਤੁਸੀਂ ਗੁਰੂ ਨਾਨਕ institute.ca 'ਤੇ ਕਰਾ ਸਕਦੇ ਹੋ। 2 ਦਿਨ ਦੀ ਵੱਡੇ ਦੁਨੀਆ ਦੇ ਟੌਪ ਅਕੈਡਮੀਸ਼ੀਅਨਸ ਆ ਰਹੇ ਨੇ ਅਤੇ ਇਸ ਨੂੰ ਜੇ ਤੁਸੀਂ ਜੁਆਇਨ ਕਰਨਾ ਚਾਹੋ ਜ਼ਰੂਰ ਕਰੋ। ਜਵਾਕਾਂ ਨੂੰ ਭੇਜੋ, ਪਤਾ ਲੱਗੇ। ਅਤੇ ਸੀਟਾਂ ਇਹਦੀਆਂ ਰਾਖਵੀਆਂ ਨੇ। $50 ਦੇ ਵਿੱਚ ਦੋਨੇ ਦਿਨ 3 ਵਾਰ ਦਾ ਖਾਣਾ ਅਤੇ ਪਲੱਸ ਇਹਦਾ ਨਾਂ ਜਿਹੜਾ ਹੈ ਸੈਕੰਡ ਐਨੂਅਲ ਇੰਟਰਨੈਸ਼ਨਲ ਸਿੱਖ ਰਿਸਰਚ ਸਮਿਟ ਹੈ, ਸਿੱਖੀ ਇਨ ਏ ਗਲੋਬਲਾਈਜ਼ਡ ਵਰਲਡ, ਸਤੰਬਰ 23 ਅਤੇ 24 ਨੂੰ। ਅਤੇ ਸਰੀ ਸਿਟੀ ਹਾਲ ਦੇ ਵਿੱਚ, ਸਾਰਾ ਸਿਟੀ ਹਾਲ ਜਿਹੜਾ ਉਹ ਇਹਨਾਂ ਨੇ ਬੁੱਕ ਕੀਤਾ ਹੋਇਆ। ਵਰਕਸ਼ਾਪਸ ਲੱਗਣੀਆਂ ਨੇ, ਸਪੀਕਰ ਆਉਣੇ ਨੇ, ਕੀਨੋਟ ਸਪੀਕਰ ਜਿਵੇਂ ਦੱਸ ਕੇ ਗਏ ਨੇ ਵੀਰ ਜੀ ਉਹਨਾਂ ਨੇ, ਡਾਕਟਰ ਬਲਜੀਤ ਸਿੰਘ ਉਹਨਾਂ ਨੇ ਪਹਿਲੇ ਦਿਨ ਬੋਲਣਾ 23 ਤਰੀਕ ਨੂੰ। ਅਤੇ ਲਹਿੰਦੇ ਪੰਜਾਬ ਤੋਂ ਪ੍ਰੋਫੈਸਰ 2 ਜਿਹੜੇ ਆ ਰਹੇ ਨੇ। ਹੋਰ ਵੀ ਬਹੁਤ ਏਜੰਡਾ ਜਿਹੜਾ ਦੋਨੇ ਦਿਨਾਂ ਦਾ, ਮਤਲਬ ਬਹੁਤ ਵਧੀਆ। ਜਿਹੜਾ ਪਹਿਲਾ 8 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ, ਇਵੈਂਟ 7 ਵਜੇ ਮੁੱਕਣਾ, ਦੂਜੇ ਦਿਨ 8 ਤੋਂ 7 ਫਿਰ 8 ਤੋਂ 5। ਸੋ ਇਹ ਦੋਨੇ ਦਿਨ ਅਟੈਂਡ ਕਰਨ ਵਾਲਾ। ਹੁਣ ਮੇਰੇ ਨਾਲ ਸਰਦਾਰ ਗਗਨਦੀਪ ਸਿੰਘ ਜੀ ਗੱਲਬਾਤ ਕਰਨਗੇ, ਜਿਹੜੇ ਹਰਿਆਣੇ ਤੋਂ ਇੱਥੇ ਵਿਜ਼ਿਟ ਕਰ ਰਹੇ ਨੇ। ਉਹਨਾਂ ਨੇ ਇੱਕ ਕਿਤਾਬ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਕਿਲ੍ਹਾ ਸਿੱਖ ਰਾਜ ਦੀ ਰਾਜਧਾਨੀ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਪੰਚਕੂਲਾ ਵੱਲੋਂ, ਲੋਹਗੜ੍ਹ ਦੁਨੀਆ ਦਾ ਸਭ ਤੋਂ ਵੱਡਾ ਕਿਲ੍ਹਾ, ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਦੀ ਉਹ ਰਾਜਧਾਨੀ ਲੋਹਗੜ੍ਹ, ਇਹਦੇ 'ਤੇ ਉਹਨਾਂ ਨੇ ਬਹੁਤ ਕੰਮ ਕੀਤਾ ਅਤੇ ਉਹਨਾਂ ਦੇ ਬਾਰੇ ਉਹ ਗੱਲਬਾਤ ਕਰਨ ਲਈ ਮੇਰੇ ਨਾਲ ਸ਼ਾਮਲ ਨੇ। ਅੱਜ ਇਹਨੂੰ ਕੋਸ਼ਿਸ਼ ਕਰਾਂਗਾ ਮੈਂ ਕਿ ਇਹਨੂੰ ਘੱਟੋ ਘੱਟ 2 ਲੜੀਆਂ ਦੇ ਵਿੱਚ, ਜੇ ਨਾ 2 'ਚ ਸਮਾਹੀ 3 ਲੜੀਆਂ 'ਚ, ਫਿਰ 3-4 ਦਿਨ ਇੱਥੇ ਨੇ ਉਹ, ਅਤੇ ਓਨਟਾਰੀਓ ਦੇ ਵਿੱਚ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਉਹਨਾਂ ਨੇ ਪਿਛਲੇ ਦਿਨੀਂ ਬਾਬਾ ਮੱਖਣ ਸ਼ਾਹ ਲਵਾਣਾ ਗੁਰਦੁਆਰਾ ਸਾਹਿਬ ਨਿਊਯਾਰਕ ਦੇ ਵਿੱਚ ਇੱਕ ਲੈਕਚਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਹੈ, ਪਾਤਸ਼ਾਹੀ ਦਾਅਵਾ ਹੈ, ਰਾਜ ਚਲਾਉਣ ਦੀ ਗੱਲ, ਜਿਹੜੇ ਕਿਲਿਆਂ ਦੀ ਗੱਲ ਅਤੇ ਸੱਚੀਆਂ ਨੀਹਾਂ ਦੀ ਗੱਲ, ਉਹਨਾਂ ਨੂੰ ਉੱਥੋਂ ਜੋੜ ਕੇ ਲੈ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਤੱਕ ਆਏ। ਆਪਾਂ ਵੀ ਕੋਸ਼ਿਸ਼ ਕਰਾਂਗੇ। ਸਰਦਾਰ ਗਗਨਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਜੀ ਰੇਡੀਓ ਤੇ। ਅੱਛਾ ਸਰਦਾਰ ਜੀ, ਸਭ ਤੋਂ ਪਹਿਲਾਂ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਸੁਣਨ ਵਾਲਿਆਂ ਨੂੰ। जी, मैं गगनदीप सिंह मेरा नाम है और मैं हरियाणा सरकार हरियाणा सिविल सर्विसेज का ऑफिसर हाँ, और तकरीबन 4-5 साल मेरी पोस्टिंग 2016 से लेके 20 तक मेरी पोस्टिंग थी यमुनानगर, जिथे लोहगढ़ खालसा राजधानी है। और उस टाइम मैंने मौका मिले पर खोज करन दा, क्योंकि उस टाइम ही करनैल बंदा सिंह बहादुर दी शहीदी यात्रा जम्मू तो लैके दिल्ली तक पहुंची सी। ਜਿਹੜੀਆਂ 4 स्टेट ਪੈਂਦੀਆਂ ਨੇ, जम्मू और पंजाब, हरियाणा ते दिल्ली ने उन्होंने स्टेट कैंप डिक्लेयर किया सीगा। ते जो हरियाणा और यमुनानगर पहुंची तो मैं उत्थों नोडल ऑफिसर थी यात्रा ਨੂੰ रिसीव करने वास्ते। पर फिर मैंने लग्या कि मैंने लोहगढ़ बारे थोड़ा जिहा रिसर्च करनी चाहिए भी, ऐसी किहड़ी जगह है जिथे एक भी लोहगढ़ खालसा राजधानी जिथे एक भी खालसा नहीं बसदा, 100% वो मुस्लिम पॉपुलेटेड एरिया। ते फिर जो जनरल बंदा सिंह बहादुर ने 1710 डिक्लेयर की। और आजकल मैं डिप्टी सेक्रेटरी होम चंडीगढ़ की मेरी पोस्टिंग है, और बाकी फिर आजकल थोड़े को आया हुआ है। बिल्कुल जी, बहुत वड्डियां
ਉਪਲਬਧੀਆਂ ਨੇ। ਅੱਛਾ, ਮੈਂ ਕਿਉਂਕਿ ਸਿੱਧਾ ਬਾਬਾ ਬੰਦਾ ਸਿੰਘ ਬਹਾਦਰ ਤੇ ਜਾਣ ਤੋਂ ਪਹਿਲਾਂ, ਕਿਉਂਕਿ ਇਹ ਜਿਹੜਾ ਸਫ਼ਰ ਉੱਥੇ ਕੰਪਲੀਟ ਨਹੀਂ ਹੋਇਆ, ਇਹਦੀ ਸ਼ੁਰੂਆਤ ਜਿਸ ਤਰ੍ਹਾਂ ਤੁਹਾਡਾ ਜਿਹੜਾ ਇੱਕ ਲੈਕਚਰ ਉਸਨੇ ਮੈਨੂੰ ਬੜਾ, ਮੈਂ ਉਹਨੂੰ ਬੈਠ ਕੇ ਸੁਣਿਆ, ਜਿਹੜਾ ਬਾਬਾ ਮੱਖਣ ਸ਼ਾਹ ਲਵਾਣਿਆ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੈਜੈਂਟੇਸ਼ਨ ਤੁਸੀਂ ਕੀਤੀ, ਸਲਾਈਡ ਸ਼ੋਅ ਨਾਲ ਕੀਤਾ, ਤੁਹਾਡੀ ਖੋਜ ਸੀ ਉਹਦੇ ਵਿੱਚ, ਉਹ 'ਚ ਬੜਾ ਕੰਮ ਕੀਤਾ ਉਹਦੇ ਨੇ। ਮੈਂ ਚਾਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਇਸ ਦੀ ਸ਼ੁਰੂਆਤ ਹੋਈ, ਉਹਨੂੰ ਤੁਸੀਂ ਕਿਵੇਂ ਆਪਣੇ ਸ਼ਬਦਾਂ ਦੇ ਵਿੱਚ ਦੱਸਣਾ ਚਾਹੁੰਦੇ ਹੋ ਵੀ ਇਹਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਤੋਂ ਹੋਈ, ਸੱਚੇ ਇਸ ਰਾਜ ਦੀ, ਇਹ ਪੰਥ ਦੀ, ਇਹ ਸਿੱਕੇ ਦੀ, ਇੱਥੋਂ ਸ਼ੁਰੂ ਕਰੀਏ ਆਪਾਂ। ਜੀ, ਮੈਂ ਥੋੜੇ ਉਹਦਾ ਹਲਕਾ 2 ਮਿੰਟ ਬੈਕਗਰਾਉਂਡ ਦੱਸ ਦਿੰਦਾ। ਜਦੋਂ ਯਾਤਰਾ ਨਿਕਲ ਗਈ ਤੇ ਮੈਨੂੰ ਲੱਗਿਆ ਕਿ ਲੋਹਗੜ੍ਹ ਦੇ ਉੱਪਰ ਕੰਮ ਕਰਨਾ ਚਾਹੀਦਾ, ਤੇ ਮੈਂ ਸਿਰਫ ਜਰਨੈਲ ਬੰਦਾ ਸਿੰਘ ਬਹਾਦਰ ਤੱਕ ਹੀ ਸੀਮਿਤ ਸੀਗਾ। ਤੇ ਜਦੋਂ ਮੈਂ ਥੋੜੀ ਜਿਹੀਆਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ, ਤੇ ਬੁੱਕਸ ਪੜ੍ਹਦੇ ਉਹ ਕਹਿੰਦੇ ਨੇ ਤਕਰੀਬਨ ਸਾਰੇ ਇਤਿਹਾਸਕਾਰ ਲਿਖਦੇ ਨੇ, ਉਹ ਲਿਖਦੇ ਨੇ ਤਕਰੀਬਨ 2.5 ਲੱਖ ਦੀ ਫੌਜ ਲੋਹਗੜ੍ਹ ਖਾਲਸਾ ਰਾਜਧਾਨੀ 6 ਸਾਲ ਘੇਰਾ ਪਾ ਕੇ ਲੱਗੀ ਰਹੀ। ਅਲੱਗ-ਅਲੱਗ ਇਤਿਹਾਸਿਕ ਸਰੋਤ ਨੇ, ਔਰ ਮੈਨੂੰ ਲੱਗਿਆ ਕਿ ਬੜੀ ਜੋ 2 ਪਹਾੜੀਆਂ ਨੇ, ਜਿਨ੍ਹਾਂ ਨੂੰ ਮਤਲਬ ਇੱਕ ਨੂੰ ਤਾਰਾਗੜ੍ਹ ਦੱਸਦੇ ਨੇ, ਇੱਕ ਨੂੰ ਲੋਹਗੜ੍ਹ ਦੱਸਦੇ ਨੇ, ਛੋਟੀਆਂ ਪਹਾੜੀਆਂ 2-2 ਚੈਪਟਰ ਦੀਆਂ, ਤੇ ਇਹਨੂੰ ਹੀ ਸਰ ਕਰਨਾ ਸੀਗਾ। ਤੇ 500-700 ਬੰਦੇ ਮੁਗਲਾਂ ਦੇ ਬਹੁਤ ਸੀਗੇ, ਤੇ 5-7 ਘੰਟਿਆਂ ਦੀ ਸਰ ਹੋ ਜਾਣੀ, ਕਾਬੂ ਆ ਜਾਣੀਆਂ ਸੀਗੀਆਂ। ਤੇ ਫਿਰ ਮੈਨੂੰ ਲੱਗਿਆ ਕਿ ਨਹੀਂ, ਕੱਲ ਕੁਛ ਹੋਰ ਹੈ। ਤੇ ਫਿਰ ਹੋਰ ਪਹਾੜੀਆਂ 'ਚ ਘੁੰਮਣਾ ਸ਼ੁਰੂ ਕੀਤਾ ਜੋ ਐਡਜੋਇਨਿੰਗ ਹਿਮਾਚਲ ਦਾ ਏਰੀਆ, ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹ ਤਾਂ ਜੇ ਫੋਰਟੀਫਿਕੇਸ਼ਨ ਹੈ, ਇਹ ਬਹੁਤ ਜ਼ਿਆਦਾ ਇਲਾਕਿਆਂ 'ਚ ਫੈਲੀ ਹੋਈ ਹੈ। ਹਰ ਪਹਾੜੀ ਦੇ ਉੱਪਰ ਨਾਨਕਸ਼ਾਹੀ ਇੱਟਾਂ ਵਿਖਰੀਆਂ ਪਈਆਂ ਨੇ, ਪੱਥਰ ਤੇ ਚੂਨੇ ਦੀ ਚਨਾਈ ਹੈ। ਫਿਰ ਮੈਂ ਕੀ ਕੀਤਾ ਕਿ ਆਪਣੇ ਡਿਪਟੀ ਕਮਿਸ਼ਨਰ ਤੋਂ DC ਔਰ ਜੋ ਕਿ ਐਡਜੋਇਨਿੰਗ ਹਿਮਾਚਲ ਪ੍ਰਦੇਸ਼ ਦੇ ਚਿੱਠੀ ਲਿਖਵਾਈ, ਉੱਥੋਂ ਦੇ ਇੱਕ ਨੋਡਲ ਆਫਿਸਰ ਫੋਰੈਸਟ ਦਾ ਪੁਆਇੰਟ ਹੈ, ਕਿਉਂਕਿ ਰਿਜ਼ਰਵ ਫੋਰੈਸਟ ਏਰੀਆ ਸੀਗਾ। ਔਰ ਫਿਰ ਕੌਂਟੀਨਿਊ ਸਰਵੇ ਕਰਦੇ ਰਹੇ, ਤੇ ਬਹੁਤ ਜ਼ਿਆਦਾ ਮਤਲਬ ਹਜ਼ਾਰਾਂ ਏਕੜਾਂ 'ਚ ਪਹਾੜੀਆਂ ਦੇ ਵਿੱਚ ਫੋਰਟੀਫਿਕੇਸ਼ਨ ਨਿਕਲੀ। ਇਸ ਤਰੀਕੇ ਨਾਲ ਜੋ ਲੋਹਗੜ੍ਹ ਦਾ ਲਾਸਟ ਫੋਰਟੀਫਿਕੇਸ਼ਨ ਸਾਨੂੰ ਮਿਲੀ, ਉਸ ਇਲਾਕੇ ਤੋਂ ਪੌਂਟਾ ਸਾਹਿਬ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਹੈ ਆਪਾਂ ਟੂਵਰਡਸ ਈਸਟ, ਔਰ ਜਿਹੜਾ ਨਾਹਨ ਹੈ ਟੂਵਰਡਸ ਵੈਸਟ ਆਪਣਾ ਉਹ ਹੈਗਾ ਤਕਰੀਬਨ ਉਹ ਵੀ 20 ਕਿਲੋਮੀਟਰ ਦੂਰੀ ਤੇ, ਔਰ ਸਡੌਰਾ ਜੋ ਇਲਾਕਾ ਪੀਰ ਬੁੱਧੂ ਸ਼ਾਹ ਨਾਲ ਕਨੈਕਟਡ ਹੈ, ਉਹ ਟੂਵਰਡਸ ਸਾਊਥ ਆਫ ਦਿਸ ਫੋਰਟ, ਉਹ ਵੀ 20 ਕਿਲੋਮੀਟਰ ਦੂਰੀ, ਔਰ ਐਪੀ ਸੈਂਟਰ ਬੇਸਿਕਲੀ ਏਰੀਆ ਹੈ। अब मैं 3 टाउन का नाम इस करके दस रहा कि पौंटा साहब गुरु गोबिंद सिंह महाराज ਨਾਲ कनेक्टेड है, और नाहन जो है वो भाई मनी सिंह जी होना ਦਾ ਵਸਾਇਆ ਹੋਇਆ ਪਿੰਡ ਸੀਗਾ, ਸ਼ਹਿਰ ਸੀਗਾ, ਤੇ ਉਹਨਾਂ ਦੇ ਫਾਦਰ ਭਾਈ ਮਾਈ ਦਾਸ ਦਾ ਬਰਥ ਪਲੇਸ ਹੈ, ਔਰ ਸੜੌਲਾ ਪੀਰ ਜੀ ਹੋਣਾ ਨਾਲ ਕਨੈਕਟਡ ਸੀਗਾ। ਉਹਨੇ ਜਦੋਂ ਥੋੜਾ ਸਮਝਣਾ ਸ਼ੁਰੂ ਕੀਤਾ, ਤੇ ਇੱਕ ਜਦੋਂ ਪਾਤਸ਼ਾਹ ਇੱਥੇ ਫੌਜ ਲੈ ਕੇ ਆਪ ਲੋਹਗੜ੍ਹ ਦੇ ਉੱਪਰ 1710 ਦੇ ਵਿੱਚ ਅਟੈਕ ਕਰਦਾ ਹੈ, ਉਹਦੇ 4 ਸ਼ਹਿਜ਼ਾਦੇ ਨਾਲ ਨੇ, ਉਹਦੇ 87 ਮਨਸਬਦਾਰ ਨੇ, ਤੇ ਫਿਰ ਉਹਦੇ ਨਾਲ ਜੋ ਲਿਖਾਰੀ ਹੈ, ਜਦੋਂ ਸ਼ਾਮ ਨੂੰ ਉਹਦੇ ਕੋਲ ਇੰਟੈਲੀਜੈਂਸ ਰਿਪੋਰਟਸ ਉਹਦੇ ਕੋਲ ਕੰਪਾਈਲ ਹੁੰਦੀਆਂ ਸੀਗੀਆਂ ਬਾਦਸ਼ਾਹ ਕੋਲ, ਉਹਨੂੰ ਜੋ ਡਾਕੂਮੈਂਟ ਪੜ੍ਹ ਕੇ ਸੁਣਾਇਆ ਜਾਂਦਾ ਸੀ, ਉਹ ਸੀ ਅਖਬਾਰੇ ਦਰਬਾਰੇ ਮੌਲਾ। ਅਸੀਂ ਉਹ ਸਾਰਾ ਅਖਬਾਰੇ ਦਰਬਾਰਾ ਮੌਲਾ ਨੈਸ਼ਨਲ ਆਰਕਾਈਵ ਤੋਂ ਪੜ੍ਹਾਇਆ, ਜੋ ਕਿ ਉਹ ਪਈਆਂ ਪ੍ਰਿਜ਼ਰਵ ਕੀਤਾ ਹੋਇਆ ਨੈਸ਼ਨਲ ਆਰਕਾਈਵ ਦਿੱਤੀ ਦੇ ਵਿੱਚ। ਉਹ ਲਿਖਦੇ ਨੇ ਕਿ ਜੀ ਇਸ ਕਿਲੇ 52 ਕਿਲੇ ਨੇ, ਜੋ ਕਿ ਮੁਗਲ ਫੌਜ ਨੂੰ ਅੱਗੇ ਨਹੀਂ ਵਧਣ ਦੇ ਰਹੇ। ਫਿਰ ਉਹਨਾਂ 52 ਕਿਲੇ ਦੀ ਗੱਲ ਪ੍ਰੋਫੈਸਰ ਗੰਡਾ ਸਿੰਘ ਵੀ ਕਰਦੇ ਨੇ, ਐਰਵਿਨ ਵੀ ਕਰਦਾ, ਇੱਕ ਟਾਈਮ ਕਰਕੇ ਚੁੱਪ ਹੋ ਜਾਂਦੇ ਨੇ, ਲੇਕਿਨ ਇੱਕ ਸਾਬ ਸਮਝਣ ਦੀ ਗੱਲ ਹੈ ਕਿ 52 ਕਿਲੇ ਥੋੜੇ ਨਹੀਂ ਹੁੰਦੇ। ਇਹਨਾਂ ਕਿਲਿਆਂ ਨੂੰ ਜਦੋਂ ਭਾਲ ਕਰਨੀ ਸ਼ੁਰੂ ਕੀਤੀ, ਤੇ ਅਲਟੀਮੇਟਲੀ ਕਰਨਾਲ ਤੋਂ ਲੈ ਕੇ ਉਹ ਕਿਲੇ ਜਿਹੜੇ ਨੇ ਉਹ ਸਕੈਟਰਡ ਮੌਜੂਦਾ ਚੰਡੀਗੜ੍ਹ ਤੱਕ ਨੇ, ਔਰ ਉਹਨਾਂ ਚੋਂ 24 ਸਟਿਲ ਲਾਈਵ ਨੇ, ਉਹ ਖੜੇ ਹੋਏ ਨੇ। ਔਰ ਫਿਰ ਕਰਨਾਲ, ਕੈਥਲ, ਕੁਰਸ਼ੇਤਰ, ਯਮੁਨਾਨਗਰ, ਅੰਬਾਲਾ ਤੇ ਪੰਚਕੂਲਾ, ਇਹ ਇਹਨਾਂ ਹਰਿਆਣੇ ਦੇ ਜ਼ਿਲ੍ਹਿਆਂ 'ਚ, ਔਰ 6ਵਾਂ ਹੋ ਗਿਆ ਚੰਡੀਗੜ੍ਹ, ਜਿੱਥੇ ਤੱਕ ਉਹ ਕਿਤੇ ਸਕੈਟਰਡ ਸੀਗੇ, ਔਰ ਜਿਨ੍ਹਾਂ ਨੇ ਅਲਟੀਮੇਟਲੀ ਇਸ ਮੁਗਲ ਫੌਜ ਨੂੰ ਘੇਰੇ 'ਚ ਪਾ ਲਿਆ। ਔਰ ਲਿਖਾਰੀ ਇਹ ਵੀ ਲਿਖਦਾ ਹੈ ਕਿ ਉਹ ਵੈਬ ਵਾਂਗ ਇੱਕ ਮੱਕੜ ਜਾਲ ਵਾਂਗ ਕੰਮ ਕਰ ਰਹੇ ਨੇ, ਤੇ ਜਦੋਂ ਮੁਗਲ ਫੌਜ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਤੇ ਇਹ 52 ਕਿਲੇ ਆਪਸ 'ਚ ਕੋਆਰਡੀਨੇਟ 'ਚ ਬੈਟਲ ਲੜਦੇ ਨੇ ਮੁਗਲ ਫੌਜ ਦੇ ਖਿਲਾਫ। ਫਿਰ ਥੋੜੀ ਗੱਲ ਕਲੀਅਰ ਹੋਣੀ ਸ਼ੁਰੂ ਹੋ ਗਈ, ਹਾਂ ਵੀ ਇਹ ਤਕਰੀਬਨ 100 ਕਿਲੋਮੀਟਰ ਦੀ ਕਿਲਾਬੰਦੀ ਹੈਗੀ ਹੈ। ਔਰ ਜਦੋਂ ਫਿਰ ਅਸੀਂ ਛੋਟਾ ਟਰਸਟ ਫਾਰਮ ਕੀਤਾ, ਫਿਰ ਇੱਕ ਟਾਈਮ ਸਟੱਡੀ ਕਰਾਈ, ਆਰਕੀਓਲੋਜੀਕਲ ਐਵੀਡੈਂਸਿਸ ਤੇ ਐਕਸਪਰਟਸ ਦੀ ਰਿਪੋਰਟ ਤਿਆਰ ਕਰਾਈਆਂ, ਔਰ ਇਹਨਾਂ ਸਭ ਦਾ ਡਿਜ਼ਾਈਨ ਇਹ ਮੈਂ ਸਭ ਤੇ ਨਾਲ ਇੱਟਾਂ ਲੱਗੀਆਂ ਹੋਈਆਂ ਨੇ। ਔਰ ਅਲਟੀਮੇਟਲੀ ਇਹਦੇ ਵਿੱਚ ਜੋ ਫਾਇਰ ਆਰਮਸ ਫਾਇਰ ਕਰਨ ਵਾਸਤੇ, ਯਾਨੀ ਕਿ ਇੱਕ ਆਦਮੀ 3 ਬੰਦੂਕਾਂ ਰੱਖ ਕੇ, 3 ਮਸਕਟਸ ਰੱਖ ਕੇ ਇੱਕ ਹੀ ਆਦਮੀ ਫਾਇਰ ਕਰਦਾ ਸੀਗਾ, ਔਰ ਅੰਦਰੋਂ ਬੰਦਾ ਦੇਖ ਸਕਦਾ, ਬਾਹਰੋਂ ਬੰਦਾ ਉਹ ਜਿਹੜਾ ਅੰਦਰ ਬੈਠਾ ਫੌਜੀ ਉਹਨੂੰ ਨਹੀਂ ਦੇਖ ਸਕਦਾ। ਬਹੁਤ
ਮਾਡਰਨ ਟੈਕਨੀਕਸ ਨਾਲ ਇਹ ਕਿਲੇ ਤਿਆਰ ਕੀਤੇ ਗਏ ਦੁਆਰਾ ਜੀ। ਔਰ ਫਿਰ ਜੋ ਉਹਨਾਂ ਨੇ ਸਾਨੂੰ ਸਟੱਡੀ 'ਚ ਦੱਸਿਆ ਟਾਈਮ 80 ਸਾਲ ਲੱਗੇ ਹੋਣਗੇ। 1710 80 ਸਾਲ ਮਾਈਨਸ ਕਰੀਏ ਸਮਾਂ ਇਹਦਾ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਲੋਹਗੜ੍ਹ ਗੁਰੂ ਹਰਗੋਬਿੰਦ ਸਾਹਿਬ ਨੇ ਲੋਹਗੜ੍ਹ ਦਾ ਕਿਲਾ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਤਿਆਰ ਕਰਾਇਆ ਅੰਮ੍ਰਿਤਸਰ, ਜੋ ਕਿ ਤੋੜ ਦਿੱਤਾ ਗਿਆ। ਉਹਦੀ ਯਾਦ 'ਚ ਅੱਜ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਲੋਹਗੜ੍ਹ ਹੈਗਾ। ਜਦੋਂ ਤੁਸੀਂ ਜਾਓ ਤਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਇਓ ਜੀ। ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇੱਕ ਕਿਲਾ ਤਿਆਰ ਕਰਾਇਆ, 5 ਕਿਲੇ ਤਿਆਰ ਕਰਾਏ। ਅਨੰਦਪੁਰ ਸਾਹਿਬ ਵਿੱਚ ਕਿਲਾ ਸੀਗਾ ਲੋਹਗੜ੍ਹ। ਫਿਰ ਜ਼ਿਆਦਾ ਗੱਲ 6ਵੇਂ ਪਾਤਸ਼ਾਹ ਤੋਂ 7ਵੇਂ ਪਾਤਸ਼ਾਹ ਟਾਈਮ ਕਲੀਅਰ ਹੋ ਕੇ, ਕਿਉਂਕਿ 6ਵੇਂ ਪਾਤਸ਼ਾਹ ਨੇ 1624 ਦੇ ਵਿੱਚ ਆਪਣਾ ਹੈੱਡਕੁਆਟਰ ਸ਼ਿਫਟ ਕਰਤਾ ਕੀਰਤਪੁਰ ਸਾਹਿਬ ਜੀ। ਔਰ ਜਿਹੜੀ ਉਹ ਜਗ੍ਹਾ ਸੀਗੀ ਜਿਹੜੀ ਕੀਰਤਪੁਰ ਦੇ 70 ਪਿੰਡਾਂ ਦੀ ਜਗ੍ਹਾ ਬਿਲਾਸਪੁਰ ਦੇ ਰਾਜੇ ਤੋਂ ਪਰਚੇਸ ਕੀਤੀ, ਉਹਦੀ ਕੀਮਤ ਭਾਈ ਪੰਜਾਬ ਤੇ ਭਾਈ ਪੱਖਾ ਲਬਾਣੇ ਹੁਣ ਅਦਾ ਕਰਕੇ ਆਏ। ਔਰ ਬਾਬਾ ਗੁਰਦਿੱਤਾ ਜੀ ਡਿਊਟੀ ਲੱਗੀ ਇਸ ਨਵੇਂ ਨਗਰ ਨੂੰ ਵਸਾਉਣ, ਇਹ ਨਵੇਂ ਖਾਲਸੇ ਨਗਰ ਨੂੰ ਵਸਾਉਣ ਵਾਸਤੇ ਜੀ। ਜ਼ਿਆਦਾ ਗੱਲ ਕਲੀਅਰ ਹੁੰਦੀ ਹੈ 7ਵੇਂ ਪਾਤਸ਼ਾਹ ਟਾਈਮ ਜਦੋਂ 1645 ਤੋਂ ਲੈ ਕੇ 1658 ਤੱਕ ਲੋਹਗੜ੍ਹ ਦੀ ਪਹਾੜੀਆਂ ਤੇ ਸ਼ਿਫਟ ਹੋ ਜਾਂਦੇ ਨੇ 2200 ਘੁੜਸਵਾਰਾਂ ਦੇ ਨਾਲ। ਪਿੰਡ ਦਾ ਨਾਮ ਹੈ ਥਾਪਲਪੁਰ। ਸਾਰੇ ਇਤਿਹਾਸਕਾਰ ਲਿਖ ਰਹੇ A to Z ਇਸ ਗੱਲ ਨੂੰ। ਉਹ ਕਹਿੰਦੇ 13 ਸਾਲ ਇਹਨਾਂ ਪਹਾੜੀਆਂ 'ਚ ਰਹਿ ਕੇ 2200 ਘੁੜਸਵਾਰਾਂ ਨਾਲ, ਲੇਕਿਨ ਉਹ ਪਲੇਸ ਆਇਡੈਂਟੀਫਾਈ ਹੋਈ। ਫਿਰ ਉਹ ਪਲੇਸ ਆਇਡੈਂਟੀਫਾਈ ਕੀਤੀ। ਉਹ ਫਿਰ ਰਿਪੀਟ ਕਰ ਰਿਹਾ 1645 ਤੋਂ ਲੈ ਕੇ 1658 ਤੱਕ 17 ਸਾਲ ਉਹ ਗੁਰੂ ਰਹੇ, 13 ਸਾਲ ਉਹ ਇਹਨਾਂ ਪਹਾੜੀਆਂ 'ਚ ਰਹੇ ਜੀ। ਔਰ 2200 ਘੁੜਸਵਾਰਾਂ ਦੇ ਨਾਲ, 2200 ਹਥਿਆਰਬੰਦ ਘੁੜਸਵਾਰਾਂ ਦੇ ਨਾਲ 1652 ਦਾ ਸਮਾਂ ਵਿੱਚ ਆਇਆ ਇਸ ਪੂਰੇ ਟੈਂਡਿਓਰ ਦੇ ਵਿੱਚ। ਔਰ 1652 ਦੇ ਵਿੱਚ ਹੀ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੈ। ਮਾਤਾ ਪਿਤਾ ਲੋਹਗੜ੍ਹ ਦੀ ਪਹਾੜੀਆਂ 'ਚ ਬੈਠੇ ਸੀਗੇ। ਅੰਦਾਜ਼ਾ ਅਸੀਂ ਆਪ ਕੇ ਬੱਚਾ ਕਿੱਥੇ ਪੈਦਾ ਹੋਇਆ ਹੋਏਗਾ। ਪਾਣੀ 'ਚ ਸ਼ਲੋਕ ਆਉਂਦਾ ਕੈਸੇ ਮਾਤਾ ਪਿਤਾ ਵੀ ਇਨਵਾਲ ਨਾ ਹੋਈ। 9ਵੇਂ ਪਾਤਸ਼ਾਹ ਦੇ ਗੁਰੂ ਕਾਲ ਤੋਂ ਪਹਿਲੇ ਦੇ ਉੱਥੇ ਪਲੇਟਾਂ ਲੱਗੀਆਂ ਹੋਈਆਂ। 9ਵੇਂ ਪਾਤਸ਼ਾਹ ਦੇ ਗੁਰੂ ਬਣਨ ਤੋਂ ਬਾਅਦ 13 ਗੁਰਦੁਆਰੇ ਸਾਹਿਬ ਲੋਹਗੜ੍ਹ ਦੇ ਨਜ਼ਦੀਕ ਗੁਰੂ ਤੇਗ ਬਹਾਦਰ ਨਾਲ ਇਤਿਹਾਸਿਕ ਗੁਰਦੁਆਰੇ ਨੇ। ਸਮਝਣਾ ਪਏਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਬਾਰ-ਬਾਰ ਲੋਹਗੜ੍ਹ ਦੇ ਕਿਉਂ ਜਾ ਰਹੇ ਨੇ। ਔਰ ਇਸੇ ਤਰੀਕੇ ਨਾਲ 10ਵੇਂ ਪਾਤਸ਼ਾਹ ਦਾ ਪੌਂਟਾ ਸਾਹਿਬ 4 ਸਾਲ ਰੁਕਣਾ, ਔਰ ਜੋ ਕਿ ਜਗ੍ਹਾ ਸਿਰਫ 10 ਕਿਲੋਮੀਟਰ 20 ਕਿਲੋਮੀਟਰ ਦੂਰ ਹੈਗੀ ਹੈ ਲੋਹਗੜ੍ਹ ਦੀ। ਉਹ ਫਿਰ ਗੱਲ ਆਪਸ ਵਿੱਚ ਮੈਚ ਹੋਣੀ ਸ਼ੁਰੂ ਹੋ ਗਈ। ਇਹ ਸਾਰਾ ਕੰਮ ਹੈ। ਫਿਰ ਜੋ ਜਰਨੈਲ ਬੰਦਾ ਸਿੰਘ ਬਹਾਦਰ ਨੇ ਨਾਨਕਸ਼ਾਹੀ ਸਿੱਖਿਆ ਜਾਰੀ ਕੀਤੇ ਵਿੱਚ ਕੀਤਾ ਸਿੱਖਾਂ ਦਰਬਾਰ ਹਰਦੋ ਆਲਮ ਫਾਜ਼ਲੇ ਸਾਹਿਬ ਫਤਿਹ ਗੁਰੂ ਗੋਬਿੰਦ ਸਿੰਘ ਕੈਪਟਾ ਤੇਗ ਨਾਨਕ ਵਾਰਿਆ। ਔਰ ਉਹਦੇ ਵਿੱਚ ਉਹ ਕਹਿੰਦੇ ਜਿਹੜੇ ਫਤਿਹ ਹੋਈਆਂ ਨੇ ਸਾਰੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੈ। ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਸਮਰਪਿਤ ਹੈ। ਉਹ ਕਹਿੰਦੇ ਤੇਗ ਨਾਨਕ ਵਾਰਿਆ ਕਿ ਮੇਰੇ ਹੱਥ ਜਿਹੜੀ ਤਲਵਾਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਹੈ। ਹੁਣ ਇੱਥੋਂ ਦੀ ਗੱਲ ਕਲੀਅਰ ਹੋ ਗਈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜੋ ਅਸੀਂ ਮਾਲਾ ਵਾਲਾ ਸਮਝਿਆ ਹੋਇਆ, ਉਹ ਗੁਰੂ ਨਾਨਕ ਪਾਤਸ਼ਾਹ ਦਾ ਤਲਵਾਰ ਵਾਲਾ ਸੀਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਵੀ ਉਸੇ ਤਰੀਕੇ ਨਾਲ ਤੇਗ ਸੀਗੀ ਜੋ ਜਰਨੈਲ ਬੰਦਾ ਸਿੰਘ ਬਹਾਦਰ ਦੇ ਹੱਥ ਸੀਗੀ। ਔਰ ਉਸ ਸਿੱਕੇ ਦੇ ਪਿਛਲੇ ਪਾਸੇ ਲਿਖਿਆ ਜ਼ਰਬ ਖਾਲਸਾ ਮੁਬਾਰਕ ਬਾਮਤ ਜ਼ੀਨ ਤੇ ਤਖਤ ਮੁਜ਼ੱਫਰ ਸ਼ਹਿਰ, ਜੰਨਤ ਵਰਗੀ ਥਾਂ ਭਾਗਾਂ ਵਾਲਾ ਸ਼ਹਿਰ ਖਾਲਸਾ ਤਖਤ ਤੋਂ ਸਿੱਕੇ ਜਾਰੀ ਹੋਏ। ਫਿਰ ਸਾਨੂੰ ਲੱਗਿਆ ਵੀ ਨਹੀਂ, ਇਹ ਗੱਲ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਚੈੱਕ ਕਰਨੀ ਪਏਗੀ। ਇਹ ਗੱਲ 6ਵੇਂ ਪਾਤਸ਼ਾਹ ਤੋਂ ਨਹੀਂ, ਉਸ ਤੋਂ ਪਹਿਲੇ ਦੀ ਗੱਲ ਹੈ। ਫਿਰ ਚੈੱਕ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਲੋਹਗੜ੍ਹ ਦੇ ਕੋਲ 4 ਗੁਰਦੁਆਰਾ ਸਾਹਿਬ ਸ਼ੋਭੇਗਾ ਜੰਗਲ 'ਚ। ਅੱਛਾ ਜੀ ਜੰਗਲ। ਔਰ 140 ਕਰੋੜ ਮਤਲਬ ਇੰਡੀਆ ਦੀ ਪੋਪੂਲੇਸ਼ਨ ਹੈਗੀ ਹੈ। ਉਸ ਟਾਈਮ 7 ਕਰੋੜ ਸੀਗੀ। ਉਸ ਟਾਈਮ ਸਾਨੂੰ ਇਹ ਸਮਝਣਾ ਪਏਗਾ ਵੀ ਜੰਗਲ 'ਚ ਪਹਿਲੇ ਨਾਨਕ ਕਰਨ ਕੀ ਗਏ ਸੀ, ਗੁਰੂ ਨਾਨਕ ਪਾਤਸ਼ਾਹ ਕਰਨ ਕੀ ਗਏ ਸੀਗੇ। ਔਰ ਇਸੇ ਤਰੀਕੇ ਨਾਲ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਿਆ ਤੇ ਸਾਫ਼ ਸੁਥਰੇ ਤਰੀਕੇ ਤੇ ਲਿਖਿਆ ਹੋਇਆ ਨਾਨਕ ਰਾਜ ਚਲਾਇਆ, ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਮ ਸੱਚ ਦੀ ਨੀਮ ਤੇ ਕਿਲੇ ਤਿਆਰ ਕੀਤੇ। ਔਰ ਇਹ ਗੱਲਾਂ ਹੋਰ ਵੀ ਕਲੀਅਰ ਹੋ ਜਾਂਦੀਆਂ ਨੇ ਸਾਹਿਬ ਕਿ ਜਦੋਂ ਅਸੀਂ ਇਹ ਦੇਖਦੇ ਹਾਂ ਗੁਰਦਾਸ ਨੰਗਲ ਦੀ ਗੜੀ ਜਿੱਥੇ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ, ਕੀਤਾ ਗਿਆ 1715 ਦੇ ਵਿੱਚ, ਉਹ ਮੁਗਲਾਂ ਦਾ ਬਣਾਇਆ ਹੋਇਆ, ਮੁਗਲਾਂ ਦੇ ਰਿਕਾਰਡ ਚੋਂ ਕਿਲਾ ਨਹੀਂ ਹੈ, ਕਿਤੇ ਵੀ ਉਹਦੇ ਨਹੀਂ ਆਉਂਦੇ। ਸਾਡੇ ਇਤਿਹਾਸਕਾਰਾਂ ਨੇ ਬੜੀ ਮਤਲਬ ਨਾ ਸਮਝੀ ਨਾਲ ਉਹਨੂੰ ਕੱਚੀ ਗੜੀ ਦੱਸਦਾ। ਔਰ ਬੇਸਿਕਲੀ ਕੀ ਹੈ ਕਿ 8 ਮਹੀਨੇ ਮੁਗਲਾਂ ਦੀ 1 ਲੱਖ ਤੋਂ ਵੱਧ ਫੌਜ ਉਸ ਕਿਲੇ ਨੂੰ ਘੇਰਾ ਪਾ ਕੇ ਰੱਖਦੀ। 5000 ਸਿੱਖ ਜਿਹੜੇ ਜਰਨੈਲ ਨੇ ਜਾਂ ਸੈਨਿਕ ਨੇ ਉਹ ਫੌਜ ਉਹਦੇ ਵਿੱਚ ਹੈਗੀ ਹੈ। ਤੇ ਉਹ ਅਲਟੀਮੇਟਲੀ ਕੋਸ਼ਿਕੋ ਤੋਪ ਹੈ ਜੋ 40 ਮਨ ਬਰੂਦ ਸਿੱਟਦੀ ਹੈ। ਕੰਟੀਨਿਊਸਲੀ 8 ਮਹੀਨੇ ਤੱਕ ਉਸ ਕਿਲੇ ਤੇ ਸਿੱਟਦੇ ਰਹੇ, ਉਹ ਕਿਲਾ ਨਹੀਂ ਟੁੱਟਿਆ। ਤੇ ਹੁਣ ਉਹ ਨੈਚੁਰਲੀ ਉਹ ਕੱਚੀ ਗੜੀ ਨਹੀਂ ਸੀ। ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਚੈੱਕ ਕਰਨ ਤੋਂ ਪਤਾ ਲੱਗਿਆ ਕਿ ਅਲਟੀਮੇਟਲੀ ਇਹ ਜਿਹੜਾ ਪੂਰਾ ਜਿਹੜਾ ਕਿਲਾ ਹੈ, ਇਹ ਕਿਲਾ ਗੁਰੂ ਨਾਨਕ ਪਾਤਸ਼ਾਹ ਤਿਆਰ ਕੀਤਾ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਵਣਜਾਰਾ ਸਿੰਘ ਸੀ, ਉਹਦਾ ਨਾਮ ਸੀ ਤੁਨੀ ਚੰਦ ਕਰੋੜੀਆ। ਉਹਨੇ ਕਿਲਾ ਤਿਆਰ ਕੀਤਾ
और एक किला फिर जरनैल बंदा सिंह बहादुर ने वरत्या। और इस तरीके नाल ਜਿਹੜੀਆਂ ਕੜੀਆਂ ਸੀਗੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਔਰ ਇਹ ਜੁੜਨੀਆਂ ਸ਼ੁਰੂ ਹੋ ਗਈਆਂ। ਔਰ ਉਹਦੇ 'ਚ ਇੱਕ ਮੈਂ ਤੁਹਾਨੂੰ ਹੋਰ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ 52 ਕਿਲੇ ਨੇ ਉਹ 'ਚ ਕੁਰਸ਼ੇਤਰ ਜੋ ਸ਼ਹਿਰ ਆਉਂਦਾ ਉਹ ਲੋਹਗੜ੍ਹ ਜ਼ੋਨ ਦਾ ਹੀ ਪਾਰਟ ਹੈ ਜਿਸ 'ਚ 52 ਕਿਲੇ ਫੈਲੇ ਹੋਏ ਨੇ। ਕੁਰਸ਼ੇਤਰ ਇੱਕ ਜਗ੍ਹਾ ਹੈਗੀ ਹੈ ਕੁਰਸ਼ੇਤਰ ਦੇ ਵਿੱਚ, ਉੱਥੇ 10 ਪਾਤਸ਼ਾਹ ਆਈਆਂ ਨੇ, 10 ਪਾਤਸ਼ਾਹੀਆਂ। ਗੁਰੂ ਨਾਨਕ ਪਾਤਸ਼ਾਹ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਦੁਨੀਆ ਦਾ ਕੋਈ ਹੋਰ ਐਸਾ ਸ਼ਹਿਰ ਨਹੀਂ ਹੈ ਜਿੱਥੇ 10 ਪਾਤਸ਼ਾਹੀਆਂ ਗਈਆਂ ਹੋਣ। ਇਹ 10 ਪਾਤਸ਼ਾਹੀਆਂ ਬਿਨਾਂ ਆਬਜੈਕਟਿਵ ਤੋਂ ਨਹੀਂ ਗਈਆਂ। ਸਾਹਿਬ ਖਾਲਸਾ ਰਾਜ ਦੀ ਤਿਆਰੀ ਸੀਗੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਹੈੱਡਕੁਆਟਰ ਤਮਤਾਨ ਸਾਹਿਬ ਸ਼ਿਫਟ ਕਰ ਲਿਆ ਸੀ। ਸਿੱਖੀ ਦਾ ਹੈੱਡਕੁਆਟਰ ਤਮਤਾਨ ਸਾਹਿਬ ਦਾ ਰੂਟ ਸਿੱਧਾ ਜਾ ਕੇ ਲੋਹਗੜ੍ਹ ਨੂੰ, ਹਰਿਆਣੇ 'ਚ ਤਮਤਾਨ ਸਾਹਿਬ ਪੈਂਦਾ, ਉੱਥੇ ਅਲਟੀਮੇਟਲੀ ਸਿੱਧਾ ਰੂਟ ਜਾਂਦਾ। ਅੱਜ ਗੁਰਦੁਆਰਾ ਤਮਤਾਨ ਸਾਹਿਬ ਮੌਕੇ ਤੇ ਮੌਜੂਦ ਹੈ। ਇਸ ਗੱਲ ਦਾ ਗਵਾਹੀ ਦਿੰਦਾ ਹੋਇਆ ਕਿ ਇੱਥੇ ਸਿੱਖੀ ਦਾ ਹੈੱਡਕੁਆਟਰ ਗਿਆ। ਭਾਈ ਦੱਗੋ ਜੀ ਉੱਥੋਂ ਦੇ ਮੁੱਖ ਪ੍ਰਚਾਰਕ ਸੀਗੇ। ਹੁਣ ਮੈਂ ਤੁਹਾਨੂੰ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਦੱਸਦਾ ਗੁਰਦਾਸਪੁਰ ਤੋਂ ਰਿਲੇਟਡ ਜੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚੱਲੇ ਤੇ ਗੁਰਦਾਸਪੁਰ ਫੜੇ ਗਏ। ਔਰ ਇਸੇ ਤਰੀਕੇ ਨਾਲ 300 ਸਾਲ ਪਹਿਲੇ ਜਾਂ 200 ਸਾਲ ਪਹਿਲੇ, ਸੌਰੀ 300 ਬੋਲ ਗਿਆ, ਤਕਰੀਬਨ 200 ਸਾਲ ਪਹਿਲੇ, 200 ਸਾਲ ਪਹਿਲੇ ਤਖਤ ਨਾਮਦੇਵ ਜੀ ਵੀ ਨੰਦੇੜ ਤੋਂ ਚੱਲੇ ਗੁਰਦਾਸਪੁਰ ਉਹ ਰਹੇ ਜੀ। ਔਰ ਜਦੋਂ ਹੁਣ ਆਹ ਦੇਖਣਾ ਸ਼ੁਰੂ ਕੀਤਾ, ਜੋ ਭਗਤ ਨਾਮਦੇਵ ਜੀ ਦੇ ਨਾਮ ਦਾ ਜਿਹੜਾ ਪਿੰਡ ਸੀ ਜਿੱਥੇ ਉਹਦਾ ਬਰਥ ਪਲੇਸ ਸੀ ਉਹ ਸੀ ਨਰਸੀ ਹੰਗੋਲੀ। ਔਰ ਨਰਸੀ ਹੰਗੋਲੀ ਦੇ ਖਾਲਸਾ ਰਾਜ 'ਚ ਪਿੰਡ ਵਸਾਏ ਗਏ ਜਿੱਥੇ ਅੱਜ ਵੀ ਖਾਲਸਾ ਰਾਜ ਦੇ ਕਿਲੇ ਖੜੇ ਨੇ। ਹੁਣ ਇਹ ਵੀ ਗੱਲ ਕਲੀਅਰ ਹੋ ਗਈ ਕਿ ਜਦੋਂ ਆਪਾਂ ਦੇਖਣਾ ਸ਼ੁਰੂ ਕੀਤਾ ਤੇ ਪਤਾ ਲੱਗਿਆ ਪੌਂਟਾ ਸਾਹਿਬ ਭਗਤ ਸੈਨ ਜੀ ਨੇ ਤਕਰੀਬਨ 10-12 ਕਿਲੇ ਖਾਲਸਾ ਰਾਜ ਦੇ ਉਸਾਰੇ। ਭਗਤ ਸਤਨਾਮ ਜੀ ਨੇ ਸਡੌਰੇ ਆ ਕੇ ਜਿਹੜੇ ਪੀਰ ਪਹੁੰਚੇ ਮੱਕੇ ਚੋਂ ਗੁਰੂ ਨਾਨਕ ਸਾਹਿਬ ਦੇ ਪਿੱਛੇ, ਇਹ ਵੀ ਬੜੀ ਇੰਟਰਸਟਿੰਗ ਗੱਲ ਹੈ ਜੀ। ਸਡੌਰੇ ਜਿਹੜੇ ਸੂਫੀ ਸੀਗੇ ਉਹਨਾਂ ਦਾ ਗੜ੍ਹ ਬਣ ਗਿਆ ਤੇ ਫਾਰਸੀ ਦੇ ਇਤਿਹਾਸਿਕ ਸਰੋਤ ਲਿਖਦੇ ਨੇ ਕਿ ਕਾਬਾ ਆਪ ਚੱਲ ਕੇ ਸਡੌਰੇ ਆ ਗਿਆ। ਹੁਣ ਉਹਦੇ ਪਿੱਛੇ ਕੌਣ ਆਏ ਕਿ ਜਦੋਂ ਅਸੀਂ ਕਹਿੰਦੇ ਪੀਰ ਬੁੱਧੂ ਸ਼ਾਹ ਜੀ ਹੁਣੀ ਜਦੋਂ 500 ਪਠਾਨ ਭੱਜ ਕੇ ਤੇ 2 ਆਪਣੇ 700 ਮਰੀਜ਼ਾਂ ਨਾਲ ਪਹੁੰਚੇ ਤੇ 2 ਪੁੱਤਰਾਂ ਦੀ ਸ਼ਹੀਦੀ ਹੋਈ, ਉਹਨਾਂ ਦੇ ਪਿਤਾ ਦੀ ਸ਼ਹੀਦੀ ਹੋਈ ਤੇ ਉਹਨਾਂ ਦੇ ਭਰਾ ਦੀ ਸ਼ਹੀਦੀ ਭੰਗਾਣੀ ਦੇ ਯੁੱਧ ਵਿੱਚ ਹੋਈ। ਤੇ ਅਲਟੀਮੇਟਲੀ ਸਮਝਣਾ ਪਏਗਾ ਕਿ ਸ਼ਹੀਦੀਆਂ ਨਹੀਂ ਹੋਈਆਂ। 1515 ਜਦੋਂ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਹੋਈ ਕਾਬੇ ਦੇ ਵਿੱਚ, ਪੀਰ ਬੁੱਧੂ ਸ਼ਾਹ ਦਾ ਵੱਡਾ ਵਡੇਰਾ ਸ਼ਾਹ ਅਬਦੁਲ ਵਾਹਿਬ ਉਹ ਗੁਰੂ ਨਾਨਕ ਸਾਹਿਬ ਦੇ ਪਿੱਛੇ ਚੱਲ ਕੇ ਸਡੌਰੇ ਪਹੁੰਚਿਆ। ਔਰ ਗੁਰੂ ਨਾਨਕ ਪਾਤਸ਼ਾਹ ਜਦੋਂ ਬਗਦਾਦ ਪਹੁੰਚੇ ਤੇ ਬਗਦਾਦ ਦਾ ਪੀਰ ਦਸਤਗੀਰ ਦਾ ਪੁੱਤਰ ਸ਼ਾਹ ਖੁਸ਼ਵੈਨੀ ਉਹ ਵੀ ਚੱਲ ਕੇ ਆਪਣਾ ਸਡੌਰੇ ਪਹੁੰਚ ਗਿਆ। ਉਹ ਕਾਦਰੀ ਮੂਵਮੈਂਟ ਦਾ ਪਾਰਟ ਸੀਗਾ। ਦੋਨੋਂ ਮੁਹੰਮਦ ਸਾਹਿਬ ਦੀ ਬਲੱਡ ਲਾਈਨ ਸੀਗੀ। ਇਹਨਾਂ ਪੀਰਾਂ ਨੇ 200 ਸਾਲ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਦੇ ਮਿਸ਼ਨ ਦੇ ਉੱਪਰ ਕੰਮ ਕੀਤਾ। ਔਰ ਕੰਮ ਕਰਨ ਤੋਂ ਬਾਅਦ ਇਹਨਾਂ ਦੇ ਸਾਥ ਦਿੱਤਾ ਵਣਜਾਰਿਆਂ ਨੇ। ਜਦੋਂ ਅਸੀਂ ਪਹਾੜੀਆਂ ਤੇ ਚੜ੍ਹਦੇ ਹਾਂ, ਪਹਾੜੀਆਂ ਤੋਂ ਉਤਰਦੇ ਹਾਂ ਤੇ ਪਹਾੜੀਆਂ ਤੋਂ ਉਤਰਨ ਤੋਂ ਭਾਈ ਲੱਖੀ ਸ਼ਾਹ ਵਣਜਾਰੇ ਦੇ ਲਾਏ ਹੋਏ ਖੂਹ ਮਿਲ ਜਾਂਦੇ ਨੇ। ਸਮਝਣਾ ਇਹ ਪਏਗਾ ਕਿ ਭਾਈ ਲੱਖੀ ਸ਼ਾਹ ਵਣਜਾਰੇ ਦੇ ਜੋ ਖੂਹ ਨੇ ਉਹ ਖੂਹ ਬੇਸਿਕਲੀ ਅਲਟੀਮੇਟਲੀ ਹਾਂਜੀ ਜਿਹੜੇ ਇਹਦੇ ਵਿੱਚ ਮੇਰੇ ਸਾਥੀ ਬੈਠੇ ਉਹਨਾਂ ਨੇ ਮੈਨੂੰ ਦੱਸਿਆ ਕਿ ਥੋੜਾ ਭਗਤ ਨਾਮਦੇਵ ਜੀ ਦਾ ਤੇ ਅਸੀਂ ਫਰਕ ਪਾਈ ਬੈਠੇ ਆ 200 ਸਾਲਾਂ ਦਾ ਗੁਰੂ ਨਾਨਕ ਪਾਤਸ਼ਾਹ ਨਾਲ। ਤਾਂ 6 ਭਗਤ ਨਾਮਦੇਵ ਜੀ ਹੋਏ ਆ। ਬਾਣੀ ਉਹਨਾਂ ਦੀ ਦਰਜ ਹੈ ਜੋ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸੀਗੇ। ਠੀਕ ਹੈ ਜੀ। ਔਰ ਭਗਤ ਨਾਮਦੇਵ ਜੀ ਨੇ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ। ਭਗਤ ਨਾਮਦੇਵ ਜੀ ਦੇ ਭਗਤ ਲੋਚਨ ਜੀ ਤੇ ਭਗਤ ਪਰਮਾਨੰਦ ਜੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਵਿਜ਼ਿਟ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਕਿਲਾ ਤਿਆਰ ਹੋਇਆ, ਉਹਦਾ ਨਾਮ ਵੀ ਲੋਹਗੜ੍ਹ ਹੈ। ਦੇਖੋ ਲੋਹਗੜ੍ਹ ਦਾ ਪੈਟਰਨ ਕਿਸ ਤਰੀਕੇ ਨਾਲ ਚੱਲਦਾ ਹੈ। ਇਸੇ ਤਰੀਕੇ ਨਾਲ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਜੀ ਜਦੋਂ ਰਾਜਸਥਾਨ ਪਹੁੰਚਦੇ ਨੇ ਨੰਦੇੜ ਤੋਂ ਚੱਲ ਕੇ 1708 ਤੋਂ ਜੋ ਵਿਜ਼ਿਟ ਹੁੰਦੀ ਹੈ ਤੇ ਆਪਣਾ ਰਾਜਸਥਾਨ ਭਰਤਪੁਰ ਰੁਕਦੇ, ਪ੍ਰੋਫੈਸਰ ਗੰਡਾ ਸਿੰਘ ਵੀ ਜ਼ਿਕਰ ਕਰਦੇ ਨੇ। ਔਰ ਜਿੱਥੇ ਜਾ ਕੇ ਉਹਨਾਂ ਨੂੰ ਲਵਾਣੇ ਸਿੰਘ ਤੇ ਵਣਜਾਰੇ ਸਿੰਘ ਹਥਿਆਰ ਤੇ ਪੈਸੇ ਦਿੰਦੇ ਨੇ। ਔਰ ਉਹ ਉਸ ਕਿਲੇ ਦਾ ਨਾਮ ਵੀ ਲੋਹਗੜ੍ਹ ਹੈ। ਔਰ ਜਦੋਂ ਉਹਦੀ ਘੋਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਭਗਤ ਪੀਪਾ ਜੀ ਤੇ ਭਗਤ ਤਰਨਾ ਜੀ ਨਾਲ ਕਨੈਕਟਡ ਉਹ ਕਿਲਾ ਹੈ। ਇਸੇ ਤਰੀਕੇ ਨਾਲ ਲੋਹਗੜ੍ਹ ਕਿਲਾ ਸਾਡਾ ਵੈਸਟ ਬੰਗਾਲ 'ਚ ਹੈ ਜੋ ਕਿ ਭਗਤ ਜੈਦੇਵ ਜੀ ਨਾਲ ਜੁੜਦਾ। ਮੈਂ ਉਹ ਵਾਪਸ ਸਡੌਰੇ ਤੇ ਆ ਰਿਹਾ। ਇਹ ਸਾਰੇ ਪੀਰ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਸਡੌਰੇ ਆ ਗਏ ਤੇ ਇਹਦੇ ਹਿਸਟੋਰੀਕਲ ਐਵੀਡੈਂਸਿਸ ਮਿਲ ਕੇ ਕਿ ਭਗਤ ਸਤਨਾਮ ਜੀ ਨੇ ਦੀ ਡਿਊਟੀ ਲੱਗੀ ਇਹਨਾਂ ਪੀਰਾਂ ਨੂੰ ਇੱਥੇ ਸੈਟਲਮੈਂਟ ਕਰਨ ਵਾਸਤੇ। ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਪਿੰਡ ਵਸਾਣੇ ਜਿਹਨੂੰ ਸੈਟਲਮੈਂਟ ਸ਼ੁਰੂ ਕਰਤੀ। ਸਭ ਸਮਝਣਾ ਪਏਗਾ ਕਿ ਰਾਜਾ ਜਦੋਂ ਬਣਦਾ ਨਾ ਪਾਤਸ਼ਾਹ ਬੋਲਦੇ ਆ ਤੇ ਪਾਤਸ਼ਾਹ ਹੀ ਸੈਟਲਮੈਂਟ ਕਰਦਾ, ਪਿੰਡ ਵਸਾਉਂਦਾ ਤੇ ਇਸ ਇਲਾਕੇ ਦੇ ਵਿੱਚ ਪਿੰਡ ਵਸਾਣੇ ਸ਼ੁਰੂ ਕੀਤੇ। ਇੱਕ ਡਾਕੂਮੈਂਟ ਹੋਰ ਮਿਲਿਆ, ਉਸ ਡਾਕੂਮੈਂਟ ਅਖਬਾਰੇ ਦਰਬਾਰੇ ਮੌਲਾ ਦੀ ਐਂਟਰੀ ਮਿਲਿਆ ਕਿ ਜੋ ਜਰਨੈਲ ਬੰਦਾ ਸਿੰਘ ਬਹਾਦਰ ਅਟੈਕ ਹੈ
ਉਹ ਜੰਮੂ ਤੋਂ ਲੈ ਕੇ ਬਰੇਲੀ ਤੱਕ ਹੈ। ਹੁਣ ਜੰਮੂ ਤੋਂ ਲੈ ਕੇ ਬਰੇਲੀ ਤੱਕ 600 ਕਿਲੋਮੀਟਰ ਦਾ ਅਟੈਕ ਹੈ। ਬਰੇਲੀ ਕੀ ਯਾਨੀ ਕਿ ਆਪਾਂ ਪਾਕਿਸਤਾਨ ਬਾਰਡਰ ਤੋਂ ਚੱਲ ਕੇ ਨੇਪਾਲ ਬਾਰਡਰ ਤੱਕ ਚਲੇ ਗਏ। ਚੈੱਕ ਕੀਤਾ, ਅੱਜ ਵੀ ਖਾਲਸਾ ਰਾਜ ਦੇ 400 ਕਿਲੇ ਇਹਦੇ ਵਿੱਚ ਖੜੇ ਨੇ ਔਰ ਅੰਗਰੇਜ਼ ਵੀ ਲਿਖਦੇ ਨੇ ਕਿ ਖਾਲਸਾ ਰਾਜ ਦੇ ਕਿਲੇ ਸੀਗੇ। ਕਿੰਨੇ ਬਣਾਏ, ਕਿੰਨੇ ਸਪਾਂਸਰ ਕੀਤਾ। ਲੱਖੀ ਸ਼ਾਹ ਵੰਜਾਰੇ ਉਹਨਾਂ ਦੇ ਖੂਹ ਮਿਲ ਗਏ, ਖੂਹਾਂ ਪਲੇਟਾਂ ਲਿਖੀਆਂ ਲੱਖੀ ਸ਼ਾਹ ਵੰਜਾਰੇ ਦੀਆਂ। ਗਜ਼ਟੀਅਰ ਕਹਿੰਦਾ ਕਿ ਖੂਹ ਨੂੰ ਲਾਉਣ ਦੀ ਕੀਮਤ 500 ਰੁਪਇਆ, ਏਕੜ ਦੀ ਕੀਮਤ 1 ਰੁਪਇਆ। ਹੁਣ ਜਿਹੜਾ ਵੰਜਾਰੇ ਸੀਗੇ, ਜਿਹੜੇ ਟ੍ਰੇਡਰ ਸੀਗੇ, ਇਹਨਾਂ ਨੇ ਸਾਹਿਬ ਦੇ ਮਿਸ਼ਨ ਦੇ ਉੱਪਰ ਇਹਦੇ ਵਿੱਚ ਪੂਰਾ ਮਤਲਬ ਆਪਣੀ ਸਪਾਂਸਰਸ਼ਿਪ ਕਰਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 78 ਸ਼ਲੋਕ ਵੰਜਾਰਿਆਂ ਦੇ ਉੱਪਰ ਨੇ ਜੀ। ਔਰ ਜਿਹੜੇ ਵੰਜਾਰੇ ਨੇ ਟਾਂਡੇ ਨੇ ਉਹੀ ਬੇਸਿਕਲੀ ਟ੍ਰੇਡ ਰੂਟ ਦੇ ਉੱਪਰ ਇਹਨਾਂ ਸਾਰੇ ਫੋਰਟ। ਅੱਛਾ ਜੀ, ਟਾਂਡੇ ਨੂੰ ਡਿਸਕ੍ਰਾਈਬ ਕਰਿਓ, ਟਾਂਡਾ ਕੀ ਕਹਿੰਦੇ ਹੋ? ਟਾਂਡਾ ਸਰ ਗੁਰੂ ਗ੍ਰੰਥ ਸਾਹਿਬ ਜੀ ਡਿਸਕ੍ਰਾਈਬਡ ਹੈ। कहते हैं भक्त रविदास जी महाराज श्लोक है, कहो बन जारो राम को मेरा टांडा लाते हो जाए, हो बन जारो राम को सहज करूँ व्यापार, मैं राम नाम तुम लग गया पिछ लागी संसार। ਟਾਂਡੇ ਦਾ ਮਤਲਬ ਇਹ ਹੈ ਸਾਹਿਬ ਕਿ ਜਿੱਦਾਂ ਹੁਣ ਤੁਸੀਂ ਟਰੱਕਿੰਗ ਸਿਸਟਮ ਇੱਥੇ ਚੱਲਦਾ ਪਿਆ ਜੀ, ਟਰੱਕਿੰਗ ਸਿਸਟਮ ਨਾਲ ਹੀ ਆਪਣੇ ਟਰਾਂਸਪੋਰਟੇਸ਼ਨ ਗੁੱਡਸ ਦੀ ਟਰਾਂਸਪੋਰਟੇਸ਼ਨ ਹੈ। ਟਾਂਡਾ ਸੀਗਾ, ਟਾਂਡਾ ਬੇਸਿਕਲੀ ਟਰਾਂਸਪੋਰਟੇਸ਼ਨ ਦਾ ਉਹਦਾ ਇੱਕ ਕੰਪੋਨੈਂਟ ਸੀਗਾ। ਟਾਂਡਾ ਬੇਸਿਕਲੀ ਸਾਰੇ ਗੁੱਡਸ ਦਾ ਵੀ ਕਰਦਾ ਸੀਗਾ, ਉਹ ਟ੍ਰੇਡਰ ਵੀ ਸੀਗਾ ਨਾ। ਟਰਾਂਸਪੋਰਟ ਐਂਡ ਟ੍ਰੇਡਰ ਦੋਨੋਂ ਦੇ ਇਹਦੇ ਕੰਪੋਨੈਂਟ ਨੇ। ਤੇ ਜਿਹੜੇ ਗੱਡੀਆਂ 'ਚ ਲੱਦ ਕੇ ਸਾਰਾ ਸਮਾਨ ਜਾਂਦਾ ਸੀਗਾ, ਜਿਹਦਾ 10,000 ਗੱਡੇ ਗਏ ਟਾਂਡਿਆਂ ਦੇ, ਮਤਲਬ ਗੱਡੇ ਗਏ ਵੰਜਾਰਿਆਂ ਦੇ, ਉਹਨਾਂ ਨੂੰ ਟਾਂਡਾ ਕਿਹਾ ਜਾਂਦਾ ਸੀਗਾ। ਜਿੱਥੋਂ ਗੁੱਡਸ ਪ੍ਰੋਕਿਓਰ ਕੀਤੇ ਜਾਂਦੇ ਸੀ, ਜਿਸ ਪਿੰਡ ਨੂੰ ਜਿੱਥੇ ਮੰਡੀ ਲੱਗਦੀ ਸੀ ਉਹਦਾ ਨਾਮ ਵੀ ਟਾਂਡਾ, ਤੇ ਜਿੱਥੇ ਜਾ ਕੇ ਵੇਚੇ ਜਾਂਦੇ ਸੀ ਜਿਸ ਪਿੰਡ ਦੇ ਵਿੱਚ ਉਹਦਾ ਨਾਮ ਵੀ ਟਾਂਡਾ ਸੀਗਾ। ਉਹਦੀ ਓਨਰਸ਼ਿਪ ਇਹਨਾਂ ਵੰਜਾਰਿਆਂ ਦੀ। ਹਿੰਦੁਸਤਾਨ ਦੇ ਵਿੱਚ 15,000 ਪਿੰਡਾਂ ਸ਼ਹਿਰਾਂ ਦਾ ਨਾਮ ਟਾਂਡਾ ਅੱਜ ਵੀ। ਔਰ ਇਜਿਪਟ 'ਚ ਵੀ ਟਾਂਡੇ ਨੇ, ਬਗਦਾਦ ਦੇ ਆਲੇ ਦੁਆਲੇ ਵੀ ਟਾਂਡੇ ਨੇ, ਔਰ यूरोप च भी टांडे ने, अफ्रीका च भी टांडे, ब्राजील से भी न्यू बाबा गुनिया च भी टांडे ने, उधर आस्ट्रेलिया के कोल आइलैंड लग जाती है साहब। जो गुरु नानक पातशाह की जो विजिट है पूरे वर्ल्ड दे विच लाख तो वध किलोमीटर च उन्होंने ट्रैवलिंग की, ਉਹ ਇਹਨਾਂ ਟਾਂਡਿਆਂ ਦੇ ਰੂਟਸ ਤੇ ਜਾਂ ਟ੍ਰੇਡ ਰੂਟਸ ਤੇ ਰਾਹੀਂ ਤੁਸੀਂ ਮਤਲਬ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਸਕਦੇ ਹੋ। ਔਰ ਅਲਟੀਮੇਟਲੀ ਉਹਨਾਂ ਦੀ ਪਰਸਨਲ ਸਿਕਿਉਰਿਟੀ, ਉਹਨਾਂ ਦੀ ਫੂਡ ਸਿਕਿਉਰਿਟੀ, ਉਹਨਾਂ ਦਾ ਹਰ ਪ੍ਰਕਾਰ ਦਾ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਇਹਨਾਂ ਲੋਕਾਂ ਦੀ ਸੀਗੀ। ਇਹਨਾਂ ਨੇ ਜਾ ਕੇ ਫਿਰ ਅੱਗੇ ਪੀਰਾਂ ਨਾਲ, ਰਾਜਿਆਂ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਡਿਬੇਟ ਕਰਾਈ। ਡਿਬੇਟ ਕਰਾਉਣ ਤੋਂ ਬਾਅਦ ਦੁਨੀਆ ਦੇ 130 ਰਾਜੇ ਸਿੱਖ ਬਣ ਗਏ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਜੀ। ਅਲਟੀਮੇਟ ਗੁਰੂ ਨਾਨਕ ਪਾਤਸ਼ਾਹ ਕਾਬੇ ਜਾਣ ਤੋਂ ਪਹਿਲੇ ਮਿਸਰ ਜਾਂਦੇ ਨੇ। ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਡਿਬੇਟ ਪੀਰ ਜਲਾਲੂਦੀਨ ਨਾਲ ਹੁੰਦੀ ਹੈ। ਪੀਰ ਜਲਾਲੂਦੀਨ ਤੋਂ ਕਿ ਗੁਰੂ ਹੈਗਾ ਸ਼ਾਹ ਸਲੀਮ ਫਸਟ ਆਟੋਮਨ ਅੰਪਾਇਰ ਦੇ ਰਾਜੇ ਦਾ, ਔਰ ਉਹ ਸ਼ਾਹ ਸਲੀਮ ਫਸਟ ਤੇ ਪੀਰ ਜਲਾਲੂਦੀਨ ਦੋਨੋਂ ਗੁਰੂ ਨਾਨਕ ਸਾਹਿਬ ਦੇ ਧਰਨੀ ਪੈ ਜਾਂਦੇ। ਪੀਰ ਜਲਾਲੂਦੀਨ ਚੱਲ ਕੇ ਉੱਥੇ ਕੁਰਸ਼ੇਤਰ ਸ਼ਹਿਰ ਜਾ ਕੇ ਵੱਸ ਜਾਂਦਾ ਹੈ, ਔਰ ਫਿਰ ਗੁਰੂ ਨਾਨਕ ਪਾਤਸ਼ਾਹ ਕਾਬੇ ਜਾਂਦੇ ਨੇ। ਕਾਬੇ 5.5 ਮਹੀਨੇ ਰਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ। ਕਾਬੇ ਦੇ ਪੀਰ ਵੀ ਗੁਰੂ ਨਾਨਕ ਪਾਤਸ਼ਾਹ ਪਿੱਛੇ ਚੱਲ ਪੈਂਦੇ ਨੇ। ਹੁਣ ਇਹਦਾ ਕੈਰੀ ਫਾਰਵਰਡ ਇਤਿਹਾਸ ਕੀ ਹੈ, ਕਨੈਕਟੀਵਿਟੀ ਕੀ ਹੈ ਕਿ ਜਦੋਂ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਭੰਗਾਣੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੂੰ ਮਿਲਦੇ ਹੋਏ ਸਡੌਰੇ ਤੋਂ ਨਿਕਲਦੇ ਨੇ, ਤੇ ਪੀਰ ਬੁੱਧੂ ਸ਼ਾਹ ਕੋਲੋਂ ਇੱਕ ਰਾਤ ਸਡੌਰੇ ਰੁਕਦੇ ਨੇ, ਤੇ ਪੀਰ ਬੁੱਧੂ ਸ਼ਾਹ ਮੁਹੰਮਦ ਖਲੀਫਾ 4 ਰੋਮ ਇਟਲੀ, ਜੋ ਮੌਜੂਦਾ ਆਟੋਮਨ ਅੰਪਾਇਰ ਦਾ ਰਾਜਾ ਸੀਗਾ, ਉਹਦੀ ਕੁਰਬਾਨ 10ਵੇਂ ਨਾਨਕ ਦੇ ਚਰਨਾਂ 'ਚ ਰੱਖਦੇ ਨੇ। ਔਰ ਕਹਿੰਦੇ ਹੋਏ ਨੇ ਕਿ ਇਹ ਆਟੋਮਨ ਅੰਪਾਇਰ ਦਾ ਜਿਹੜਾ ਪਾਵਰ ਹੈ ਉਹ ਤੁਹਾਡੇ ਚਰਨਾਂ 'ਚ ਸਮਰਪਿਤ ਹੈ। ਉਹ ਵੈਪਨ ਅੱਜ ਕੀਰਤਪੁਰ ਸਾਹਿਬ ਪਿਆ ਹੈ। ਭਾਈ ਕਾਹਨ ਸਿੰਘ ਨਾਭਾ ਵੀ ਇਸ ਜੋ ਵਾਕਿਆ ਮੈਂ ਤੁਹਾਨੂੰ ਦੱਸ ਰਿਹਾ ਇਹਦਾ ਜ਼ਿਕਰ ਕਰਦਾ ਹੈ ਜੀ। ਹੁਣ ਗੱਲ ਇਹ ਹੈ ਕਿ ਜੀ ਪੀਰ ਬੁੱਧੂ ਸ਼ਾਹ ਕੋ ਕੁਰਬਾਨ ਕਿਉਂ ਆਈ, ਕੌਣ ਲੈ ਕੇ ਆਇਆ, ਔਰ 10ਵੇਂ ਨਾਨਕ ਦੇ ਚਰਨਾਂ 'ਚ ਰੱਖੀ ਗਈ। ਤੇ ਇਹਦਾ ਕਹਿਣ ਦਾ ਮਤਲਬ ਵਿੱਚ ਆਟੋਮਨ ਅੰਪਾਇਰ ਦਾ 7ਵੇਂ ਪਾਤਸ਼ਾਹ ਕੋਲ ਵੀ ਆਪਣਾ ਐਂਬੈਸਡਰ ਭੇਜਦਾ ਕਿ 7ਵੇਂ ਨਾਨਕ ਨੂੰ ਮਿਲ ਕੇ ਆਓ। ਤੇ ਉਹ ਸਾਡੇ ਜਿਹੜੇ ਮਤਲਬ ਜਿਹੜੇ ਗੁਰੂ ਸਾਹਿਬਾਨ ਦੀ ਮੁਰੀਦ ਉਹ ਆਟੋਮਨ ਅੰਪਾਇਰ ਦੇ ਰਾਜੇ ਵੀ ਸੀਗੇ, ਸਫੇਦ ਅੰਪਾਇਰ ਦੇ ਰਾਜੇ ਵੀ ਸੀਗੇ, ਤੇ ਮੁਗਲਾਂ ਨਾਲ ਸਾਡਾ ਟਕਰਾਓ ਸੀਗਾ। ਤਿੰਨੋਂ ਜਿਹੜੇ ਅੰਪਾਇਰ ਹੈ, ਇਹਨਾਂ ਅੰਪਾਇਰ ਦੇ ਬੇਸਿਕਲੀ ਇਹਨਾਂ ਨੂੰ ਗਨ ਪਾਊਡਰ ਅੰਪਾਇਰ ਕਿਹਾ ਜਾਂਦਾ ਹੈ। ਵੰਜਾਰਿਆਂ ਦਾ ਕੀ ਰੋਲ ਹੈ, ਬੇਸਿਕਲੀ ਜੋ ਲਬਾਣੇ ਸੀਗੇ ਉਹ ਬੇਸਿਕਲੀ ਇਹਨਾਂ ਨੂੰ ਗਨ ਪਾਊਡਰ ਸਪਲਾਈ ਕਰਦੇ ਹੁੰਦੇ ਸੀਗੇ। ਇਸ ਗਨ ਪਾਊਡਰ ਦੇ ਹੀ ਤਾਕ ਦੇ ਵਿੱਚ ਸਾਰੇ ਯੂਰਪੀਅਨ ਕੰਟਰੀਜ਼, ਚਾਹੇ ਬ੍ਰਿਟਿਸ਼ਰ ਸੀ, ਚਾਹੇ ਪੁਰਤਗਾਲ ਸੀਗੇ, ਹੋਰ ਫ੍ਰੈਂਚ ਸੀਗੇ, ਸਾਰੇ ਇੰਡੀਆ ਆਏ ਤਾਂ ਕਿ ਸਾਡਾ ਜਿਹੜਾ ਸਿੱਖਾਂ ਦਾ ਟ੍ਰੇਡ ਹੈ ਉਹ ਖੋਇਆ ਜਾ ਸਕੇ। ਔਰ ਜਰਨੈਲ ਬੰਦਾ ਸਿੰਘ ਬਹਾਦਰ ਦੀ ਬੈਟਲ ਤੋਂ ਬਾਅਦ ਮੁਗਲ ਅੰਪਾਇਰ ਵੀ ਡਿਕਲਾਈਨ ਹੋਇਆ, ਸਾਡਾ ਟ੍ਰੇਡ ਵੀ ਖਤਮ ਹੋਇਆ, ਔਰ ਬਾਅਦ ਦੇ ਵਿੱਚ ਇਨਵੈਸਟਰ ਵਰਸ ਨੂੰ ਕਾਬੂ ਕਰ ਲਿਆ। ਅੱਛਾ ਭਾਈ ਸਾਹਿਬ, ਜਿਹੜੇ ਉਦਾਸੀਆਂ ਦੇ ਬਾਰੇ ਮੈਂ ਸ਼ੁਰੂ ਪਾਤਸ਼ਾਹ ਪਹਿਲੇ ਪਾਤਸ਼ਾਹ ਤੋਂ ਫੇਰ ਕਰਨਾ ਚਾਹੁੰਦਾ। ਜਦ ਪਾਤਸ਼ਾਹ ਉਦਾਸੀਆਂ ਲਈ ਗਏ ਨੇ
ਸੋ ਇਹ ਹੁਣ ਆਪਾਂ ਗੱਲ ਕਹਿ ਰਹੇ ਹਾਂ ਵੀ ਅੱਛਾ ਪਹਿਲਾਂ ਲੱਖੀ ਸ਼ਾਹ ਬਣਜਾਰੇ ਦੇ ਪਰਿਵਾਰ ਨੂੰ ਦੇ ਬਾਰੇ ਉਸ ਦੀ ਜਿਹੜੀ ਫੈਮਿਲੀ ਟਰੀ ਆ ਉਹਦੇ ਬਾਰੇ ਥੋੜਾ ਜਿਹਾ ਸੁਣਨ ਵਾਲਿਆਂ ਨੂੰ ਸਮਝਾਇਓ ਜੀ। ਭਾਈ ਲੱਖੀ ਸ਼ਾਹ ਬਣਜਾਰੇ ਹੁਣਾਂ ਦਾ ਜਿਹੜਾ ਦਾਦਾ ਸੀਗਾ ਨਾਇਕ ਠਾਕੁਰ, ਉਹ ਗੁਰੂ ਨਾਨਕ ਸਾਹਿਬ ਦਾ ਮਰੀਦ ਹੋ ਗਿਆ। ਫਿਰ ਇਹ ਕੰਟੀਨਿਊਸਲੀ ਗੁਰੂ ਨਾਨਕ ਪਾਤਸ਼ਾਹ ਨਾਲ ਕੰਮ ਕਰ ਰਹੇ ਨੇ। ਲੱਖੀ ਸ਼ਾਹ ਬਣਜਾਰੇ ਦਾ ਜੋ ਜਨਮ ਹੈ ਉਹ 1580 ਦਾ ਤੇ ਇਹਨਾਂ ਦੀ ਜੋ ਅਕਾਲ ਚਲਾਣਾ ਹੁੰਦਾ ਉਹ ਹੁੰਦਾ ਹੈ ਜੀ 1680 ਦੇ ਵਿੱਚ। 100 ਸਾਲ ਇਹਨਾਂ ਨੇ ਆਪਣਾ ਪੂਰਾ ਉਮਰ ਭੋਗੀ ਔਰ 95 ਸਾਲ ਦੀ ਉਮਰ ਚ, ਕਿਉਂਕਿ 1675 ਦਾ ਜੋ ਵਾਕਿਆ ਹੁੰਦਾ ਜਦੋਂ ਔਰੰਗਜ਼ੇਬ ਨੌਵੇਂ ਪਾਤਸ਼ਾਹ ਬਹਾਦਰ ਸਾਹਿਬ ਸ਼ਹੀਦ ਕਰਦਾ ਤੇ 95 ਸਾਲ ਦੀ ਉਮਰ ਦੇ ਵਿੱਚ ਇਹ ਦੇਖੋ ਯੋਧਾ ਕਿੱਡਾ ਤਗੜਾ ਹੈ ਕਿ ਇਹ ਔਰੰਗਜ਼ੇਬ ਦੇ ਆਰਡਰਸ ਨੂੰ ਡਿਨਾਈ ਕਰਦੇ ਹੋਏ ਗੁਰੂ ਸਾਹਿਬ ਦਾ ਧੜ ਲੈ ਕੇ ਤੇ ਫਿਰ ਸੰਸਕਾਰ ਕਰਦੇ ਨੇ। ਠੀਕ ਹੈ ਜੀ। 1793 ਏਕੜ ਜ਼ਮੀਨ ਤਕਰੀਬਨ ਇਹਨਾਂ ਦੇ ਨਾਮ ਦਿੱਲੀ ਸ਼ਹਿਰ ਸੀ। ਰਾਇਸੀਨਾ, ਬਾਰਾਖੰਬਾ, ਨਰੇਲਾ, ਰਾਇਸੀਨਾ ਹਿਲਸ ਇਹ ਦਿੱਲੀ ਸ਼ਹਿਰ ਦੇ ਨਾਮ ਸੀ। ਬਾਲਚਾ ਮਹਿਲ ਇਹਨਾਂ ਦਾ ਨਾਮ ਬੋਲਦਾ ਹੈ ਦਿੱਲੀ ਸ਼ਹਿਰ ਦੇ ਵਿੱਚ। ਔਰ ਰਾਜਪੁਰਾ ਤੋਂ ਪਹਿਲੇ ਇੱਕ ਪਿੰਡ ਪੈਂਦਾ ਸਰਾਏ ਬੰਜਾਰਾ ਜਿੱਥੇ ਨਾ ਕਿਲਾ ਔਰ ਕੀ ਕਹਿੰਦੇ ਆ ਮਹਿਲ ਅੱਜ ਵੀ ਖੜਿਆ ਹੈ। ਹੋਰ ਵੀ ਮਤਲਬ ਇਹਨਾਂ ਦੇ ਨਾਮ ਤੋਂ ਹਾਂਸੀ ਦਾ ਜੋ ਕਿਲਾ ਹੈ ਆਪਣਾ ਹਿਸਾਰ ਡਿਸਟ੍ਰਿਕਟ ਹਰਿਆਣਾ ਦੇ ਵਿੱਚ ਗਜ਼ਟੀਅਰ ਚ ਉਹਦੀ ਮਲਕੀਅਤ ਲੱਖੀ ਸ਼ਾਹ ਬਣਜਾਰੇ ਨਾਮ ਲਿਖੀ ਹੋਈ ਹੈ। ਰਾਜਿਆਂ ਦੇ ਰਾਜੇ ਸੀਗੇ। ਇਹਨਾਂ ਦੇ ਰਾਜਸ਼ਾਹੀ ਛਤਰੀਆਂ ਜੇ ਅਸੀਂ ਚੱਲੀਏ ਆਗਰਾ ਤੋਂ ਲੈ ਕੇ ਤੇ ਗੁਜਰਾਤ ਦੇ ਟ੍ਰੇਡ ਰੂਟ ਦੇ ਹਰ 10 ਕਿਲੋਮੀਟਰ ਬਾਅਦ ਇਹਨਾਂ ਰਾਜਸ਼ਾਹੀ ਛਤਰੀ ਸੀਗੀ। 13-14 ਹਿੰਦੁਸਤਾਨ ਦੇ ਰਾਜੇ ਤਾਂ ਇਹਨਾਂ ਕੋਲ ਗਿਰਵੀ ਸੀਗੇ, ਏਡੇ ਅਮੀਰ ਆਦਮੀ ਸੀਗੇ। ਫੈਮਿਲੀ ਦੇ ਨਾਮ ਤੋਂ ਇਹਨਾਂ ਦੇ 8 ਪੁੱਤਰ ਸੀਗੇ। ਭਾਈ ਨਗਈਆ ਸਿੰਘ ਸਭ ਤੋਂ ਵੱਡਾ ਪੁੱਤਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਉਹੀ ਚੱਕਦੇ ਨੇ। ਭਾਈ ਨਗਈਆ ਸਿੰਘ ਦੀ ਜਿਹੜੀ ਸ਼ਹੀਦੀ ਹੁੰਦੀ ਹੈ ਉਹ ਹੁੰਦੀ ਹੈ ਅੰਮ੍ਰਿਤਸਰ ਔਰ 1709 ਦੇ ਵਿੱਚ 1611 ਚ ਉਹਨਾਂ ਦਾ ਜੋ ਜਨਮ ਹੈਗਾ ਔਰ 1709 ਚ ਉਹਨਾਂ ਦੀ ਸ਼ਹੀਦੀ ਹੈਗੀ ਹੈ ਔਰ 1709 ਦੇ ਵਿੱਚ ਉਹਨਾਂ ਦੀ ਸ਼ਹੀਦੀ ਦੇ ਵਿੱਚ ਤੁਸੀਂ ਹਿਸਾਬ ਲਾਓ ਕਿ 98 ਸਾਲ ਦੀ ਉਮਰ ਚ ਉਹ ਖੰਡਾ ਖੜਕਾਉਂਦੇ ਹੋਏ ਦਰਬਾਰ ਸਾਹਿਬ ਨੂੰ ਮੁਗਲਾਂ ਤੋਂ ਆਜ਼ਾਦ ਕਰਾਉਂਦੇ ਨੇ ਤੇ ਹਰ ਤਰ੍ਹਾਂ ਦਾ ਸਿਰ ਵੱਢਦੇ ਨੇ ਤੇ 98 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਣ ਵਾਲਾ ਮੈਂ ਕਿਹਾ ਸ਼ਾਇਦ ਦੁਨੀਆ ਦਾ ਕੋਈ ਹੋਰ ਐਗਜ਼ਾਮਪਲ ਵੀ ਡੋਂਟ ਫਾਈਂਡ ਐਨੀਵੇਅਰ। ਠੀਕ ਹੈ ਜੀ। ਗੁਰਬਾਣੀ ਦੇ ਸ਼ਲੋਕ ਆਉਂਦਾ ਗੁਰਮੁਖ ਕਦੇ ਬੁੱਢੜੇ ਨਹੀਂ ਜਨ ਅੰਤਰ ਸੁਰਤ ਗਿਆਨ। ਤੇ ਇਸੇ ਤਰੀਕੇ ਨਾਲ ਇਹਨਾਂ ਦਾ ਇੱਕ ਪੁੱਤਰ ਜਵਾਹਰ ਸਿੰਘ ਹੈ, ਉਹ ਵੀ 74 ਸਾਲ ਦੀ ਉਮਰ ਚ ਸ਼ਹੀਦੀਆਂ ਹੋਈਆਂ। ਇਸ ਤਰੀਕੇ ਨਾਲ ਬਖਸ਼ੀ ਸਿੰਘ ਹੈ। ਇਹਨਾਂ ਸਾਰੇ ਪੁੱਤਰਾਂ ਨੇ ਸ਼ਹੀਦੀਆਂ ਲਿੱਤੀਆਂ। ਇਹਨਾਂ ਦੀ ਜਿਹੜੀ ਇੱਕ ਬੇਟੀ ਸੀ ਬੀਬੀ, ਇਸ ਤੋਂ ਬਾਅਦ ਬਸੰਤ ਕੌਰ ਹੋਈ। ਉਹ ਭਾਈ ਮਨੀ ਸਿੰਘ ਜੀ ਹੁਣਾਂ ਦੀ ਪਤਨੀ ਸੀਗੀ। ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬੀਬੀ ਸੀਤੋ ਨੂੰ 94 ਦੀ 1734 ਦੇ ਵਿੱਚ ਜ਼ਕਰੀਆ ਖਾਨ ਨੇ ਆਪਣੇ ਚੱਕੀ ਚਲਵਾਈ। ਚੱਕੀ ਭਾਈ ਮਨੀ ਸਿੰਘ ਜੀ ਸ਼ਹੀਦੀ ਤੋਂ ਬਾਅਦ ਤੇ ਫਿਰ ਜਿਹੜੇ ਉਹ ਆਪਾਂ ਨੇਕਿਆਂ ਦੇ ਬੱਚੇ ਜਿਹੜੇ ਦੇਖੇ ਹੋਣ ਦੁੱਧ ਪੀਤੇ ਚੱਕੇ ਨੇ ਉਹਨਾਂ ਦੇ ਪਰਿਵਾਰ ਦੇ ਟੰਗੇ ਗਏ ਸੀਗੇ ਨੇਕਿਆਂ ਦੇ ਉੱਪਰ ਤੇ ਅਲਟੀਮੇਟਲੀ ਫਿਰ ਬੀਬੀ ਨੂੰ ਵੀ ਸ਼ਹੀਦ ਕੀਤਾ ਗਿਆ। ਤੇ ਇਹਨਾਂ ਲੋਕਾਂ ਦੀ ਬੜੀ ਵੱਡੀ ਕਾਲਨਾ ਕਾਲੀ ਹੋਈ ਹੈ। ਲੇਕਿਨ ਗ੍ਰੈਜੂਅਲੀ ਹੋਇਆ ਕਿ ਇਹਦੇ ਨਾਲ ਇੱਕ ਹੋਰ ਬੜਾ ਇੰਪੋਰਟੈਂਟ ਕਰੈਕਟਰ ਹੈ ਨਾਇਕ ਧੂਮਾ ਜਿੱਦਾਂ ਮੈਂ ਹੁਣ ਪਟਵਈਆਂ ਪੜ੍ਹਨੀਆਂ ਸ਼ੁਰੂ ਕੀਤੀਆਂ ਨਾ ਜਿੱਥੇ ਪਟਵਈਆਂ ਪੜ੍ਹਦੇ ਪਤਾ ਲੱਗੇ ਕਿ ਭਾਈ ਮੱਖਣ ਸ਼ਾਹ ਲਬਾਣੇ ਨਾਲ ਜਿਹੜਾ ਸੀਐਮ ਮਸੰਦ ਦਾ ਜਿਹੜਾ ਬਾਬੇ ਬਕਾਲੇ ਜਿਹਨੂੰ ਅਰੈਸਟ ਕਰਦਾ ਸੀਐਮ ਮਸੰਦ ਨੂੰ ਉਹ ਨਾਇਕ ਧੂਮਾ ਵੀ ਨਾਲ ਹੈ। ਉਹ ਨਾਇਕ ਧੂਮਾ ਹੀ ਜਦੋਂ ਨੌਵੇਂ ਪਾਤਸ਼ਾਹ ਨੂੰ ਜਦੋਂ ਐਂਟਰੀ ਉਹ ਹਰ ਜੀ ਔਖੀ ਹੁੰਦੀ ਹੈ 1664 ਦੇ ਵਿੱਚ ਤੇ ਉਹੀ ਨਾਇਕ ਧੂਮਾ ਹੀ ਮਤਲਬ ਜਾ ਕੇ ਫਸਟ ਅਟੈਕ ਕਰਕੇ ਗੁਰੂ ਸਾਹਿਬ ਦੀ ਐਂਟਰੀ ਇੰਸ਼ੋਰ ਕਰਦਾ ਦਰਬਾਰ ਸਾਹਿਬ। ਫਿਰ ਜਦੋਂ ਅਲਟੀਮੇਟਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਹੈ ਤਾਂ ਨਾਇਕ ਧੂਮਾ ਵੀ ਭਾਈ ਲੱਖੀ ਸ਼ਾਹ ਬਣਜਾਰੇ ਉਹਨਾਂ ਨਾਲ ਪ੍ਰੈਜ਼ੈਂਟ ਹੈ। ਪਟਵੀਆਂ ਕਹਿੰਦੀਆਂ ਗੁਰੂ ਸਾਹਿਬ ਦਾ ਧੜ ਉਹ ਲੈ ਕੇ ਜਾਂਦੇ। ਬਾਕੀ ਤਾਂ ਭਾਈ ਲੱਖੀ ਸ਼ਾਹ ਬਣਜਾਰੇ ਉਹਨਾਂ ਦੀ ਡਿਟੇਲ ਹਿਸਟਰੀ ਮੈਂ ਆਪਣੀ ਬੁੱਕ 'ਚ ਵੀ ਪਬਲਿਸ਼ ਕਰ ਚੁੱਕਾ। ਬੜੇ ਸਾਰੇ ਫੈਕਟਸ ਨੇ, ਬੜੇ ਬਰੀਕੀ ਦੇ ਫੈਕਟਸ ਨੇ, ਸਮਝਣੇ ਪੈਣਗੇ ਕਿ ਇਹ ਲੋਕੀ 4.5 ਲੱਖ ਬੰਦੇ ਭਾਈ ਲੱਖੀ ਸ਼ਾਹ ਬਣਜਾਰੇ ਹੋਣਾ ਕੋਈ ਇੰਪਲੋਈ ਸੀਗੇ। 4.5 ਲੱਖ ਔਰ 50,000 ਗੱਡੀਆਂ ਦੇ ਇਹਨਾਂ ਕੋਲ ਟਾਂਡੇ ਸੀਗੇ। ਇਹਨਾਂ ਟਾਂਡਿਆਂ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਇੱਕ ਬੜੀ ਇੰਪੋਰਟੈਂਟ ਗੱਲ ਦੱਸਦਾ। ਹੁਣ ਜਿਹੜਾ ਆਪਾਂ ਵਜ਼ੀਰ ਖਾਨ ਨੂੰ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਤਲਬ ਮਾਰਤਾ, ਠੀਕ ਹੈ ਜੀ। ਹੁਣ ਵਜ਼ੀਰ ਖਾਨ ਦੀ ਸ਼ਹੀਦੀ ਨੂੰ ਅਸੀਂ ਬਹੁਤ ਗਲੈਮਰਾਈਜ਼ ਕੀਤਾ ਕਿ ਜੀ ਮਾਰਤਾ ਪਤਾ ਨਹੀਂ ਅਸੀਂ ਕਿੰਨਾ ਕੁ ਵੱਡਾ ਕੰਮ ਕਰਤਾ। ਵਜ਼ੀਰ ਖਾਨ 3000 ਦਾ ਮਨਸਬਦਾਰ ਸੀਗਾ, 3000 ਦਾ ਜੀ। ਤੇ ਜਿਹੜਾ ਸਹਾਰਨਪੁਰ ਦਾ ਜਿਹੜਾ ਮਨਸਬਦਾਰ ਸੀ ਜੋ ਮਤਲਬ ਵਿਦਿਨ ਫਿਊ ਆਰਸ ਬੰਦਾ ਸਿੰਘ ਬਹਾਦਰ ਨੇ ਮਾਰਤਾ ਉਹ 4000 ਦਾ ਮਨਸਬਦਾਰ ਸੀਗਾ 4000 ਦਾ। ਠੀਕ ਹੈ ਜੀ। ਇਸ ਤਰੀਕੇ 4-5000 ਮਨਸਬਦਾਰ ਤਾਂ ਜਿਹੜੇ ਦੇ
ਮਤਲਬ ਰੈਂਕ ਦੇ ਮਨਸਬਦਾਰ ਪਤਾ ਨਹੀਂ ਕਿੰਨੇ ਕੁ ਜਰਨੈਲ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਖਤਮ ਕਰਤੇ। ਹੁਣ ਇੱਕ ਜਿਹੜਾ ਭਗਵੰਤ ਸਿੰਘ ਮੰਗੇਸ਼ਵਰੀ ਹੈ, ਜਿਸ ਡਾਂਡੇ ਨਾਲ ਜਰਨੈਲ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚੱਲ ਕੇ ਪੰਜਾਬ ਪਹੁੰਚਦੇ ਨੇ, ਭਗਵੰਤ ਸਿੰਘ ਮਹੇਸ਼ਵਰੀ ਭਾਈ ਮਲਿਕ ਸਿੰਘ ਦੇ ਭਤੀਜੇ ਨੇ, ਬਾਜ ਸਿੰਘ ਦੇ ਐਲਡਰ ਬ੍ਰਦਰ ਨੇ, ਠੀਕ ਹੈ। 1716 ਦੇ ਵਿੱਚ ਜਦੋਂ ਸ਼ਹੀਦੀ ਹੁੰਦੀ ਹੈ ਤੇ ਲਾਸਟ ਸ਼ਹੀਦੀ ਪਹਿਲੇ ਭਗਵੰਤ ਸਿੰਘ ਮੰਗੇਸ਼ਵਰੀ ਦੀ, ਅੱਗੇ ਫਿਰ ਸ਼ਹੀਦੀ ਜਰਨੈਲ ਬੰਦਾ ਸਿੰਘ ਬਹਾਦਰ ਦੀ ਹੈ। ਭਗਵੰਤ ਸਿੰਘ ਮੰਗੇਸ਼ਵਰੀ ਦਾ ਅੰਮ੍ਰਿਤ ਸੰਚਾਰ ਤੋਂ ਪਹਿਲੇ ਨਾਮ ਹੈ ਭਾਗੂ ਵਣਜਾਰਾ। ਭਾਗੂ ਵਣਜਾਰਾ ਇਹ ਨੋਬਲਟੀ ਆਫ ਮੁਗਲ ਐਮਪਾਇਰ ਐਮ ਔਥਰ ਦੀ ਬੁੱਕ ਹੈ, ਆਕਸਫੋਰਡ ਦੀ ਪਬਲੀਕੇਸ਼ਨ ਹੈ, ਨੈਟ ਤੇ ਵੀ ਮਿਲ ਜਾਂਦੀ ਹੈ ਬੁੱਕ ਦੇਖਣ ਵਾਸਤੇ। ਉਹਦੇ ਵਿੱਚ ਉਹ ਲਿਖਿਆ ਹੋਇਆ 5000 ਦਾ ਮਨਸਬਦਾਰ ਹੈ। ਹੁਣ ਵਜ਼ੀਰ ਖਾਨ 3000 ਦਾ ਮਨਸਬਦਾਰ ਹੈ, ਭਾਗੂ ਵਣਜਾਰਾ 5000 ਦਾ ਮਨਸਬਦਾਰ ਹੈ। ਇਹ ਅਟਕ ਦਾ ਰਾਜਾ ਐਡਾ ਹੀ ਵੱਡਾ ਰਾਜਾ ਜਿੰਨਾ ਮਹਾਰਾਜਾ ਸਿੰਘ ਹੈ। ਤੁਸੀਂ ਹਿਸਾਬ ਲਾਓ ਕਿ ਇਹ ਫੌਜ ਲੈ ਕੇ 25000 ਦੀ ਫੌਜ, ਐਸੇ ਕਈ ਜਰਨੈਲ, ਠੀਕ ਹੈ, ਅਲਟੀਮੇਟਲੀ ਪੰਜਾਬ ਵੱਲ ਕੂਚ ਕਰਦੇ ਨੇ। ਦੂਸਰੀ ਗੱਲ ਇਹ ਲਿਖਦੇ ਨੇ ਕਿ ਤਕਰੀਬਨ ਬੰਦਾ ਸਿੰਘ ਬਹਾਦਰ ਦੀ ਡਿਸਕ੍ਰਿਪਸ਼ਨ ਤੇ 70000 ਘੁੜਸਵਾਰ ਫੌਜ ਸੀਗੀ, 70000 ਘੁੜਸਵਾਰ ਫੌਜ। ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਚਲੋ ਅਸੀਂ ਇਹ ਤਾਂ ਕਹਿ ਦਿੱਤਾ ਕਿ ਜਿਹੜਾ ਪੀਸੈਂਟਰੀ ਮੂਵਮੈਂਟ ਸੀ, ਲੋਕਾਂ ਨੇ ਕੱਚੀ ਚੱਕੀ, ਕਿਨੇ ਦਰਾਚੀ ਚੱਕੀ, ਉੱਥੇ ਆ ਗਏ। ਸਭ ਮੁਗਲ ਨਾ ਜਿਹੜੇ ਕੋਈ ਗਲੀਆਂ 'ਚ ਲੜਦੇ ਹੋਏ ਗੁੰਡੇ ਨਹੀਂ ਸੀਗੇ, ਉਹ 20% ਇਕਨੋਮੀ ਨੂੰ ਕੰਟਰੋਲ ਕਰਦੇ ਐਮਪਾਇਰ ਸੀ ਜੀ ਐਮਪਾਇਰ ਸੀਗਾ, ਔਰ ਵਰਲਡ ਦਾ ਸਭ ਤੋਂ ਪਾਵਰਫੁਲ ਐਮਪਾਇਰ ਸੀਗਾ। ਉਹ ਕੱਚੀਆਂ ਦਰਾਚੀਆਂ ਨਾਲ ਨਹੀਂ ਢਾਇਆ ਜਾਣਾ ਸੀਗਾ। ਉਹਨਾਂ ਨੂੰ ਉਹਨਾਂ ਤੋਂ ਬੈਟਰ ਆਰਮੀ ਤੇ ਉਹਨਾਂ ਬੈਟਰ ਵੈਪਨ ਸੀਗੇ ਤੇ ਉਹਨਾਂ ਬੈਟਰ ਵਾਰ ਫੋਰਸਿਸ ਦੀ ਤਿਆਰੀ ਸੀਗੀ, ਤਾਂ ਢਾਏ ਜਾਣੇ ਸੀਗੇ। ਇਹਨਾਂ ਪੰਜਾਰਿਆਂ ਉੱਪਰ ਕੋਈ ਰੋਕ ਨਹੀਂ ਸੀਗਾ। ਇਹ ਇਹਨਾਂ ਨੂੰ ਆਥੋਰਾਈਜ਼ ਸੀ ਕਿਲੇ ਬਣਾਉਣ ਵਾਸਤੇ, ਇਹ ਆਪਣੇ ਸਮਾਨ ਰੱਖਣ ਵਾਸਤੇ ਕਿਲੇ ਬਣਾਉਂਦੇ ਹੁੰਦੇ ਸੀਗੇ। ਮੁਗਲਾਂ ਨੂੰ ਇਹਨਾਂ ਤੋਂ ਕੋਈ ਤਕਲੀਫ ਨਹੀਂ ਸੀ। ਇਕਨੋਮਿਕ ਨੂੰ ਬੂਸਟਿੰਗ ਕਰਦੇ, ਜਦੋਂ ਮੌਕਾ ਲੱਗਿਆ ਇਹਨਾਂ ਨੇ ਤਖਤਾ ਪਲਟ ਕਰਤਾ। ਅਖਬਾਰੇ ਦਰਬਾਰੇ ਮੌਲਾ ਇਹ ਐਂਟਰੀ ਲਿਖਦਾ ਹੈ ਸਿਰਫ ਵਣਜਾਰਿਆਂ ਬਾਰੇ, ਕਈ ਐਂਟਰੀਆਂ ਨੇ। ਉਹ ਕਹਿੰਦਾ ਵੀ ਇਹਨਾਂ ਵਣਜਾਰਿਆਂ ਨੂੰ ਤਾਂ ਰੋਕਿਆ ਗਿਆ ਤੇ ਮੁਗਲ ਰਾਜ ਤੇ ਖਤਮ ਹੀ ਹੈ ਤੇ ਕਹਿੰਦਾ ਇਸਲਾਮ ਵੀ ਖਤਮ ਹੈ। ਇੱਥੇ ਤੱਕ ਵੀ ਰੌਲਾ ਹੈ। ਹੁਣ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਛੋਟੀਆਂ ਨਹੀਂ, ਔਰ ਇਹ ਸਮਝਣਾ ਵੀ ਪਏਗਾ ਕਿ ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਇਹਨਾਂ ਵਣਜਾਰਿਆਂ ਨੂੰ ਕ੍ਰਿਮੀਨਲ ਟ੍ਰਾਈਬਲ ਐਕਟ 'ਚ ਪਾਇਆ, ਠੀਕ ਹੈ। ਸਿੱਖਲੀ ਕਰਾਂ ਨੂੰ ਜਿਹੜੇ ਵੈਪਨ ਮੇਕਰ ਸੀਗੇ ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬਲ ਐਕਟ 'ਚ ਪਾਇਆ। ਉਹ ਲੋਕ ਕਰੋੜਾਂ ਤਾਦਾਦ 'ਚ ਅੱਜ ਇੰਡੀਅਨ ਸਬ ਕੰਟੀਨੈਂਟ 'ਚ ਬੈਠੇ ਹੋਏ ਨੇ, ਔਰ ਜੋ ਅੱਜ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ। ਕਰਨਾਟਕਾ ਦੇ ਵਿੱਚ ਦੇਖੋ ਜੀ 4000 ਟਾਂਡੇ ਨੇ। ਇੱਕ ਗਵਰਨਮੈਂਟ ਨੇ ਇੱਕ ਟਾਂਡਾ ਡਿਵੈਲਪਮੈਂਟ ਕਾਰਪੋਰੇਸ਼ਨ ਵੀ ਬਣਾ ਰੱਖੀ ਹੈ ਸਟੈਟਡ ਨੇ ਕਰਨਾਟਕਾ 'ਚ, ਤੇ ਉਹ 'ਚ ਸਾਰਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਹੈ, ਔਰ ਉਹ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ। ਉਹ ਦੇਖੋ ਜੀ, ਜਦੋਂ ਨਾ ਪਿੰਡਾਂ ਜਾਓ ਨਾ ਜੀ, ਉਹ ਕਹਿੰਦੇ ਅਸੀਂ 2 ਵਾਰੀ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਝੰਡਾ ਚੜਾਉਂਦੇ ਆ ਸਾਲ 'ਚ, ਵੀ ਗੁਰੂ ਨਾਨਕ ਦਾ ਰਾਜ ਸਥਾਪਿਤ ਹੋਇਆ। ਤੇ ਹੁਣ ਸਾਨੂੰ ਤਾਂ ਪੰਜਾਬ ਦੀ ਗੱਲ ਪਤਾ ਹੀ ਨਹੀਂ ਇਸ ਗੱਲ ਤੇ ਕਿ ਵੀ ਇਹ ਵੀ ਕਹਾਣੀ ਹੈ। ਤੇ ਜਰਨੈਲ ਬੰਦਾ ਸਿੰਘ ਬਹਾਦਰ ਦਾ ਕਿਲਾ, ਜੇ ਹੁਣ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਆ, ਬਾਕੀ ਅਸੀਂ ਕੱਲ ਨੂੰ ਜਰਨੈਲ ਬੰਦਾ ਸਿੰਘ ਬਹਾਦਰ ਦਾ ਕਿਲਾ ਕਰਨਾਟਕਾ ਕੋਪਲ 'ਚ ਖੜਿਆ ਹੋਇਆ। ਗਗਨਦੀਪ ਸਿੰਘ ਜੀ, ਕੱਲ ਨੂੰ ਇੱਥੋਂ ਹੀ ਸ਼ੁਰੂ ਕਰਾਂਗੇ ਆਪਾਂ, ਇਹੀ ਸਮਾਂ ਰੱਖ ਲਾਂਗੇ 12 ਤੋਂ 1 ਵਜੇ ਵਾਲਾ, ਤੇ ਕੱਲ ਨੂੰ ਇਸ ਨੂੰ ਇੱਥੋਂ ਹੀ ਤੋਰਾਂਗੇ। ਹੁਣ ਮੇਰੇ ਕੋਲ ਸਮਾਂ ਇੰਨਾ ਹੀ ਸੀ ਜੀ ਅੱਜ। ਜੀ ਥੈਂਕ ਯੂ, ਤੁਸੀਂ ਬਹੁਤ ਟਾਈਮ ਦਿੱਤਾ, ਥੈਂਕ ਯੂ, ਧੰਨਵਾਦ ਜੀ, ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨਦੀਪ ਸਿੰਘ ਬਹੁਤ ਸੀਨੀਅਰ ਅਫਸਰ ਨੇ ਹਰਿਆਣਾ ਸਰਕਾਰ ਦੇ ਵਿੱਚ, ਡਿਪਟੀ ਸੈਕਟਰੀ ਨੇ ਹੋਮ ਅਫੇਅਰਸ ਦੇ, ਵੱਡਾ ਨਾਮ ਹੈ। ਪਰ ਕੰਮ ਜਿਉਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਤਾਬਦੀ ਆਈ ਤਾਂ ਉਹਨਾਂ ਨੇ ਦੇਖਿਆ ਯਾਰ ਵੀ ਮੈਂ ਸਿੱਖ ਹਾਂ ਤੇ ਮੈਨੂੰ ਪਤਾ ਕੱਖ ਨਹੀਂ, ਬਸ ਇੱਧਰ ਨੂੰ ਉਹ ਲੱਗੇ ਹੋਏ ਨੇ। ਕੱਲ੍ਹ ਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਤੋਂ ਕਿ ਵਣਜਾਰੇ ਸਿੱਖਾਂ ਨੇ ਆਪਣੇ ਸ਼ਿਪਾਂ ਦੇ ਰਾਹੀਂ ਗੁਰੂ ਸਾਹਿਬ ਨੂੰ ਉਹ ਕਿਵੇਂ ਲੈ ਕੇ ਗਏ, ਕਿੱਥੇ ਗਏ, ਉਹਨਾਂ ਨੇ ਉਹ ਜਗ੍ਹਾ ਲੋਕੇਟ ਕੀਤੀਆਂ ਹੋਈਆਂ ਨੇ। ਆਪਾਂ ਕਿਉਂਕਿ ਸਾਨੂੰ ਤਾਂ ਇਹ ਆ ਵੀ ਚੜ੍ਹੇ ਨੰਦੇੜ ਤੋਂ ਗੁਰੂ ਸਾਹਿਬ ਨੇ ਥਾਪੜਾ ਦੇਤਾ ਅਤੇ ਵਾ ਵਜੀਦਾ ਹੀ ਵੱਢਣਾ ਆ ਕੇ। ਉਹ ਸਾਡੇ ਮਨ ਦੇ ਵਿੱਚ ਆ ਰਾਈਵਲਰੀ ਹਰ ਵਕਤ, ਬਈ ਧੌਣ ਲਾਹੋ, ਉੱਥੋਂ ਥੱਲੇ ਕੰਮ ਨਹੀਂ ਹੈ। ਪਰ ਗੁਰੂ ਨਾਨਕ ਰਾਜ ਚਲਾਇਆ ਜਿਹੜਾ ਪਹਿਲੇ ਪਾਤਸ਼ਾਹ ਤੋਂ ਲੈ ਕੇ 1469 ਤੋਂ ਲੈ ਕੇ 1708 ਤੱਕ ਦਾ ਜਿਹੜਾ ਸਫ਼ਰ ਹੈ 239 ਸਾਲ, ਉਹਦੇ 'ਚ ਇਹਨਾਂ ਨਾਲ ਕੱਲ੍ਹ ਨੂੰ ਮੈਂ ਗੁਰੂ ਪਾਤਸ਼ਾਹ ਦੇ ਸਮੇਂ ਕਿਸ ਤਰ੍ਹਾਂ ਜਿਹੜਾ ਉਹ ਕੀਰਤਪੁਰ ਸਾਹਿਬ ਦੱਸ ਕੇ ਗਏ ਨੇ, ਕਿਸ ਤਰ੍ਹਾਂ ਖਡੂਰ ਸਾਹਿਬ ਬਸਦਾ, ਕਿਸ ਤਰ੍ਹਾਂ ਤਰਨਤਾਰਨ ਸਾਹਿਬ ਬਸਦਾ, ਜ਼ਮੀਨਾਂ ਖਰੀਦ ਕੇ ਸਾਹਿਬਾਂ ਨੇ ਆਪ ਵਸਾਏ ਨੇ, ਚਾਹੇ ਅਨੰਦਪੁਰ ਸਾਹਿਬ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਹੈ। ਸੋ ਇਹ ਜਿਹੜਾ ਉਹ ਰਾਜਨ ਕੇ ਰਾਜਾ ਵਾਲੀ ਗੱਲ ਕਰ ਰਹੇ ਨੇ ਮੱਖਣ ਸ਼ਾਹ ਲਵਾਣੇ ਦੇ ਬਾਰੇ,
ਉਹ ਪਰਿਵਾਰ ਗਾਂ ਉਹਨਾਂ ਦੀ ਬੇਟੀ ਭਾਈ ਮਨੀ ਸਿੰਘ ਦੀ ਪਤਨੀ ਆ, ਤੇ ਕਿੱਡਾ ਲਾਈਨ ਦੇਖੋ ਤੁਸੀਂ। ਇਹ ਇਸ ਤਰ੍ਹਾਂ ਚੀਜ਼ਾਂ ਐ ਨਹੀਂ ਡਿਵੈਲਪ ਹੋਈਆਂ ਵੀ ਇੱਥੋਂ ਚੱਕੀ ਇਸ ਤਰ੍ਹਾਂ ਹੋ ਗਿਆ, ਨਹੀਂ। ਸਾਹਿਬ ਨੇ ਦੁਨੀਆ ਦਾ ਭ੍ਰਮਣ ਕੀਤਾ, ਕਿੱਥੇ ਤੱਕ ਸਿੱਖੀ ਗਈ, ਇਸ ਨੂੰ ਸਮਝਣ ਦੀ ਲੋੜ ਹੈ। ਕੱਲ੍ਹ ਨੂੰ ਤੁਰਾਂਗੇ ਇੱਥੋਂ ਫਿਰ। ਬਹੁਤ ਖੋਜ ਦੇ ਵਿਸ਼ੇ ਨੇ ਆਪਾਂ ਨੂੰ, ਕਿਉਂਕਿ ਜ਼ਿੰਦਗੀ 'ਚ ਜਦ ਸਮਾਂ ਮਿਲਦਾ ਤਾਂ ਅਸੀਂ ਹੋਰ ਕੰਮਾਂ ਨੂੰ, ਹੋਰ ਸੋਸ਼ਲ ਮੀਡੀਆ 'ਤੇ ਲੱਗੇ ਰਹਿੰਦੇ ਹਾਂ। ਬਹੁਤ ਕੁਛ ਜਿਹੜਾ ਪਤਾ ਹੋਣਾ ਚਾਹੀਦਾ। ਸੁਰਿੰਦਰਜੀਤ ਸਿੰਘ ਜੀ ਕਾਲਰ ਨੇ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਪਹਿਲੀ ਵਾਰੀ ਗੱਲ ਕਰਨ ਲੱਗਾ ਤੁਹਾਡੇ ਪ੍ਰੋਗਰਾਮ ਤੇ। ਧੰਨਵਾਦ ਜੀ। ਹਾਂਜੀ, ਮੈਂ ਸੁਣੀ ਇਹਨਾਂ ਦੀ ਗੱਲਬਾਤ, ਭਾਈ ਸਾਹਿਬ ਉਹਨਾਂ ਦੀ। ਇਹ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ। ਔਰ ਮੈਂ ਆਪ ਟਾਂਡੇ ਤੋਂ ਬਿਲੋਂਗ ਕਰਦਾ। ਅੱਛਾ ਜੀ। ਹਾਂਜੀ, ਟਾਂਡਾ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਬਿਲਕੁਲ। ਤੇ ਤੁਹਾਨੂੰ ਮੈਂ ਥੋੜੀ ਹੁਣ ਇਹਦੀ ਗੱਲ ਦੱਸਦਾ। ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਿਹੜੇ ਲਵਾਣਾ ਕੌਮ ਨੇ ਨਾ, ਇਹਨਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸਾਹਿਬ ਦੇ ਟਾਈਮ ਤੇ। ਸਾਡਾ ਪਰਿਵਾਰ ਵੀ ਸਿੱਖੀ ਦੇ ਵਿੱਚ ਜਦੋਂ ਆਇਆ ਨਾ, ਲਵਾਣਿਆਂ ਕਰਕੇ ਆਇਆ। ਇਹ ਲਵਾਣੇ ਇਕੱਲੇ ਹਥਿਆਰ ਹੀ ਨਹੀਂ ਬਣਾਉਂਦੇ ਸਨ, ਵਪਾਰੀ ਵੀ ਸਨ। ਇਹ ਜਿਹੜੇ ਟਾਂਡੇ ਏਰੀਏ ਦੇ ਲਵਾਣਾ ਕੌਮ ਸੀ ਨਾ, ਜਿਹੜੇ ਬਿਆਸ ਦਰਿਆ ਦੇ ਕੰਢੇ ਤੇ ਰਹਿੰਦੇ ਸਨ, ਇਹ ਵਪਾਰੀ ਕੌਮ ਸੀ ਜ਼ਿਆਦਾ ਇਹਨਾਂ ਵਿੱਚੋਂ। ਇਹ ਕੀ ਕਰਦੇ ਸੀ, ਇਹ ਟਾਂਡੇ ਵਾਲੇ ਇਧਰਲੇ ਪਾਸੇ, ਜਿਹੜਾ ਟਾਂਡੇ ਤੋਂ ਚੜ੍ਹਦੇ ਪਾਸੇ ਵਾਲੇ ਪਾਸੇ ਨੂੰ ਜੀ ਜਿੰਨੇ ਪਿੰਡ ਆ, ਉੱਥੋਂ ਸਾਰੇ ਆਪਣੇ ਦਾਣਾ ਪੱਤਾ ਇਕੱਠਾ ਕਰਕੇ ਗੱਡਿਆਂ ਦੇ ਲੱਦ ਕੇ ਤੇ ਵਾਇਆ ਅੰਮ੍ਰਿਤਸਰ, ਲਾਹੌਰ, ਟਹਿਰਾਨ ਤੱਕ ਵਪਾਰ ਕਰਦੇ ਸਨ। ਠੀਕ ਹੈ। ਤੇ ਇਹ ਕੀ ਕਰਦੇ ਸਨ ਕਿ ਪਿੰਡਾਂ ਵਿੱਚੋਂ, ਕਿਉਂਕਿ ਵਪਾਰੀ ਸਨ, ਗੱਡਿਆਂ ਤੇ ਇਹਨਾਂ ਨੇ ਲੈ ਕੇ ਜਾਣਾ ਸਮਾਨ ਆਪਣਾ। ਇਹਨਾਂ ਨੂੰ ਕੁਝ ਜਿਹੜੇ ਹੁੰਦੇ ਆ ਧਾਕੜ ਨੌਜਵਾਨ ਵੀ ਨਾਲ ਚਾਹੀਦੇ ਸਨ। ਇਹ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਪੈਸੇ ਦੇ ਕੇ ਆਪਣੇ ਨਾਲ ਲੈ ਕੇ ਜਾਂਦੇ ਸਨ ਵੀ ਸਾਡੇ ਨਾਲ ਚਲੋ ਉੱਥੇ ਨੂੰ, ਵੀ ਸਾਡੇ ਨਾਲ ਗੱਡੀਆਂ ਦੀ ਰਾਖੀ ਹੋਊਗੀ, ਨਾਲੇ ਜਾਣਗੇ। ਸਾਡਾ ਪਰਿਵਾਰ ਸਿੱਖੀ ਵਿੱਚ ਕਿੱਦਾਂ ਆਇਆ? ਸਾਡਾ ਪਰਿਵਾਰ ਜਦੋਂ ਇਹਨਾਂ ਦੇ ਨਾਲ ਕੋਈ ਸਾਡਾ ਬਜ਼ੁਰਗ ਜਾਣਾ ਸ਼ੁਰੂ ਕੀਤਾ, ਤੇ ਉਹ ਜਦੋਂ ਅੰਮ੍ਰਿਤਸਰ ਦੇ ਥਰੂ ਜਾਣਾ ਸ਼ੁਰੂ ਕੀਤਾ, ਉਦੋਂ ਰਾਮਦਾਸਪੁਰ ਉਹਦਾ ਨਾਂ ਸੀ ਜੀ। ਗੁਰੂ ਸਾਹਿਬ ਨੇ ਉੱਥੇ ਉੱਥੇ ਡੇਰਾ ਲਾਉਂਦੇ ਹੁੰਦੇ ਸਨ ਬਹਿ ਕੇ, ਵੀ ਆਪਾਂ ਭਰਾ ਕਰਨਾ ਉੱਥੇ ਛਕਣਾ। ਤੇ ਉੱਥੇ ਫਿਰ ਜਦੋਂ ਗੁਰੂ ਰਾਮਦਾਸ ਸਾਹਿਬ ਸੀਗੇ, ਉਦੋਂ ਉੱਥੇ ਗੁਰਬਾਣੀ ਦਾ ਮਤਲਬ ਕਿ ਉਹਨਾਂ ਨੇ ਸੁਣਨਾ ਸ਼ੁਰੂ ਕਰਤਾ ਜੀ। ਗੁਰਬਾਣੀ ਨੂੰ ਇਹੀ ਲਵਾਣੇ ਇੱਧਰ ਸਾਡੇ ਪਿੰਡਾਂ ਵਾਲੇ ਆ ਕੇ ਗੁਰਬਾਣੀ ਬਾਰੇ ਪ੍ਰਚਾਰਾਂ ਕਰਦੇ ਸਨ ਵੀ ਇਦਾਂ ਗੁਰਬਾਣੀ ਉੱਥੇ ਮਤਲਬ ਕਿ ਗੁਰੂ ਸਾਹਿਬ ਹੈਗੇ ਤਾਂ ਗੁਰਬਾਣੀ ਦਾ ਪ੍ਰਚਾਰ ਕਰਦੇ ਆ। ਤੇ ਉਹ ਫਿਰ ਏਦਾਂ ਸਾਡੇ ਪਰਿਵਾਰ ਨੂੰ ਇੱਥੋਂ ਜਾਗ ਲੱਗਾ ਸਿੱਖੀ ਦਾ। ਜਿਹੜਾ ਕੋਈ ਬਜ਼ੁਰਗ ਸਾਡਾ ਉੱਥੇ ਗਿਆ, ਜਿਹੜੇ ਨਾਲ ਕੋਈ ਜਾਂਦੇ ਸਨ। ਵਾਹ। ਤੇ ਉਦੋਂ ਦੇ ਇਹ ਜਿਹੜਾ ਟਾਂਡਾ ਏਰੀਆ ਨਾ, ਇਹਨੂੰ ਰਿਸਰਚ ਕਰਨੀ ਚਾਹੀਦੀ ਭਾਈ ਸਾਹਿਬ ਨੂੰ। ਹੋਰ ਜਿਹੜਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਟਾਂਡਾ ਏਰੀਆ, ਔੜਮਟ ਟਾਂਡਾ ਜਿਹੜਾ, ਹਾਂਜੀ, ਇਹਦੇ ਵਿੱਚ ਬੜੇ ਜੱਦੀ ਸਿੱਖ ਪਰਿਵਾਰ ਹੈਗੇ ਪੁਰਾਣੇ। ਤੇ ਉਹ ਨਾ ਮਾਈਗ੍ਰੇਟ ਹੋਏ ਕਿਤੇ, ਜਿੱਦਾਂ ਸਾਡਾ ਪਰਿਵਾਰ ਵੀ ਹੁਣ ਆਪਾਂ ਚਲੋ ਕੈਨੇਡਾ ਆ ਗਏ ਆ, ਪਰ ਉਹ ਕਈ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਆ ਵੀ ਜਿਹੜੇ ਪਾਕਿਸਤਾਨ ਵੀ ਮਾਈਗ੍ਰੇਟ ਨਹੀਂ ਹੋਏ ਸਨ। ਉਹ ਅੱਜ ਵੀ ਉੱਥੇ ਬੈਠੇ ਹੋਏ ਪੁਰਾਣੀ ਗੁਰੂ ਸਾਹਿਬ ਦੇ ਵੇਲੇ ਦੇ ਸਿੱਖ ਪਰਿਵਾਰ ਨੇ ਬਹੁਤ ਸਾਰੇ। ਇਕੱਲੇ ਇੱਕ ਪਿੰਡ ਵਿੱਚ ਨਹੀਂ, ਬਹੁਤ ਸਾਰੇ ਪਿੰਡਾਂ ਵਿੱਚ ਵੀ ਏਦਾਂ ਸਿੱਖ ਬਣੇ ਹੋਏ ਆ। ਕੱਲ ਨੂੰ ਪਤਾ ਕਰਾਂਗੇ ਜੀ। ਸੌਰੀ, ਮੇਰੇ ਕੋਲ ਸਮਾਂ ਘੱਟ ਗਿਆ। ਸੁਰਿੰਦਰਜੀਤ ਸਿੰਘ ਜੀ, ਕੱਲ ਨੂੰ ਪਤਾ ਕਰਾਂਗੇ। ਬਾਕੀ ਕੱਲ ਨੂੰ ਜੀ ਗਗਨਦੀਪ ਸਿੰਘ ਉਹਨਾਂ ਨਾਲ 12 ਤੋਂ 1 ਫੇਰ ਇੱਥੋਂ ਹੀ ਗੱਲ ਤੋਰਾਂਗੇ। ਰੱਬ ਰਾਖਾ।